15वें गुरु तीर बनाने वाले कारीगर की कथा। तोटक छंद कर 14वां गुरु दत्त मुनिंग मग लगियां पूरत नाद धुनिंग भ्रम पूर्व पश्चिम उत्तर दिशिंग तक चलियां दक्षिण मोहन इसिंग। एक हुण तीर बनाउंदा कोई आदमी। देखो तीर ਜਿਹੜੇ ਬਣਦੇ ਸੀ, ਦੱਸਣ ਦਾ ਮਤਲਬ ਇਹ ਹੈ ਵੀ ਤੀਰ ਐਵੇਂ ਨਹੀਂ ਸੀ ਬਣਦੇ। ਹਰੇਕ ਆਦਮੀ ਤੀਰ ਨਹੀਂ ਬਣਾ ਸਕਦਾ। ਤੀਰ ਇੰਨਾ ਧਿਆਨ ਨਾਲ ਬਣਦਾ ਸੀ। ਤੀਰ ਦਾ ਦੋਹਾਂ ਪਾਸਿਆਂ ਤੇ ਵਜ਼ਨ ਜਿਹੜਾ ਹੁੰਦਾ ਨਾ, ਸੈਂਟਰ ਹੁੰਦਾ ਤੀਰ ਦਾ, ਦੋਹਾਂ ਪਾਸਿਆਂ ਦੇ ਵਜ਼ਨ ਇੱਕੋ ਜਿਹਾ ਚਾਹੀਦਾ। ਨਹੀਂ ਤੀਰ ਜਾਣਾ ਨਹੀਂ, ਸਿੱਧੀ ਡਾਇਰੈਕਸ਼ਨ 'ਚ ਨਹੀਂ ਜਾਣਾ, ਸਮਝਿਆ ਨਹੀਂ। ਫਿਰ ਕਿੰਨਾ ਉਹ ਪਿੱਛੋਂ ਵਜ਼ਨ ਹੈ, ਕਿੰਨਾ ਉਹਦੀ ਨੋਕ ਤੇ ਵਜ਼ਨ ਹੈ, ਇਹ ਵੀ ਗੱਲ ਹੈ। ਜੇ ਨੋਕ ਤੇ ਵਜ਼ਨ ਜ਼ਿਆਦਾ ਹੋਊ ਤੀਰ ਥੱਲੇ ਨੂੰ ਚਲਾ ਜਾਊਗਾ। ਗੱਲ ਵਿੱਚ ਹੋਰ ਵੀ ਹੈ, ਸ਼ਸਤਰ ਬਣਾਉਣੇ ਕੋਈ ਸੌਖੀ ਗੱਲ ਨਹੀਂ ਹੈ। ਤਲਵਾਰਾਂ ਜਿਹੜੇ ਬਣਾਉਂਦੇ ਤੇ ਕੋਈ ਸੌਖੀ ਗੱਲ ਨਹੀਂ ਸੀ। ਉਹਦਾ ਕਿੰਨਾ ਵਜ਼ਨ ਟੋਟਲ ਤਲਵਾਰ ਦਾ ਹੋਊ, ਮੁੱਠੇ ਤੋਂ 6 ਉਂਗਲ ਤੱਕ ਕਿੰਨਾ ਹੋਊ, ਉਦੋਂ 6 ਉਂਗਲ ਕਿੰਨਾ ਹੋਊ, ਉਦੋਂ ਗਾਹਾਂ ਕਿੰਨਾ ਹੋਊ, ਇਹ ਹਿਸਾਬ ਨਾਲ ਵਜ਼ਨ ਜਾਣਾ। ਇਹ ਥੋੜ੍ਹੀ ਜਿਹੀ ਪੱਤੀ ਲਈ ਕੁੱਟ ਕੇ ਤਲਵਾਰ ਬਣਾਤੀ। ਹਰ ਗੱਲ 'ਚ ਕੋਈ ਟੈਕਨੀਕ ਹੁੰਦੀ ਹੈ, ਗਾਹਾਂ ਜਾ ਕੇ ਫਿਰ ਟੈਕਨੀਕ ਬਣ ਜਾਂਦੀ ਹੈ। ਮੁੱਠੇ ਦਾ ਕਿੰਨਾ ਵਜ਼ਨ ਹੋਊ, ਤਲਵਾਰ ਦਾ ਕਿੰਨਾ ਵਜ਼ਨ ਹੋਊ, ਸਮਝਿਆ ਨਹੀਂ। ਹਾਂਜੀ, ਤੀਰ ਬਣਾਉਣ ਵਾਲੇ ਦੀ ਕਥਾ। ਤੀਰ ਬਣਾ ਰਿਹਾ ਕੋਈ ਆਦਮੀ। ਤੋਟਕ ਛੰਦ ਕਰ 14ਵਾਂ ਗੁਰੂ ਦत्त ਮੁਨਿੰਗ ਮਗ ਲਗੀਆਂ ਪੂਰਤ ਨਾਦ ਧੁਨਿੰਗ। ਹਾਂ, 14 ਗੁਰੂ ਜਦ ਬਣਾ ਲਏ ਦੱਤ ਨੇ ਪਹਿਲਾਂ, ਇਹ 15ਵਾਂ ਗੁਰੂ ਹੈ ਹੁਣ ਬਣਾਉਣਾ। ਤਾਂ ਆਪਣੇ ਫਿਰ ਉਹ ਨਰਸਿੰਘੇ ਹੁੰਦੇ ਨੇ ਇਹਨਾਂ ਕੋਲ, ਜਦ ਤੁਰਦੇ ਨੇ ਆਪਣੇ ਨਿਹੰਗ ਸਿੰਘ ਨਹੀਂ ਨਗਾਰੇ ਵਜਾਉਂਦੇ ਜਦ ਤੁਰਦੇ ਨੇ। ਇਹ ਸੰਤਾਂ ਦੇ ਉਹ ਨੇ। ਜਾਂ ਇਹਨਾਂ ਨੇ ਤੁਰਨਾ ਹੁੰਦਾ, ਜਿਵੇਂ ਰਾਜੇ ਚੜ੍ਹਾਈ ਕਰਦੇ ਨੇ ਜਾਂ ਤੁਰਦੇ ਨੇ, ਐਂ ਨਾਦਾਂ ਦੀ ਧੁਨ ਵਜਾਉਣੀ, ਨਗਾਰੇ ਵਜਾਉਣੇ, ਧੁਨਾਂ ਵਜਾਤੀਆਂ ਵੀ ਅਸੀਂ ਚੱਲਣ ਲੱਗੇ ਹਾਂ। ਨਿਹੰਗ ਸਿੰਘ ਜਗਾਰੇ ਛੱਡਣ ਲੱਗ ਜਾਂਦੇ ਨੇ। ਆਪਾਂ ਵੀ ਜਦ ਕੋਈ ਨਗਰ ਕੀਰਤਨ ਕੱਢਦੇ ਹਾਂ ਜਕਾਰੇ ਗਜਾ ਕੇ ਨਹੀਂ ਕੱਢਦੇ। ਇਹ ਮਰਿਆਦਾ ਹੀ ਆ ਸ਼ੁਰੂ ਤੋਂ ਹੀ। ਉਹ ਨਾਦਾਂ ਦੀ ਧੁਨ ਵਜਾ ਕੇ ਜਿਹੜੇ ਮੂਹਰੇ ਹੋਰ ਸੀ ਦੂਏ, ਉਹ ਚੱਲ ਪਏ ਵੀ ਅਸੀਂ ਹੁਣ ਅੱਗੇ ਤੁਰੇ ਹਾਂ ਕਰਕੇ। ਭਰਮ ਆਏ ਸੀ ਪੂਰਬ ਪੱਛਮ ਤੇ ਉੱਤਰ ਦਾ, ਤਾਂ ਇਹ ਕਰਿਆ ਸੀ ਟੂਰ। ਇਸੇ ਦਿਸ਼ਾ ਤੇ ਇਸੇ ਮਤਲਬ ਪੈਟਰਨ ਤੇ ਗੁਰੂ ਨਾਨਕ ਨੇ ਟੂਰ ਕੀਤੇ ਨੇ। ਪਹਿਲਾਂ ਇਹਨੇ ਟੂਰ ਕੀਤਾ, ਫਿਰ ਗੁਰੂ ਨਾਨਕ ਨੇ ਵੀ ਚਾਰੇ ਦਿਸ਼ਾਵਾਂ ਦਾ ਟੂਰ ਕੀਤਾ। ਉਹਨਾਂ ਨੇ ਪੱਛਮ ਦਾ ਬਾਅਦ ਦੇ ਵਿੱਚ ਕੀਤਾ, ਇਹਨੇ ਦੱਖਣ ਦਾ ਬਾਅਦ 'ਚ ਕੀਤਾ। ਪੂਰਬ ਪੱਛਮ ਔਰ ਉੱਤਰ ਦਾ ਟੂਰ ਕਰਿਆ ਆ, ਉਹ ਭਰਮਾਇਆ। ਹੁਣ ਦੱਖਣ ਦਿਸ਼ਾ ਵੱਲ ਨੂੰ ਚਲੇ। ਦੱਖਣ, ਹਾਂ ਦੱਖਣ ਦੇ ਪਾਸੇ ਨੂੰ, ਦੱਖਣ ਵਾਲੇ ਪਾਸੇ ਨੂੰ ਚਲੇ। ਇਹ ਦੱਖਣ ਦਾ ਜਿਹੜਾ ਪਾਸਾ ਉਹਦਾ ਧਰਮ ਉੱਤਰ ਵਾਲੇ ਪਾਸੇ ਨੂੰ ਅਲੱਗ ਹੈ। ਜਿਹੜਾ ਆਪਣਾ ਉੱਤਰੀ ਭਾਰਤ ਹੈ ਨਾ, ਆਹ ਪਹਾੜ ਦਾ ਹਿੱਸਾ ਹੈ, ਪਹਾੜ ਦੇ ਨਾਲ ਦਾ ਹੈ, ਬਿਹਾਰ ਤੱਕ ਦਾ ਹਿੱਸਾ ਹੈ, ਪਹਾੜੀ ਛੱਡ ਕੇ ਦੱਖਣ ਦੀ, ਇਹਦਾ ਧਰਮ ਵੱਖਰਾ ਹੈ। ਜਿੱਥੇ ਜਿੱਥੇ ਗੰਗਾ ਜਾਂਦੀ ਹੈ, ਗੰਗਾ ਦਾ ਇੱਧਰਲਾ ਉੱਧਰਲਾ ਪਾਸਾ, ਇਹ ਧਰਮ ਵੱਖਰਾ। ਜਮਨਾ ਗੰਗਾ ਦਾ ਉਹ ਦੂਆ ਪਾਸਾ ਦੱਖਣ ਦਾ ਅਲੱਗ ਹੈ। ਇੱਧਰਲੇ ਪਾਸੇ ਆਪਣੇ ਪੰਜੇ ਦਰਿਆ ਆਉਂਦੇ ਨੇ, ਇੱਧਰ ਮੁਸਲਮਾਨਾਂ ਦਾ ਪ੍ਰਭਾਵ ਆ ਗਿਆ। ਇਹ ਤਾਂ ਖੈਰ ਬਾਅਦ 'ਚ ਆਇਆ, ਇਹਦਾ ਵੀ ਹੋਰ ਸੀ। ਹਾਂਜੀ, ਅਭਿਲੋਕ ਤਹਾਂ ਇੱਕ ਚਿੱਤਰ ਪੁਰਿੰਗ ਜਨ ਕ੍ਰਾਂਤ ਦਿਵਾਲਿਆ ਸਰਬ ਹਰਿੰਗ। ਇੱਕ ਹਾਂ ਫਿਰ ਤੇ ਪੜ੍ਹ। ਅਭਿਲੋਕ ਤਹਾਂ ਇੱਕ ਚਿੱਤਰ ਪੁਰਿੰਗ ਜਨ ਕ੍ਰਾਂਤ ਦਿਵਾਲਿਆ ਸਰਬ ਹਰਿੰਗ। ਇੱਕ ਉਹਨੇ ਮਤਲਬ ਐਸਾ ਸ਼ਹਿਰ ਦੇਖਿਆ, ਇਲਾਕਾ ਦੇਖਿਆ, ਜਿੱਥੇ ਕਿ ਬਹੁਤ ਚਿੱਤਰਕਾਰੀ ਕੀਤੀ ਹੋਈ ਸੀ। ਸਾਰੇ ਸ਼ਹਿਰ ਦੇ ਵਿੱਚ ਚਿੱਤਰਕਾਰੀ ਕਰਦੇ ਨੇ ਕਈ ਮਕਾਨਾਂ ਦੇ ਉੱਤੇ ਬਾਹਰ। ਐਂ ਸਮਝ ਲਓ ਬਈ ਦਿਵਾਲਿਆ ਕਹਿੰਦੇ ਨੇ ਦੇਵਲੋਕ ਨੂੰ। ਦਿਵਾਲਿਆ ਵੈਸੇ ਇਹਨੂੰ ਵੀ ਕਹਿੰਦੇ ਨੇ, ਜਿਹੜੇ ਸ਼ਿਵ ਦਿਵਾਲਿਆ ਹੁੰਦਾ, ਕਿਉਂਕਿ ਉੱਥੇ ਦੇਵਤਾ ਰਹਿੰਦਾ ਨਾ। ਉਹ ਸਾਰਾ ਸ਼ਹਿਰ ਦੇਵਤਿਆਂ ਦਾ ਹੀ ਸੀ। ਯਾਨੀ ਸੁਰਗ ਦੇ ਵਿੱਚ ਦੇਵਤੇ ਹੁੰਦੇ ਨੇ ਨਾ, ਯਾਨੀ ਸੁਰਗ ਨੂੰ ਵੀ ਮਾਤ ਕਰਦਾ ਸੀ ਉਹ।
ਸੁਰਗ ਨੂੰ ਮਾਤ ਕਰਦਾ ਸੀ। ਇਹੋ ਜਿਹਾ ਕੋਈ ਸ਼ਹਿਰ ਸੀ ਕਿਸੇ ਰਾਜੇ ਦਾ। ਹਾਂਜੀ। ਨਗਰੇਸ਼ ਤਹਾਂ ਬਹੁ ਮਾਰ ਮਿਰਗਿੰ ਸਭ ਸਿੰਘ ਮਿਰਗੀ ਪਤ ਘਾਏ ਖੱਗਿੰ। ਉੱਥੇ ਦਾ ਜਿਹੜਾ ਰਾਜਾ ਸੀ ਨਰਗੇਸ਼ ਸੀ, ਉਹਨੇ ਉਹ ਸ਼ਿਕਾਰ ਖੇਡ ਕੇ ਆਇਆ ਸੀ, ਸ਼ਿਕਾਰ ਖੇਡਿਆ ਸੀ, ਬਹੁਤ ਸਾਰੇ ਮਿਰਗ ਮਾਰੇ ਸੀ ਉਹਨੇ, ਸ਼ੇਰ ਵੀ ਛੋਟੇ ਮਾਰੇ ਸੀ, ਚਿੱਤੇ ਵੀ ਮਾਰੇ ਸੀ, ਹੀਰੇ ਹਿਰਨ ਵਗੈਰਾ ਮਾਰ ਕੇ ਉਹ ਲਿਆਇਆ ਸੀ, ਸ਼ਿਕਾਰ ਖੇਡ ਕੇ ਆਇਆ ਸੀ। ਹਾਂਜੀ। ਚਤਰੰਗ ਲੈ ਨਿਰਪ ਸੰਗ ਘਨੀ ਥਹਿਰੰਤ ਤੁਜਾ ਚਮਕੰਤ ਅਨੀ। ਚਤਰੰਗਨ ਫੌਜ ਸੀ ਉਹਦੇ ਕੋਲ। ਚਤਰੰਗਨ ਕਹਿੰਦੇ ਨੇ 4 ਰੰਗ ਦੀ ਫੌਜ। 4 ਰੰਗ ਦੀ ਫੌਜ ਦੇ ਵਿੱਚ ਹੁੰਦੇ ਨੇ ਰਥ। ਰਾਜਾ ਤਾਂ ਰਥ ਵਿੱਚ ਹੁੰਦਾ ਸਵਾਰ, ਤੇ ਹਾਥੀਆਂ ਦੇ ਉੱਤੇ ਹੁੰਦੇ ਨੇ ਇੱਕ ਫੌਜ, ਜਿਹੜੀ ਰਾਜੇ ਦੀ ਇੱਕ ਸਪੈਸ਼ਲ ਫੌਜ ਹੁੰਦੀ ਹੈ ਨਾ, ਜਿਹਦੀ ਰਾਜੇ ਦੀ ਰੱਖਿਆ ਕਰਨੀ ਹੈ, ਰਥ ਦੇ ਆਲੇ ਦੁਆਲੇ ਰਹਿਣ, ਉਹ ਹਾਥੀਆਂ ਤੇ ਹੁੰਦੀ, ਤਾਂ ਕਿ ਕੋਈ ਘੋੜ ਸਵਾਰ ਹੋਰ ਕੋਈ ਨੇੜੇ ਨਾ ਆਵੇ, ਕੋਈ ਗੋਲੀ ਨਾ ਲੱਗ ਸਕੇ, ਤੀਰ ਨਾ, ਕਿਉਂਕਿ ਹਾਥੀ ਉੱਚੇ ਹੁੰਦੇ ਨੇ, ਤੀਰ ਨਾ ਲੱਗੇ ਰਾਜੇ ਦੇ। ਚਾਰੇ ਪਾਸੇ ਤੇ ਹਾਥੀ ਘੇਰਾ ਪਾ ਕੇ ਰੱਖਦੇ ਨੇ। ਉਹ ਫਿਰ ਨਿਗਾਹ ਵੀ ਰੱਖਦੇ ਨੇ ਹਾਥੀਆਂ ਦੇ ਉੱਤੇ ਚੜੇ ਹੋਏ, ਵੀ ਕਿੱਧਰੋਂ ਕੋਈ ਵਾਰ ਕਰਦਾ, ਉਹ ਹਾਥੀਆਂ ਵਾਲੇ ਹੀ ਉਹ 'ਤੇ ਵਾਰ ਕਰ ਦਿੰਦੇ ਨੇ। ਉਹਦੇ ਬਾਅਦ ਘੋੜੇ ਹੁੰਦੇ ਨੇ। ਘੋੜੇ ਫਰੰਟ ਤੇ ਲੜਦੇ ਹੁੰਦੇ ਨੇ, ਫਰੰਟ ਤੇ ਲੜਦੇ ਹੁੰਦੇ ਨੇ ਮੂਹਰੇ ਅੱਗੇ ਫੌਜ ਦੇ ਨਾਲ। ਉਦੋਂ ਮੂਹਰੇ ਪੈਦਲ ਫੌਜ ਹੁੰਦੀ ਹੈ, ਪੈਦਲ ਫੌਜ ਹੁੰਦੀ ਹੈ। ਜਿੱਥੇ ਪੈਦਲ ਫੌਜ ਦਾ ਕੋਈ ਦਬਾਅ ਪੈ ਜਾਏ, ਪੈਦਲ ਫੌਜ ਦਾ ਬੰਦੇ ਡਿੱਗ ਪੈਣ ਆਪਣੇ ਜਾਂ ਜ਼ਿਆਦਾ ਘਬਰਾ ਜਾਣ, ਉੱਥੇ ਫਿਰ ਘੋੜ ਸਵਾਰ ਫਟਾਫਟ ਉਹਨਾਂ ਦੀ ਮਦਦ ਨੂੰ ਚਲੇ ਜਾਂਦੇ ਹੁੰਦੇ ਸੀ, ਨਹੀਂ ਤਾਂ ਫਿਰ ਉਹ ਫੌਜ ਭੱਜ ਜਾਂਦੀ ਸੀ। ਘੋੜ ਸਵਾਰ ਉਹਨਾਂ ਨੂੰ ਹਥਿਆਰ ਦੇਣੇ, ਹਥਿਆਰ ਟੁੱਟ ਜਾਣੇ, ਜਾਂ ਉੱਥੇ ਜਾ ਕੇ ਫਿਰ ਆਪ ਲੜਨਾ, ਇਹੋ ਜਿਹੀ ਚਤਰੰਗਨ ਫੌਜ ਕਹਿੰਦੇ ਨੇ। 4 ਪ੍ਰਕਾਰ ਦੀ ਫੌਜ, ਰਥ, ਹਾਥੀ, ਘੋੜੇ ਤੇ ਪੈਦਲ, ਇਹ ਚਤਰੰਗਨ ਫੌਜ ਹੈ। ਉਹਦੇ ਵਿੱਚ ਵੀ ਆਉਂਦਾ ਚੰਡੀ ਚਰਿੱਤਰ 'ਚ ਵੀ ਆਉਂਦਾ, ਲੈ ਚਤਰੰਗਨ ਫੌਜ ਭਲੀ। ਹਾਂਜੀ। ਬਹੁ ਭੂਖਨ ਚੀਰ ਜਰਾਬ ਜਰੀ ਰਿੱਧ ਸਾਲਿਆ ਕੀ ਜਨ ਕ੍ਰਾਂਤ ਹਰੀ। ਹਾਂ, ਬਹੁਤ ਸਾਰੇ ਭੂਖਣ ਪਹਿਨੇ ਹੋਏ ਸੀ ਰਾਜੇ ਨੇ ਵੀ, ਔਰ ਜਿਹੜੇ ਹੋਰ ਅਹਿਲਕਾਰ ਸੀ ਉਹਨਾਂ ਨੇ ਸੋਨੇ ਦੇ ਭੂਖਣ ਪਹਿਨੇ ਹੋਏ ਸੀ, ਤੇ ਜਰੀ ਦੇ ਜਿਹੜੇ ਕੱਪੜੇ ਹੁੰਦੇ ਨੇ ਜੀ, ਤੇ ਕਢਾਈ ਕੀਤੀ ਹੁੰਦੀ ਹੈ ਸੋਨੇ ਦੀਆਂ ਤਾਰਾਂ ਦੀ, ਉਹਨੂੰ ਜਰੀ ਕਹਿੰਦੇ ਨੇ। ਉਹਦੇ ਦਸ਼ਾਲੇ ਘੋੜਿਆਂ ਤੇ ਵੀ ਪਾਏ ਹੋਏ ਸੀ, ਹਾਥੀਆਂ ਤੇ ਵੀ ਪਾਏ ਹੋਏ ਸੀ, ਉਹ ਝਲਕਦੇ ਸੀ। ਤੇ ਲੋਕਾਂ ਦੇ ਵੀ ਜਿਹੜੇ ਕੱਪੜੇ ਅਹਿਲਕਾਰਾਂ ਦੇ ਪਾਏ ਹੋਏ ਸੀ, ਉਹ ਜਰੀ ਨਾਲ ਕੱਢੇ ਹੋਏ ਸੀ। ਹਾਂਜੀ। ਰਿੱਧ ਸਾਲਿਆ ਕੀ ਜਨ ਕ੍ਰਾਂਤ ਹਰੀ। ਹਾਂ, ਐ ਸਮਝ ਲਓ ਵੀ ਜਾਣੀ ਜਿਹੜਾ ਇਹਦਾ ਸੁਰਗ ਲੋਕ ਦੀ ਕ੍ਰਾਂਤੀ ਸੀ, ਉਹ ਉਹਨਾਂ ਨੇ ਚੋਰੀ ਕਰ ਲਿਆਂਦੀ। ਵੀ ਸੁਰਗ ਲੋਕ, ਚਾਹੇ ਸੁਰਗ ਲੋਕ ਅਮੀਰਾਂ ਦੇ ਘਰਾਂ ਨੂੰ ਕਹਿੰਦੇ ਨੇ, ਹੋਰ ਸੁਰਗ ਲੋਕ ਕੀ ਹੁੰਦਾ? ਰਿੱਧ ਸਾਲਿਆ ਜਿਹੜੇ ਅਮੀਰ ਨੇ, ਅਮੀਰਾਂ ਦੇ ਘਰ ਨੇ, ਜਿਵੇਂ ਹੁਣ ਬਣੀਆਂ ਹੋਈਆਂ ਅਲੱਗ ਮਾਡਲ ਕੋਈ ਹੁਣ ਮਤਲਬ ਹੈ ਬਣੇ ਹੋਏ ਕੋਈ ਸੈਕਟਰ ਜਿੱਥੇ ਜ਼ਿਆਦਾ ਅਮੀਰ ਹੋਣ, ਉਹ ਅਲੱਗ ਐ ਹੁੰਦੇ ਸੀ ਉਹ। ਹਾਂ। ਰਿੱਧ ਸਾਲਿਆ ਕੀ ਜਨ ਕ੍ਰਾਂਤ ਹਰੀ। ਕ੍ਰਾਂਤੀ ਉੱਥੇ ਦੀ ਜਿਹੜੀ ਸੋਭਾ ਸੀ ਚੋਰੀ ਕਰ ਲਿਆ ਉੱਥੇ ਦੀ, ਸਮਝੋ। ਤੈ ਬੈਠ ਹੋ ਤੋ ਇੱਕ ਬਾਣ ਗਰੰਗ ਬਿਨ ਪ੍ਰਾਣ ਕਿਦੋ ਨਹੀਂ ਬੈਨ ਚਰੰਗ। ਉਹ ਇੱਕ ਉੱਥੇ ਕਹਿੰਦੇ ਬੈਠਾ ਸੀ, ਉਹ ਬਣਾਉਂਦਾ ਸੀ ਬਾਣ, ਬਾਣ ਬਣਾਉਂਦਾ ਸੀ। ਦੇਖੋ, ਬਾਣ ਔਰ ਤੀਰ, ਤੀਰ ਹੁੰਦੀ ਹੈ ਜਿਹੜੀ ਪਿੱਛੇ ਪਾਈ ਹੋਈ ਹੈ ਲੱਕੜ, ਉਹ ਤੀਰ ਹੈ। ਬਾਣ ਹੈ ਜਿਹੜਾ ਮੂਹਰੇ ਲੱਗਿਆ ਹੋਇਆ, ਤਾਂ ਹੀ ਬਾਣੀ ਦਾ ਬਾਣ ਕਿਹਾ। ਬਾਣ ਨੇ ਘਾਉ ਕਰਨਾ ਜਾ ਕੇ, ਤੀਰ ਨੇ ਤਾਂ ਉਹਨੂੰ ਲੈ ਕੇ ਜਾਣਾ। ਉਹ ਲੱਕੜ ਜਿਹੜੀ ਪਿੱਛੇ ਲੱਗੀ ਹੈ ਉਹ ਤੀਰ ਹੈ। ਤੀਰ ਤਾਂ ਕੱਲੀ ਲੱਕੜ ਦਾ ਵੀ ਹੋ ਸਕਦਾ ਹੈ, ਜਿਵੇਂ ਨਿਆਣੇ ਚਲਾਉਂਦੇ ਨੇ ਨਾ, ਤੀਰ ਤਾਂ ਕੱਲੀ ਲੱਕੜ ਦਾ ਵੀ ਹੋ ਸਕਦਾ। ਤੇ ਬਾਣ ਜਿਹੜਾ ਮੂਹਰੇ ਬਰਛੀ ਲੱਗੀ ਹੋਈ ਹੈ, ਉਹਨੂੰ ਬਾਣ ਕਹਿੰਦੇ ਨੇ। ਉਹ ਬਾਣ ਬਣਾਉਂਦਾ ਸੀ, ਕੱਢਦਾ ਸੀ, ਉਹ ਬਣਾ ਰਿਹਾ ਸੀ ਬੜੇ ਧਿਆਨ ਨਾਲ। ਹਾਂਜੀ। ਬਿਨ ਪ੍ਰਾਣ ਕਿਦੋ ਨਹੀਂ ਬੈਨ ਚਰੰਗ। ਇਉਂ ਲੱਗਦਾ ਸੀ ਬਈ ਉਹ ਸ਼ਾਇਦ ਬਿਨਾਂ ਪ੍ਰਾਣਾ ਤੇ ਕੋਈ ਬੰਦਾ ਬੈਠਾ, ਮੂਰਤੀ ਬੈਠੀ ਐ ਹੋ ਜਾਣੀ ਸੀ ਬਈ ਇਹ 'ਚ ਪ੍ਰਾਣ ਨਹੀਂ ਹੈਗੇ। ਉਹ ਮਾੜਾ ਮੋਟਾ ਹੱਥੇ ਹਿਲਦਾ ਹੋਣਾ ਉਹਦਾ, ਹੋਰ ਸਰੀਰ ਨਹੀਂ ਸੀ ਹਿਲਦਾ ਉਹਦਾ। ਇਹ ਬਾਜਤ ਬਾਜ ਮਿਰਦੰਗ ਗਣੰਗ ਡੱਬ ਢੋਲਤ ਝਾਂਜ ਮੁਚੰਗ ਬਣੰਗ। ਹੁਣ ਰਾਜਾ ਲੰਘਿਆ ਜਾਂਦਾ ਸੀ,
ਢੋਲ ਢਮੱਕੇ ਵੱਜਦੇ ਸੀ, ਡੱਫਾਂ ਵੱਜਦੀਆਂ ਸੀਆਂ, ਸਮਝਿਆ ਨਹੀਂ, ਔਰ ਨਾਦ ਵੱਜਦੇ ਸੀ, ਰੌਲਾ ਗੌਲਾ ਹੁੰਦਾ ਸੀ। ਉਹ ਰਸਤੇ ਦੇ ਕੋਲ ਉਹ ਬੈਠਾ ਸੀ, ਉਹਦੇ ਕੋਲ ਦੀ ਉਹ ਲੰਘੇ ਜਾਂਦੇ ਸੀ, ਲੰਘ ਕੇ ਉਹ ਲਖੇ ਜਾਂਦੇ ਨੇ। ਡੱਫ ਢੋਲਤ ਚਾਂਜ ਬਚੰਗ ਬਣੇ। ਹਾਂ ਹਾਂ, ਉੱਚੀ ਉੱਚੀ ਬੋਲਦੇ ਸੀ। ਢੋਲ ਡੱਫ ਹੁੰਦੀ ਹੈ ਹੱਥ ਨਾਲ ਵਜਾਉਣ ਵਾਲੀ, ਢੋਲ ਹੁੰਦਾ ਦੋਹਾਂ ਪਾਸਿਆਂ ਤੇ ਵਜਾਉਣ ਵਾਲਾ। ਹਾਂ, ਚਾਂਜ ਬਚੰਗ ਬਣੇ। ਡੱਫ ਢੋਲਤ ਚਾਂਜ ਬਚੰਗ ਬਣੇ। ਬਹੁਤ ਉੱਚੀ ਆਵਾਜ਼ ਨਾਲ ਕਰਦੇ ਸੀ ਨਾ, ਉੱਚੀ ਆਵਾਜ਼ ਕਰ ਰਹੇ ਸੀ ਉਹ। ਦਲ ਨਾਥ ਲੈ ਬਹੁ ਸੰਗ ਦਲਿੰਗ, ਜਲ ਬਾਰਦ ਜਾਨ ਪਰ ਲੈ ਉਛਲੰਗ। ਉਹ ਐਂ ਜਾ ਰਹੇ ਸੀਗੇ ਜਿਵੇਂ ਸਮਝੋ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਨਾ, ਚੜੀਆਂ ਪਰਲੇ ਆ ਜਾਣੀ ਹੁੰਦੀ ਹੈ, ਉਹ ਐਂ ਸੈਨਾ ਜਾ ਰਹੀ ਸੀ ਪਰਲਿਆ ਵਾਂਗੂ। ਦਲ ਨਾਥ ਲੈ ਬਹੁ ਸੰਗ ਦਲਿੰਗ, ਜਲ ਬਾਰਦ ਜਾਨ ਪਰ ਲੈ ਉਛਲੰਗ। ਹਾਂ, ਬਾਰਦ ਪਾਣੀ ਦੀ ਜਿਵੇਂ ਛੱਲਾਂ ਜਾਂਦੀਆਂ ਹੁੰਦੀਆਂ ਨੇ। ਹੈ ਹਿੰਸਤ ਚਿੰਸਤ ਗੂੜ ਗਜੰਗ, ਗੱਜ ਗੱਜਤ ਲੱਜਤ ਸੁੰਡ ਲਜਿੰਗ। ਉਹ ਗੱਜ ਨੇ ਜਿਹੜੇ ਹਾਥੀ ਨੇ, ਉਹ ਝੰਗਾੜਦੇ ਨੇ, ਘੋੜੇ ਨੇ ਉਹ ਟੱਪਦੇ ਨੇ, ਉਹਨਾਂ ਦੇ ਆਵਾਜ਼ ਆਉਣੀ ਉਹ ਸੀ। ਹੁਣ ਘੋੜਿਆਂ ਦੀ ਪੌੜਾਂ ਦੀ ਆਵਾਜ਼, ਹਾਥੀਆਂ ਦੇ ਝੰਗਾੜਨ ਦੀ ਆਵਾਜ਼, ਔਰ ਸਾਰੇ ਹੁਣ ਆਵਾਜ਼ ਤਾਂ ਆਉਣੀ ਉਹ ਸੀ ਜਦ ਇੰਨਾ ਲਓ ਲਸ਼ਕਰ ਜਾ ਰਿਹਾ। ਗੱਜ ਗੱਜਤ ਲੱਜਤ ਉਹ ਗੱਜਦੇ ਨੇ, ਐਂ ਗੱਜਦੇ ਨੇ। ਲੱਜਤ ਜਿਵੇਂ ਬੱਦਲ ਗੱਜਦਾ ਹੁੰਦਾ, ਉਹ ਵੀ ਸ਼ਰਮਸਾਰ ਹੁੰਦਾ, ਇੰਨੀ ਉੱਚੀ ਗੱਜਦੇ ਨੇ ਹਾਥੀ। ਉਹ ਤਾਂ ਪ੍ਰਮਾਣ ਦੇ ਰਹੇ ਨੇ ਕਵਿਤਾ ਦਾ। ਇਹ ਕਵੀਆਂ ਦੇ ਉਹ ਹੁੰਦੇ ਨੇ ਕਵਿਤਾ ਦੇ ਵਿੱਚ ਦੇਣ ਦੇ ਪ੍ਰਮਾਣ। ਇਹ ਜਾਣੀ ਇਹ ਪ੍ਰਸੰਗ ਹੈਗਾ, ਸਮਝ ਲਓ ਇਤਿਹਾਸਕ। ਇਹ ਗੁਰਬਾਣੀ ਦੇ ਵਾਂਗੂ ਨਹੀਂ ਚੱਲਦੀ ਇਹ ਗੱਲ ਵੀ ਤੁਸੀਂ ਵਧਾ ਘਟਾ ਕੇ ਨਹੀਂ ਲਿਖ ਸਕਦੇ। ਗੁਰਬਾਣੀ ਹੋਰ ਚੀਜ਼ ਹੈ, ਤਾਂ ਇੱਕ ਪ੍ਰਸੰਗ ਚੱਲਿਆ, ਪ੍ਰਸੰਗ ਦੇ ਵਿੱਚ ਕੁਝ ਹੋਰ ਜਿਹੜੀ ਚੀਜ਼ ਦੇਣਗੇ ਉਹ ਤੱਤ ਦੇਣਗੇ। ਇਹ ਤੱਤ ਨਹੀਂ ਹੈ, ਇਹ ਇੱਥੇ ਵਧਾ ਘਟਾ ਕੇ ਗੱਲ ਕਹੀ ਜਾ ਸਕਦੀ ਹੈ। ਜਿਹੜਾ ਤੱਤ ਹੈ ਉਹ ਗੱਲ ਹੋਰ ਹੈ। ਦਰਮ ਢਾਹਤ ਗਾਹਤ ਗੂੜ ਦਲੰਗ, ਕਰ ਖੀਜਤ ਸੀਜਤ ਧਾਰ ਜਲੰਗ। ਹਾਂ, ਬੜੇ ਬੜੇ ਜਿਹੜੇ ਦਰਖਤ ਨੇ ਰਾਹ ਦੇ ਵਿੱਚ ਆਉਂਦੇ, ਜਿਵੇਂ ਹਾਥੀ ਜਾਂਦਾ, ਕੋਈ ਟਾਹਣਾ ਆਇਆ ਟੇਢਾ, ਉਹ ਟਾਹਣਿਆਂ ਨੂੰ ਵੱਢ ਰਹੇ ਨੇ, ਕੋਈ ਦਰਖਤਾਂ ਨੂੰ ਰਾਹ 'ਚੋਂ ਪੱਟ ਰਹੇ ਨੇ, ਲੰਘਦਾ। ਕਿਉਂਕਿ ਕਿਹੜੇ ਰਸਤੇ ਹੁੰਦੇ ਸੀ, ਹੋ ਸਕਦਾ ਨਾ ਰਾਹ ਜਾਂਦੇ ਹੋਣ, ਜੰਗਲ 'ਚ ਜਾਂਦੇ ਹੋਣ, ਅਤੇ ਉਹ ਜਿਹੜੇ ਰਾਹ ਦੇ ਵਿੱਚ ਰੁੱਖ ਸੀ ਮੂਹਰੇ, ਅੱਗੇ ਅੱਗੇ ਜਾ ਕੇ ਵੱਢਦੇ ਜਾਂਦੇ ਸੀ, ਉਹ ਰਾਹ ਸਾਫ਼ ਕਰਦੇ ਜਾਂਦੇ ਸੀ ਲੋਕ। ਹੁਣ ਜਦ ਦਰਖਤ ਵੱਢਿਆ ਜਾਊਗਾ, ਕੋਈ ਵੱਢ ਕੇ ਟਾਹਣਾ ਥੱਲੇ ਡਿੱਗੂਗਾ, ਉਹਦਾ ਵੀ ਆਵਾਜ਼ ਆਊਗੀ। ਕਹਿਣ ਦਾ ਮਤਲਬ ਉਹਨਾਂ ਦੀ ਆਵਾਜ਼ ਵੱਖਰੀ ਸੀ। ਦਰਖਤ ਨੂੰ ਕੋਈ ਕੱਟੂਗਾ ਕੁਹਾੜੇ ਨਾਲ, ਉਹਦੀ ਵੀ ਆਵਾਜ਼ ਆਊਗੀ। ਇਹ ਵੀ ਆਵਾਜ਼ ਦੇ ਵਿੱਚ ਸ਼ਾਮਲ ਹੈ। ਸੁਖ ਪਾਵਤ ਧਾਵਤ ਪੇਖ ਪ੍ਰਭੰਗ, ਅਭਿਲੋਕ ਵਿਮੋਹਤ ਰਾਜ ਸੁਭੰਗ। ਹਾਂ, ਉਹ ਜਿਹੜਾ ਰਾਜਾ ਸੀ, ਉਹਦਾ ਜਿਹੜਾ ਸੁਖ ਪਾਵਤ ਧਾਵਤ ਪੇਖ ਪ੍ਰਭੰਗ, ਉਹਦੀ ਪ੍ਰਭਾ ਨੂੰ ਵੇਖ ਕੇ, ਰਾਜੇ ਦੀ ਸ਼ਾਨੋ ਸ਼ੌਕਤ ਨੂੰ ਦੇਖ ਕੇ, ਉਹ ਜਿਹੜੇ ਲੋਕ ਸੀ, ਪ੍ਰਜਾ ਸੀ, ਉਹ ਬੜੇ ਪ੍ਰਸੰਨ ਹੁੰਦੇ ਸੀ। ਕਿ ਸਜੇ ਧਜੇ ਜਾਂਦੇ ਸੀ ਨਾ, ਉਹਦੇ ਬੜਾ ਉਹਨੂੰ ਲੋਕ ਜਿਹੜੇ ਦੇਖਦੇ ਸੀ, ਪ੍ਰਜਾ ਦੇ ਲੋਕ ਆਲੇ ਦੁਆਲੇ, ਉਹ ਬੜੇ ਖੁਸ਼ ਹੁੰਦੇ ਸੀ ਦੇਖ ਕੇ, ਪ੍ਰਸੰਨ ਹੁੰਦੇ ਸੀ। ਅਭਿਲੋਕ ਵਿਮੋਹਤ, ਅਵਲੋਕ ਦੇਖ ਕੇ ਲੋਕ ਉਹਨੂੰ, ਅਵਲੋਕ ਦਾ ਮਤਲਬ ਦੇਖਣਾ, ਦੇਖ ਕੇ ਬੜੇ ਪ੍ਰਸੰਨ ਹੋ ਰਹੇ ਸੀ, ਉਹਨਾਂ ਨੂੰ ਬੜੀ ਪ੍ਰਸੰਨਤਾ ਮਿਲ ਰਹੀ ਸੀ। ਚਪ ਡਾਰਤ ਚਾਚਰ ਭਾਨ ਸੁਅੰਗ। ਹਾਂ, ਸੁਖ ਪਾਵਤ ਦੇਖ ਨਰੇਸ਼ ਭੂੰਗ। ਨਰੇਸ਼ ਦਾ ਜਿਹੜਾ ਸੀਗਾ, ਉਹ ਉਹਦੇ ਉੱਤੇ ਗੁਲਾਲ ਪਾਉਂਦੇ ਸੀ ਲੋਕ, ਫੁੱਲ ਸੁੱਟਦੇ ਸੀ ਲੋਕ। ਧਰਤੀ ਵੀ ਉਹ ਜਿਹੀ ਹੋ ਜਾਂਦੀ ਸੀ ਥੱਲੇ, ਜਦ ਹੁਣ ਫੁੱਲ ਸੁੱਟਣਗੇ ਨਿੰਗੂਗਾ ਧਰਤੀ ਵੀ ਸੋਹਣੀ ਹੁੰਦੀ ਜਾਂਦੀ ਸੀ ਜਾਂ ਉਹ 'ਤੇ ਕੋਈ ਗੁਲਾਲ ਪਾਉਂਦਾ ਸੀ। ਉਹ ਰਾਜਿਆਂ 'ਤੇ ਅੱਗੇ ਇੱਦਾਂ ਪਾਉਂਦੇ ਹੁੰਦੇ ਸੀ, ਇਹ ਸ਼ੁਭ ਮੰਨੇ ਜਾਂਦੇ ਸੀ। ਚਾਹੇ ਰਾਜੇ 'ਤੇ ਪੈ ਵੀ ਜਾਵੇ ਗੁਲਾਲ, ਉਹ ਗੁੱਸਾ ਨਹੀਂ ਸੀ ਕਰਦੇ। ਇਹ ਜਾਣੀ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ। ਫੁੱਲ ਸੁੱਟਦੇ ਨੇ ਜਾਂ ਗੁਲਾਲ ਪਾ ਦੇਣਾ। ਉਹ ਰਾਜੇ 'ਤੇ ਕਿਹੜਾ ਪੈਂਦਾ ਹੁੰਦਾ ਗੁਲਾਲ, ਐਡੀ ਦੂਰ ਜਾ ਕੇ ਦੂਰ ਖੜਾ ਹੁੰਦਾ। ਉਹ ਇੱਕ ਐਂ ਹੁੰਦਾ ਵੀ ਤੇਰਾ ਸਤਿਕਾਰ ਕਰਦੇ ਨੇ ਲੋਕ, ਸਤਿਕਾਰ ਕਰਨ ਨੂੰ। ਇਹ ਹੋਲੀ ਗੁਲਾਲ ਜਾਤੇ ਹੀ ਚੱਲਿਆ ਹੋਇਆ। ਇਹ ਰਾਜਾਂ 'ਤੇ ਪਾਉਂਦੇ ਹੀ ਹੁੰਦੇ ਸੀ ਇਹ ਲੋਕ, ਉਹ ਸ਼ੁਭ ਮੰਨਿਆ ਜਾਂਦਾ। ਜਿਵੇਂ ਫੁੱਲ ਸੁੱਟਦੇ ਆਪਾਂ, ਗੁਰੂ ਗ੍ਰੰਥ ਸਾਹਿਬ ਜਾਂਦਾ ਫੁੱਲ ਨਹੀਂ ਸੁੱਟ ਦਿੰਦੇ ਲੋਕ,
ਕੋਈ ਮਾੜਾ ਥੋੜੀ ਮੰਨਿਆ ਜਾਂਦਾ, ਇਹਨੂੰ ਸ਼ੁਭ ਮੰਨਿਆ ਜਾਂਦਾ, ਆਦਰ ਮੰਨਿਆ ਜਾਂਦਾ, ਵੀ ਸਤਿਕਾਰ ਕਰਦੇ ਨੇ। ਹਾਂਜੀ। ਚੱਕ ਡਾਰਤ ਚਾਚਰ ਭਾਨ ਸੁਅੰਗ ਸੁਖ ਪਾਵਤ ਦੇਖ ਨਰੇਸ਼ ਭੁੰਗ। ਹਾਂ, ਉਹ ਜਿਹੜਾ ਨਰੇਸ਼ ਹੈ, ਧਰਤੀ ਜਿਹੜੀ ਹੈ, ਉਹਨੂੰ ਦੇਖ ਕੇ ਨਰੇਸ਼ ਵੀ ਖੁਸ਼ ਹੁੰਦਾ ਵੀ ਮੇਰਾ ਆਦਰ ਸਤਿਕਾਰ ਕਰਦੇ ਨੇ, ਉਹ ਸਾਰੇ ਲੋਕ ਆਦਰ ਕਰਦੇ ਨੇ। ਗੱਜ ਗਲ ਗੱਜਤ ਢੋਲ ਮਿਰਦੰਗ ਸੁਰੰਗ ਬਹੁ ਬਾਜਤ ਨਾਦ ਨੈਂਗ ਮੁਰਜੰਗ। ਉਹ ਹਾਥੀ ਵੀ ਬੋਲਦੇ ਨੇ, ਨਗਾਰੇ ਢੋਲ ਵੀ ਬੋਲਦੇ ਨੇ, ਗੱਜਦੇ ਨੇ, ਇੰਨਾ ਮਤਲਬ ਡੱਫਾਂ ਵੀ ਵੱਜਦੀਆਂ ਨੇ, ਇੰਨਾ ਸ਼ੋਰ ਸ਼ਰਾਬਾ ਹੋ ਰਿਹਾ ਹੈ ਜਦ ਰਾਜਾ ਲੰਘਿਆ। ਪਰ ਉਹ ਜਿਹੜਾ ਤੀਰ ਬਣਾਉਣ ਵਾਲਾ ਹੈ, ਉਹਦੀ ਗੱਲ ਆਊਗੀ ਹੁਣ। ਉਹ ਆਪਣੀ ਨੀਵੀਂ ਪਾ ਕੇ ਪਤੰਦਰ ਤੀਰ ਬਣਾਈ ਗਿਆ, ਉਹਨੇ ਨਹੀਂ ਦੇਖਿਆ ਕੌਣ ਜਾਂਦਾ ਕੌਣ ਨਹੀਂ ਜਾਂਦਾ। ਗੱਲ ਸਾਰੀ ਸ਼ੋਰ ਸ਼ਰਾਬੇ ਦੀ ਕਹੀ ਹੈ ਪਹਿਲਾਂ, ਵੀ ਇੰਨਾ ਸ਼ੋਰ ਸ਼ਰਾਬੇ ਦੇ ਬਾਵਜੂਦ ਵੀ ਕਲ ਕਿੰਕਣ ਭੂਖਤ ਅੰਗ ਬਰੰਗ ਤਨ ਲੇਪਤ ਚੰਦਨ ਚਾਰ ਪ੍ਰਵੰਗ। ਹਾਂ, ਉਹ ਜਿਹੜਾ ਫਿਰ ਉਹਦੇ ਬਾਅਦ ਕੌਣ ਆਇਆ, ਉਹਦੇ ਬਾਅਦ ਲੰਘਿਆ ਫਿਰ ਦੱਤ ਆਇਆ। ਉਹਨਾਂ ਦੇ ਲਾਇਆ ਹੋਇਆ ਆਪਣੇ ਜਿਹੜਾ ਚੰਦਨ ਮਲਿਆ ਹੋਇਆ ਲੋਕਾਂ ਦੇ ਮੱਥਿਆਂ ਨੂੰ ਮਲਦੇ ਹੁੰਦੇ ਸਾਧੂ, ਚੰਦਨ ਲਾ ਕੇ ਉਹ ਵੀ ਆਪਣੇ ਨਾਦ ਵਜਾਉਂਦੇ, ਸ਼ੋਰ ਸ਼ਰਾਬਾ ਕਰਦੇ, ਉਵੇਂ ਜਿਵੇਂ ਰਾਜਾ ਸ਼ੋਰ ਸ਼ਰਾਬਾ ਕਰਦਾ। ਰਾਜੇ ਨੂੰ ਜਾਣੀ ਘੱਟ ਸੀ, ਸ਼ੋਰ ਸ਼ਰਾਬਾ ਤਾਂ ਥਾ ਹੀ ਉਹਨਾਂ ਦਾ ਵੀ। ਇਹ ਵੀ ਆਪਣੇ ਆਪ ਨੂੰ ਰਾਜਾ ਹੀ ਸਮਝਦੇ ਹੁੰਦੇ ਨੇ, ਜਿੱਧਰ ਨੂੰ ਮਰਜ਼ੀ ਚਲੇ ਜਾਣ। ਰਾਜ ਤਾਂ ਕਰਨਾ ਨਹੀਂ ਹੁੰਦਾ, ਪਰ ਜਿੱਧਰ ਨੂੰ ਮਰਜ਼ੀ ਜਾ ਸਕਦੇ ਨੇ, ਕੋਈ ਰੋਕ ਟੋਕ ਨਹੀਂ ਹੁੰਦਾ, ਕੋਈ ਬੈਰੀਅਰ ਨਹੀਂ ਹੁੰਦਾ। ਜਿਹੜੇ ਰਾਜੇ ਦੇ ਰਾਜ ਤੋਂ ਦੂਏ ਦੇ ਚਲੇ ਜਾਣ, ਇਹਨਾਂ ਨੂੰ ਕੋਈ ਰੋਕਦਾ ਨਹੀਂ ਹੁੰਦਾ, ਨਹੀਂ ਤਾਂ ਬੈਰੀਅਰ ਤੇ ਰੋਕ ਲੈਂਦੇ ਨੇ ਨਾ। ਇਹਨਾਂ ਕੋਲ ਕੋਈ ਸਮਾਨ ਹੋਵੇ ਉਹ ਤੇ ਵੀ ਟੈਕਸ ਨਹੀਂ ਲੱਗਦਾ ਹੁੰਦਾ, ਨਹੀਂ ਤਾਂ ਸਮਾਨ ਲੱਗਦਾ ਨਾ ਬੈਰੀਅਰ ਦੇ ਉੱਤੇ ਟੈਕਸ। ਜੇ ਕੋਈ ਵੀ ਚੀਜ਼ ਇਹਨਾਂ ਕੋਲ ਹੋਵੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਪਹਿਲਾਂ ਤਾਂ ਇਹ ਇਹਨਾਂ ਦਾ ਸਾਧੂਆਂ ਦਾ ਐਸਾ ਸੁਭਾਅ ਹੈ। ਹਾਂਜੀ। ਕੱਲ ਕਿੰਕਣ ਭੂਖਤ ਅੰਗ ਬਰੰਗ, ਕਿੰਕਣੀਆਂ ਵੱਜਦੀਆਂ ਨੇ। ਹਾਂ, ਤਨ ਲੇਪਤ ਚੰਦਨ ਚਾਰ ਪ੍ਰਵੰਗ। ਆਹੋ, ਚੰਦਨ ਦਾ ਲੇਪ ਕੀਤਾ ਹੋਇਆ, ਜਾਣੀ ਚਾਰ ਚੰਦ ਲਾਉਂਦਾ ਚੰਦਨ ਦਾ ਲੇਪ ਵੀ। ਹੋਰ ਉਹਨਾਂ ਨੂੰ ਉਹਨਾਂ ਦੀ ਸੋਭਾ, ਉਹ ਰਾਜਿਆਂ ਦੇ ਤਾਂ ਜਰੀ ਪਾਈ ਹੋਈ ਹੈ, ਭੂਖਣ ਪਾਏ, ਇਹਨਾਂ ਦੇ ਤਾਂ ਚੰਦਨੇ ਲਿਪਿਆ ਹੋਣਾ, ਤੇ ਇਹਨਾਂ ਦੇ ਹੋਰ ਕੀ ਹੋਣਾ ਦਾ। ਇਹਨਾਂ ਦਾ ਇਹੀ ਸ਼ਿੰਗਾਰ ਹੈ। ਹੁਣ ਇਹਨਾਂ ਦਾ ਸ਼ਿੰਗਾਰ ਸਾਧੂਆਂ ਦਾ ਚੰਦਨ ਹੀ ਹੈ ਬਸ ਪਾਇਆ ਹੋਇਆ। ਪਿੰਡੇ ਤਾਂ ਨੰਗੇ ਹੀ ਹੁੰਦੇ ਨੇ ਬਹੁਤਿਆਂ ਦੇ, ਕਿਸੇ ਕਿਸੇ ਦੇ ਪਾਏ ਹੁੰਦੇ ਨੇ ਕੱਪੜੇ। ਮਿਰਦ ਡੋਲਤ ਬੋਲਤ ਬਾਤ ਮੁਖੰਗ ਗ੍ਰਹਿ ਆਵਤ ਖੇਲ ਅਖੇਟ ਸੁਖੰਗ। ਹਾਂ, ਇੱਕ ਦੂਏ ਨਾਲ ਗੱਲਾਂ ਵੀ ਕਰਦੇ ਨੇ, ਬੋਲਦੇ ਨੇ। ਜਾਂ ਹੁਣ ਇੰਨੇ ਆਦਮੀ ਜਾਣਗੇ ਬੋਲਣਗੇ ਤਾਂ ਸਹੀ ਹੋ, ਕੁਛ ਨਾ ਕੁਛ ਗੱਲਾਂ ਬਾਤਾਂ ਕਰਦੇ ਨੇ, ਜਾਂਦੇ ਨੇ, ਬੋਲਦੇ ਜਾਂਦੇ ਨੇ। ਖੇਲ ਅਖੇਟ ਵੀ ਕੁਛ ਕਰਦੇ ਨੇ ਇੱਕ ਦੂਏ ਨੂੰ, ਜਿਵੇਂ ਮਖੌਲ ਕਰ ਦੇਣਾ, ਹਾਸਾ ਮਖੌਲ ਕਰਦੇ ਵੀ ਜਾਂਦੇ ਨੇ। ਉਹਦੇ ਨਾਲ ਵੀ ਆਵਾਜ਼ ਤਾਂ ਪੈਦਾ ਹੁੰਦੀ ਹੈ ਨਾ। ਮੁਖ ਪੋਸ਼ ਗੁਲਾਬ ਫਲੇਲ ਸੁਭੰਗ ਕਲ ਕੱਜਲ ਸੋਹਤ ਚਾਰ ਰਖ ਚਖੰਗ। ਹਾਂ, ਕਈਆਂ ਦੇ ਫੁੱਲ ਟੰਗੇ ਹੋਏ ਨੇ, ਫੁੱਲ ਪਾਏ ਨੇ, ਹਾਰ ਪਾਏ ਹੋਏ ਨੇ, ਕਈ ਕੁਛ ਕੀਤਾ ਹੋਇਆ, ਸਮਝਿਆ ਨਹੀਂ। ਇਹ ਆਪਣੀ ਉਹਨਾਂ ਨੇ ਇਸ ਤਰੀਕੇ ਦੀ ਇੱਥੇ ਬੰਨੇ ਹੁੰਦੇ ਨੇ, ਫੁੱਲ ਬੰਨ ਲੈਂਦੇ ਨੇ ਡੋਲਿਆਂ ਤੇ। ਉਹ ਉਹਨਾਂ ਦਾ ਬਸ ਇਹੀ ਹੁੰਦਾ ਇਹ ਜਿਹਾ। ਹਾਂ, ਮੁਖ ਉਜਲ ਚੰਦ ਸਮਾਨ ਸੁਭੰਗ ਅਭੀ ਲੋਕ ਛਕੇ ਗਣ। ਹਾਂ, ਮੁੱਖ ਤੇ ਭਭੂਤੀ ਮਣੀ ਹੋਈ ਹੈ ਬਹੁਤਿਆਂ ਦੇ, ਸੁਆਹ ਮੜ ਲੈਂਦੇ ਨੇ ਨਾ, ਸੁਆਹ ਮੜੀ ਹੋਈ ਹੈ, ਉਜਲ ਮੁੱਖ ਕੀਤੇ ਹੋਏ ਨੇ। ਉਹਨਾਂ ਦਾ ਇਹੀ ਪਾਊਡਰ ਹੈ ਆਪਣਾ। ਪਾਊਡਰ ਮੇਰਾ ਖਿਆਲ ਲੱਗਿਆ ਹੀ ਤਾਂ ਹੋਊਗਾ, ਪਹਿਲਾਂ ਇਹ ਲਾਉਂਦੇ, ਪਾਊਡਰ ਬਾਅਦ ਚ ਲੋਕ ਲਾਉਣ ਲੱਗੇ ਹੋਣੇ ਨੇ। ਸਾਧੂ ਪਹਿਲਾਂ ਤਾਂ ਹੀ ਲਾਉਂਦੇ ਨੇ, ਇਹ ਜਦ ਹੋਣਾ ਹੀ ਨਹੀਂ ਲਾਉਂਦਾ ਕੋਈ। ਮੁੱਖ ਉਜਲ ਚੰਦ ਸਮਾਨ ਸੁਭੰਗ। ਹਾਂ, ਚੰਦ ਸਮਾਨ ਨੂੰ ਸ਼ੋਭਾ ਪਾ ਰਹੇ ਨੇ ਮੁੱਖ ਉਹਨਾਂ ਦੇ ਭੂਤੀ ਨਾਲ। ਅਭੀ ਲੋਕ ਛਕੇ ਗਣ ਰੰਦ ਬਿਸ਼ੰਗ। ਹਾਂ, ਲੋਕ ਦੇਖ ਕੇ, ਜਿਹੜੇ ਦੇਖਦੇ ਨੇ ਲੋਕ, ਉਹ ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਆਕਰਸ਼ਣ ਕਰਦੇ ਨੇ। ਸ਼ੁਭ ਸੋਭਤ ਹਾਰ ਅਪਾਰ ਉਰੰਗ ਤਿਲਕੰਗ ਦੂਤ ਕੇਸਰ ਚਾਰ ਪ੍ਰਵੰਗ। ਕੇਸਰ ਦੇ ਤਿਲਕ ਲਾਏ ਹੋਏ ਨੇ ਕਈਆਂ ਨੇ, ਜਿਹੜੇ ਹੁਣ ਕੁਛ ਕੇਸਰ ਵਾਲੇ ਵੀ ਹੁੰਦੇ ਨੇ, ਅਮੀਰ ਹੁੰਦੇ ਨੇ, ਕੁਝ ਵਿਚਾਰੇ ਸੁਆਹ ਮਾਰਨ ਵਾਲੇ ਹੀ ਹੁੰਦੇ ਨੇ। ਉਹਨਾਂ 'ਚ ਵੀ ਤਾਂ ਕੈਟਾਗਰੀਆਂ ਨੇ ਨਾ, ਅਮੀਰਾਂ ਗਰੀਬਾਂ ਦੀਆਂ, ਸਾਧਾਂ ਦੇ ਵਿੱਚ ਵੀ। ਕਈਆਂ ਦੇ ਕੇਸਰ ਦੇ ਤਿਲਕ ਲਾਏ ਹੋਏ ਨੇ, ਸ਼ੁਭ ਨੇ,
ਸਮਝੇ? ਸੁਭ ਸੋਭਤ ਹਾਰ ਅਪਾਰ ਉਰੇ। ਕਈਆਂ ਦੇ ਗਲਾਂ ਵਿੱਚ ਹਾਰ ਪਾਏ ਹੋਏ ਨੇ। ਹਾਰ ਅਸਲ 'ਚ ਆਪ ਨਹੀਂ ਪਾਉਂਦੇ ਹੁੰਦੇ ਇਹ ਸੰਤ ਜਿਹੜੇ ਨੇ। ਹਰ ਸੰਤ ਦੇ ਕੋਈ ਚੇਲੇ ਹੁੰਦੇ ਨੇ, ਚੇਲੇ ਲਿਆ ਕੇ ਹਾਰ ਆਪ ਪਾ ਦਿੰਦੇ ਨੇ, ਚਾਹੇ ਉਹ ਆਪੇ ਪਾਉਂਦੇ ਹੁਣ। ਸਮਝਿਆ ਨਹੀਂ? ਅਸਲ 'ਚ ਭਾਵਨਾ ਕੀ ਹੁੰਦੀ ਹੈ ਅੰਦਰ? ਭਾਵਨਾ ਸਮਝ ਗਏ ਤੁਸੀਂ? ਭਾਵਨਾ ਬੜਾ ਬਣਦੀ ਹੋਈ ਹੈ। ਦੂਜਿਆਂ 'ਚੋਂ ਮੈਨੂੰ ਬੜਾ ਪਛਾਣ ਲੋਕ ਜਾਂਦੇ ਨੂੰ, ਭਾਵਨਾ ਅੰਦਰ ਉਹੀ ਹੈ। ਇਸ ਕਰਕੇ ਅਜੋਂ ਇਹ ਉਹ ਅਵਸਥਾ ਤੇ ਨੀਵੀਂ ਅਵਸਥਾ ਦੀ ਖੇਡ ਹੈ ਮੰਨੀ ਹੋਈ ਗੁਰਬਾਣੀ ਨੇ। ਆ ਜਿਹੜੀ ਕਹਿ ਗਏ ਨਾ ਹਾਰ ਪਾਏ ਹੋਏ ਨੇ ਵਿੱਚ, ਤਾਂ ਕਹਿ ਗਏ ਬੜੇ ਬਣਨ ਦੀ ਅਵਸਥਾ। ਬੜਾ ਜਿਹੜਾ ਹੋਊ ਤਾਂ ਸਮਾਂ ਛੋਟਾ ਬਣ ਕੇ ਰਹੇ, ਪਰ ਬੜਾ ਜਦ ਵਡਿਆਈ ਦਿਖਾਉਂਦਾ ਉਹ ਤਾਂ ਬੜਾ ਹੈ ਨਹੀਂ, ਅੰਦਰੋਂ ਨਹੀਂ ਬੜਾ ਹੈ। ਕੁਝ ਗੱਲਾਂ ਐਸੀਆਂ ਕਹਿ ਰਹੇ ਨੇ ਜਿਹੜੀਆਂ ਜਾਣਬੁੱਝ ਕੇ ਕਹਿ ਰਹੇ ਨੇ, ਜਿਨ੍ਹਾਂ ਦੀ ਨਿੰਦਿਆ ਗੁਰਬਾਣੀ ਅੱਜ ਕੀਤੀ ਹੋਈ ਹੈ। ਵੀ ਇੱਥੇ ਸਾਧੂ ਜਾ ਰਹੇ ਨੇ, ਪਰ ਆਹ ਕੁਛ ਨਕਸ਼ਾ ਉਹਨਾਂ ਦਾ ਦੱਸ ਰਹੇ ਨੇ। ਗੁਰਬਾਣੀ ਤੋਂ ਨੀਵੇਂ ਪੱਧਰ ਦੀ ਗੱਲ ਹੈ। ਇਸ ਕਰਕੇ ਇਹ ਦੱਤ ਉਹ ਹੈ ਜਿਹਨੇ ਸੰਨਿਆਸ ਚਲਾਇਆ ਹੈ, ਸੰਨਿਆਸ ਦੱਤ ਤੋਂ ਚੱਲਿਆ ਹੈ। ਇਸ ਕਰਕੇ ਜੋਗੀ ਔਰ ਸੰਨਿਆਸੀ ਉਸ ਅਵਸਥਾ ਨੂੰ ਤਾਂ ਨਹੀਂ ਪਹੁੰਚੇ ਕਿ ਇਹਨਾਂ 'ਚ ਵੱਡਾ ਬਣਨ ਦੀ ਭਾਵਨਾ ਰਹੀ ਹੈ, ਹੁਣ ਵੀ ਹੈ। ਹਾਂਜੀ। ਅਨ ਸੰਖ ਸ਼ੂਹਣ ਸੰਗ ਦਲਿੰਗ ਤੈ ਜਾਤ ਭਏ ਸਨ ਸਹਿਨ ਮਗਨ। ਕਈ ਛੂਹਣੀਆਂ ਮਤਲਬ ਹੈ ਸੰਖ ਵੱਜਦੇ ਨੇ। ਅੱਛਾ, ਇਹ ਵੀ ਹੁੰਦਾ ਸੀ, ਉਹ ਜਿਹਦੇ ਹਾਰ ਪਾਇਆ ਹੁੰਦਾ ਸੀ ਨਾ, ਉਹਦੇ ਮੂਹਰੇ ਹੀ ਉਹਦੇ ਚੇਲੇ ਸੰਖ ਵਜਾਉਂਦੇ ਜਾਂਦੇ ਹੁੰਦੇ ਸੀ, ਜਿਵੇਂ ਰਾਜੇ ਦੇ ਮੂਹਰੇ ਜਾਂਦੇ ਹੁੰਦੇ ਨੇ। ਇਹ ਉਹ ਦੂਏ ਦੇ ਦੂਏ ਮੂਹਰੇ ਜਾਂਦੇ ਨੇ, ਤੀਏ ਦੇ ਤੀਏ ਮੂਹਰੇ ਜਾਂਦੇ ਨੇ। ਉਹ ਪਤਾ ਲੱਗਦਾ ਸੀ ਵੀ ਇਹ ਗੁਰੂ ਹੈ। ਇੱਕ ਤਾਂ ਹੁੰਦਾ 108, ਇੱਕ ਹੁੰਦਾ 1008। ਉਹਦਾ 1008 ਹੈ, ਉਹਦੇ ਮੂਹਰੇ ਹੁੰਦੇ ਸੀ ਇਹ। ਹਾਂਜੀ। ਅਨ ਸੰਖ ਸ਼ੂਹਣ ਸੰਗ ਦਲਿੰਗ ਤੈ ਜਾਤ ਭਏ ਸਨ ਸਹਿਨ ਮਗਨ। ਹਾਂ, ਜਿਵੇਂ ਸੈਨਾ ਜਾਂਦੀ ਹੁੰਦੀ ਹੈ ਰਾਜੇ ਦੀ, ਮਗਨ ਹੋਈ ਦੱਤ ਮੂਹਰੇ ਹੈ, ਪਿੱਛੇ ਜਾਂਦੇ ਨੇ। ਦੱਤ ਨਹੀਂ ਕਿਸੇ ਨੂੰ ਕੁਛ ਕਹਿੰਦਾ ਵੀ ਤੈਂ ਕਿਉਂ ਤਿਲਕ ਲਾਇਆ, ਕਿਉਂ ਤੇਰੇ ਮੂਹਰੇ ਸੰਖ ਵੱਜਦੇ ਨੇ, ਕਿਉਂ ਤੈਂ ਹਾਰ ਪਾਇਆ, ਕਿਉਂ ਤੈਂ ਨਹੀਂ ਪਾਇਆ, ਕਿਉਂ ਤੈਂ ਸਵਾਏ ਕੱਲੀ ਮਲੀ ਹੈ, ਕਿਉਂ ਤੈਂ ਇਹ ਚੰਦਨ ਮਲਿਆ। ਸਮਝਿਆ ਨਹੀਂ? ਕਿਉਂ ਕਿਸੇ ਨੇ ਕੇਸਰ ਲਾਇਆ, ਵੀ ਦੂਆਂ ਨੂੰ ਕਿਉਂ ਨਹੀਂ। ਉਹ ਨਹੀਂ ਕਹਿੰਦਾ ਕਿਸੇ ਨੂੰ ਕੁਛ ਵੀ। ਜੇ ਨਹੀਂ ਕਹਿੰਦਾ ਤਾਂ ਇੱਥੇ ਦੁਆਇਤ ਭਾਵਨਾ ਵੀ ਹੈ। ਸਾਡੇ ਸੰਗਤ ਵਿੱਚ ਅਸੀਂ ਕਹਿੰਦੇ ਹਾਂ ਨਹੀਂ ਇੱਦਾਂ ਨਹੀਂ, ਇੱਦਾਂ ਕਰਨਾ। ਜੇ ਕਹਾਂਗੇ ਤਾਂ ਹੀ ਉਹ ਰੀਤ ਠੀਕ ਹੋਊਗੀ। ਉਪਦੇਸ਼ ਨਹੀਂ ਹੈ ਉੱਥੇ, ਮਨਮੱਤ ਹੈ। ਜਿੱਥੇ ਉਪਦੇਸ਼ ਨਹੀਂ, ਮਨਮੱਤ ਉੱਥੇ ਹਾਵੀ ਹੋ ਜਾਂਦੀ ਹੈ। ਸਾਡੇ ਇਹ ਸੀ ਵੀ ਜੇ ਕੋਈ ਜਰਾ ਵੀ ਗੁਰਮਤਿ ਤੇ ਉਲਟ ਗੱਲ ਕਰਦਾ, ਉਹਨੂੰ ਟੋਕੋ ਗੁਰਦੁਆਰੇ ਦੇ ਵਿੱਚ ਹੀ। ਉਹ ਟੋਕਣ ਤੇ ਅਸੀਂ ਹਟ ਗਏ, ਉਹਦਾ ਰਿਜ਼ਲਟ ਚੰਗਾ ਨਹੀਂ ਹੋਇਆ। ਕੋਈ ਗਲਤ ਪਾਠ ਕਰਕੇ ਉੱਠ ਜਾਂਦਾ, ਕਹਿੰਦਾ ਨਹੀਂ ਕੋਈ। ਜੇ ਕਹਿੰਦਾ ਤਾਂ ਬੁਰਾ ਮਨਾਉਂਦੇ ਨੇ। ਉਹ ਜਿਹੜਾ ਬੁਰਾ ਮਨਾਉਣਾ ਉਹ ਤੇ ਲੋਕ ਕਹਿਣ ਤੇ ਹਟ ਗਏ। ਜੇ ਕਹਿਣ ਤੇ ਹਟ ਗਏ, ਉਹਦੇ ਰਿਜ਼ਲਟ ਆਪਣੇ ਸਾਹਮਣੇ ਨੇ। ਟੋਕਣ ਤੇ ਹਟ ਗਏ ਤਾਂ ਰਿਜ਼ਲਟ ਵੀ ਸਾਹਮਣੇ ਨੇ ਸਾਡੇ। ਟੋਕਣਾ ਚਾਹੀਦਾ। ਜੇ ਸਕੂਲ ਦੇ ਵਿੱਚ ਬੱਚਿਆਂ ਨੂੰ ਟੋਕਿਆ ਨਾ ਜਾਵੇ, ਪੜ੍ਹਾਇਆ ਨਾ ਜਾਵੇ, ਡਿਸਪਲਿਨ ਤਾਂ ਰਹਿ ਨਹੀਂ ਸਕਦਾ, ਸਿੱਖਿਆ ਤਾਂ ਮਿਲ ਨਹੀਂ ਸਕਦੀ ਉੱਥੇ। ਸਿੱਖਿਆ ਜਦ ਹੀ ਹੈ ਜਦ ਕੋਈ ਉੱਥੇ ਸਿਖਾਵੇ, ਕੁਛ ਦੱਸੇ। ਇੱਥੇ ਕੋਈ ਦੱਸਿਆ ਨਹੀਂ ਜਾਂਦਾ ਕੁਛ ਵੀ। ਹਾਂਜੀ। ਫਿਰ ਆਏ ਗਏ ਤਾਂ ਪੈਂਡ ਮੁਨਿੰਗ ਕੱਲ ਬਾਜਤ ਸੰਖਨ ਨਾਦ ਧੁਨਿੰਗ। ਫਿਰ ਉਸੇ ਰਸਤੇ ਤੇ ਉਹ ਆ ਗਿਆ, ਜਿਹੜੇ ਰਸਤੇ ਰਾਜਾ ਗਿਆ ਹੈ ਉਸੇ ਰਸਤੇ ਤੇ ਆ ਗਿਆ, ਮੁਨੀ ਆ ਗਿਆ ਉਹਦੇ ਪਿੱਛੇ ਹੀ। ਹਾਂ, ਕੱਲ ਬਾਜਤ ਸੰਖਨ ਨਾਦ ਧੁਨਿੰਗ। ਹਾਂ, ਸੰਖ ਵੱਜਦੇ ਨੇ। ਨਾਦ ਸੰਖ ਤਾਂ ਹੁੰਦੇ ਨੇ ਨਾ ਉਹ ਛੋਟੇ ਜਿਹੇ, ਜਿਹੜੇ ਸਮੁੰਦਰ 'ਚੋਂ ਲੱਭਦੇ ਨੇ। ਨਾਦ ਹੁੰਦੇ ਨੇ ਉਹ ਬੜੇ ਨਰਸਿੰਘੇ, ਉਹਨਾਂ ਦੀ ਧੁਨੀ ਆਉਂਦੀ ਹੈ ਮੂਹਰੇ। ਅਭਿ ਲੋਕ ਤਹਾਂ ਇੱਕ ਬਾਣ ਕਰੇਂਗੇ ਸਿਰ ਮੀਚ ਮਨੋ ਲਿਖ ਚਿੱਤਰ ਧਰੇਂਗੇ। ਉਹ ਉੱਥੇ ਉਹਨਾਂ ਨੇ ਵੀ ਉਹੀ ਤੀਰ ਘੜਨ ਵਾਲਾ ਦੇਖਿਆ, ਗਰਦਨ ਨੀਵੀਂ ਕੀਤੀ ਹੋਈ ਹੈ ਥੱਲੇ ਨੂੰ, ਧਿਆਨ ਤੀਰ ਘੜਨ ਦੇ ਵਿੱਚ ਹੈ ਉਹਦਾ। ਐਂ ਸਮਝੋ ਜਿਵੇਂ ਪੱਥਰ ਦੀ ਕੋਈ ਮੂਰਤੀ ਬਣਾ ਕੇ ਰੱਖੀ ਹੋਈ ਹੁੰਦੀ ਹੈ। ਉੱਥੇ ਕਿਹਾ ਸੀ ਪ੍ਰਾਣਹੀਣ, ਕਿਹਾ ਸੀ
ਇੱਥੇ ਐਂ ਕਹਿਤਾ ਵੀ ਚਿੱਤਰ ਕੋਈ ਮੂਰਤੀ ਪੱਥਰ ਦੀ ਮੂਰਤੀ ਬਣਾ ਕੇ ਰੱਖੀ ਹੁੰਦੀ ਹੈ, ਇਸ ਤਰੀਕੇ ਨਾਲ ਉਹਦੀ ਜਿੱਥੇ ਗਰਦਨ ਹੈ ਉੱਥੇ ਹੀ ਹੈ ਟਿਕੀ ਹੋਈ। ਸਿਰ ਨੀਚ ਮਾੜੇ ਮੋਟੇ ਉਂਗਲੀਆਂ ਹੀ ਹਿਲਦੀਆਂ ਨੇ, ਹੋਰ ਕੁਝ ਵੀ ਨਹੀਂ ਹਿਲਦਾ। ਸਿਰ ਨੀਚੇ ਨੂੰ ਹੈ ਨਾ, ਨੀਚੇ ਨੂੰ ਧਿਆਨ ਜੋ ਨੀਚੇ ਨੂੰ ਹੈ, ਬਾਣ ਜੋ ਕਰ ਰਿਹਾ ਉਹ ਆਪਣਾ ਕੰਮ ਜੋ ਕਰ ਰਿਹਾ, ਕੰਮ 'ਚ ਧਿਆਨ ਹੈ। ਅਵਿਲੋਕ ਲਿਖੀ ਸਰ ਨੀਚ ਗਰਿੰਗ ਹਸ ਬੈਨ ਸੁਭਾਤ ਇਮਿਗ ਉਚਰਿੰਗ। ਹੁਣ ਮੂਹਰੇ ਜਾਂਦਾ ਸੀਗਾ ਆਪਣਾ ਦੱਤ ਧਿਆਨ ਰੱਖਦਾ ਸੀ ਆਪਣੇ ਆਲੇ ਦੁਆਲੇ, ਆਪਣੇ ਬੰਦਿਆਂ ਦਾ ਤਾਂ ਧਿਆਨ ਘੱਟ ਰੱਖਦਾ ਸੀ, ਉਹ ਆਲੇ ਦੁਆਲੇ ਦਾ ਧਿਆਨ ਰੱਖਦਾ ਸੀ। ਕੋਈ ਬੰਦਾ ਮਿਲੇ ਹੋਰ ਕੋਈ, ਦੱਤ ਨੇ ਬੜੀ ਗੌਰ ਨਾਲ ਦੇਖਿਆ ਉਹਨੂੰ, ਇਹ ਬੰਦੇ ਨੇ ਸਿਰੇ ਨਹੀਂ ਚੁੱਕਿਆ। ਅਸੀਂ ਲੰਘੇ ਜਾਂਦੇ ਹਾਂ, ਇੰਨਾ ਇੱਥੇ ਖੜਕਾ ਹੁੰਦਾ ਹੈ, ਨਹੀਂ ਆਦਮੀ ਆਵਾਜ਼ ਆਉਂਦੀ ਹੈ ਸਿਰ ਚੁੱਕ ਕੇ ਦੇਖ ਲੈਂਦਾ ਹੈ ਕੌਣ ਆਉਂਦਾ ਹੈ, ਵੀ ਕਿਤੇ ਇਹਨੇ ਸਿਰ ਚੁੱਕਿਆ ਹੀ ਨਹੀਂ ਹੈ। ਤੇ ਦੱਤ ਉੱਥੇ ਰੁਕ ਗਿਆ, ਉਹ ਦੂਜਿਆਂ ਨੂੰ ਹੱਥ ਮਾਰਤਾ ਵੀ ਤੁਸੀਂ ਚੱਲੋ, ਉਹ ਗਾਂ ਲੰਘੀ ਜਾਂਦੇ ਨੇ, ਦੱਤ ਰੁਕ ਗਿਆ। ਦੱਤ ਨੇ ਫਿਰ ਉਹਨੂੰ ਪੁੱਛਿਆ, ਦੱਤ ਨੇ ਉਹਨੂੰ ਪੁੱਛਿਆ, ਹਾਂ ਅਵਿਲੋਕ ਲਿਖੀ ਸਰ ਨੀਚ ਗਰਿੰਗ ਹਸ ਬੈਨ ਸੁਭਾਤ ਇਮਿਗ ਉਚਰਿੰਗ। ਹਾਂ ਰਿਖੀ ਨੇ ਉਹਨੂੰ ਜਦ ਨਹੀਂ ਸਿਰ ਚੁੱਕਿਆ, ਰੁਕ ਵੀ ਗਿਆ ਰਿਖੀ ਉੱਥੇ ਦੱਤ, ਤਾਂ ਉਹਨੇ ਹੱਸ ਕੇ ਉਹਨੂੰ ਪੁੱਛਿਆ, ਹੱਸ ਕੇ ਵਚਨ ਕੀਤਾ, ਬੈਣ ਕੀਤਾ, ਪੁੱਛਿਆ ਉਹਨੂੰ, ਹੱਸ ਕੇ ਪੁੱਛਿਆ, ਕਹਿ ਪੂਪ ਗਏ ਲੀਏ ਦਰ ਸੰਗ ਦਲਿੰਗ ਕਹਿਓ ਸੋਨਾ ਗੁਰੂ ਅਵਿਲੋਕ ਦਰਿੰਗ। ਕਹਿੰਦਾ ਇੱਥੇ ਦੀ ਇੱਕ ਰਾਜਾ ਲੰਘਿਆ, ਕੋਈ ਕਿੱਧਰ ਨੂੰ ਗਿਆ, ਉਹ ਬਹੁਤ ਲੋ ਲਸ਼ਕਰ ਸੀ ਕਹਿੰਦੇ ਉਹਦੇ ਨਾਲ, ਕਿੰਨੀ ਉਹ ਸੈਨਾ ਸੀ, ਉਹ ਕਿੱਧਰ ਨੂੰ ਗਿਆ ਬਈ, ਕਿਹੜੇ ਰਸਤੇ ਗਿਆ? ਉਹ ਕਹਿੰਦਾ ਗੁਰੂ ਜੀ ਮੈਂ ਸੱਚ ਦੱਸਦਾ, ਮੈਂ ਨਹੀਂ ਦੇਖਿਆ ਆਪਣੀਆਂ ਅੱਖਾਂ ਨਾਲ, ਮੈਂ ਦੇਖਿਆ ਹੀ ਨਹੀਂ। ਜਦ ਬੁਲਾਇਆ ਦੱਤ ਨੇ ਜਾਤਾ ਉਹਨੇ ਅੱਖਾਂ ਚੁੱਕੀਆਂ, ਪਰ ਜਿੰਨਾ ਚਿਰ ਕਿਸੇ ਨੇ ਬੁਲਾਇਆ ਨਹੀਂ ਅੱਖਾਂ ਨਹੀਂ ਚੁੱਕੀਆਂ ਉਹਨੇ। ਉਹ ਦੱਤ ਨੂੰ ਦੇਖ ਕੇ ਗੁਰੂ ਕਹਿੰਦਾ ਨਾ, ਕਿਉਂਕਿ ਦੱਤ ਰਿਸ਼ੀ ਹੈ ਨਾ, ਗੁਰੂ ਲਫ਼ਜ਼ ਵਰਤਿਆ ਇੱਥੇ, ਕਹਿੰਦਾ ਗੁਰੂ ਦੇ ਮੈਂ ਨਹੀਂ ਕਹਿੰਦਾ ਦੇਖਿਆ ਆਪਣੀਆਂ ਅੱਖਾਂ ਨਾਲ। ਦੱਤ ਨੇ ਕਿਹਾ ਵੀ ਇਹਦਾ ਮਤਲਬ ਹੈ ਸਾਨੂੰ ਵੀ ਨਹੀਂ ਸੀ ਦੇਖਣਾ ਨੇ, ਜੇ ਮੈਂ ਨਾ ਬੁਲਾਉਂਦਾ ਇਹਨੇ ਤਾਂ ਸਿਰ ਚੁੱਕਣਾ ਹੀ ਨਹੀਂ ਸੀ। ਚੱਕ ਚਿੱਤ ਰਹੇ ਚੱਲ ਚਿੱਤ ਮੁਨਿੰਗ ਅਨਖੰਡ ਤਪੀ ਨਹੀਂ ਜੋਗ ਡੁਲਿੰਗ। ਉਹ ਹੈਰਾਨ ਹੋ ਗਿਆ, ਉਹ ਐਡਾ ਆਦਮੀ ਇਹ ਚਾਹੇ ਕੰਮ ਕਰਦਾ ਹੈ, ਆਪਣੇ ਕੰਮ 'ਚ ਧਿਆਨ ਹੈ ਇਹਦਾ, ਇੰਨਾ ਧਿਆਨ ਅਡੋਲ ਹੈ ਇਹਦਾ, ਇਹੀ ਤਾਂ ਤਪ ਹੈ। ਇਹ ਤਪ ਹੈ, ਜਪ ਨਹੀਂ ਹੈ। ਮਨ ਨੂੰ ਅਡੋਲ ਕਰਨਾ ਤਪ ਹੈ। ਚਾਹੇ ਅਸੀਂ ਜੋ ਗਿਆਨ ਲਿਆ ਮਨ ਨੂੰ ਸਮਝਾ ਕੇ ਰੱਖਣਾ ਅਡੋਲ, ਇਹ ਤਪ ਹੈ। ਜਪ ਹੈ ਸਮਝਣਾ, ਸਮਝੀ ਹੋਈ ਗੱਲ ਨੂੰ ਲਾਗੂ ਕਰਨਾ ਮਨ ਦੇ ਉੱਤੇ, ਤਪ ਹੈ ਸਾਡੇ। ਹੁਣ ਤਪ ਦੇ ਅਰਥ ਵੀ ਦੱਸ ਗਏ, ਇਹਨੂੰ ਤਪ ਕਹੇ ਕਰ ਰਹੇ ਕੰਮ, ਉਹ ਤਾਂ ਕੰਮ ਕਰ ਰਿਹਾ, ਇਹ ਵੀ ਤਪ ਹੈ। ਕੰਮ ਕਰਨਾ ਗਰਭ ਦੇ ਵਿੱਚ ਕੰਮ ਕਰ ਰਿਹਾ ਸੀ ਜੀਵ, ਆਪਣੇ ਸਰੀਰ ਬਣਾ ਰਿਹਾ ਸੀ, ਲੇਕਿਨ ਤਪ ਹੈ ਉਹਨੂੰ ਮੰਨਿਆ ਹੋਇਆ। ਉੱਥੇ ਜੁੜ ਜਾਣੀ ਹੈ ਗੱਲ ਜਾ ਕੇ, ਇਹ ਉਹਨੂੰ ਤਪ ਤਾਂ ਮੰਨਿਆ ਹੋਇਆ। ਉੱਥੇ ਤਪ ਕੋਈ ਸਮਾਧੀ ਧੂਣਾ ਲਾ ਕੇ ਸਮਾਧੀ ਨੂੰ ਅੱਖਾਂ ਮੀਚ ਕੇ ਉਹ ਤਪ ਨਹੀਂ ਹੁੰਦਾ। ਕੁਛ ਕਰਨਾ ਤਪ ਹੈ ਪੂਰੇ ਧਿਆਨ ਨਾਲ। ਜੇ ਤੁਹਾਡਾ ਧਿਆਨ ਨਹੀਂ ਟੁੱਟਦਾ ਨਾ ਉਸ ਕੰਮ ਤੋਂ, ਕੁਛ ਵੀ ਤੁਹਾਡੇ ਆਲੇ ਦੁਆਲੇ ਹੋਈ ਜਾਵੇ, ਤਾਂ ਤੁਹਾਡਾ ਤਪ ਭੰਗ ਨਹੀਂ ਹੋਇਆ। ਤਪ ਭੰਗ ਹੁੰਦਾ ਧਿਆਨ ਭੰਗ ਹੋ ਜਾਣ ਨਾਲ। ਧਿਆਨ ਭੰਗ ਹੋ ਗਿਆ, ਤਪ ਭੰਗ ਹੋ ਗਿਆ। ਜੇ ਤੁਸੀਂ ਆਪਣੇ ਕੰਮ ਦੇ ਵਿੱਚ ਬਿਲਕੁਲ ਖੁੱਬੇ ਹੋਏ ਹੋ, ਖੁੱਬਿਆ ਹੋਇਆ ਲਫ਼ਜ਼ ਨਾ ਆਪਾਂ ਵਰਤਦੇ, ਪੂਰੇ ਖੁੱਬੇ ਹੋਏ ਹੋ, ਉਖੜੇ ਨਹੀਂ ਤੁਸੀਂ ਆਪਣੇ ਉਹ ਧਿਆਨ 'ਚੋਂ, ਤੁਹਾਡਾ ਉਖੜਿਆ ਨਹੀਂ, ਤੁਹਾਡਾ ਤਪ ਕਾਇਮ ਹੈ। ਜਦ ਬੱਚਾ ਕਹਿੰਦੇ ਨੇ ਉਖੜ ਜਾਂਦਾ ਨਾ, ਉਹਦਾ ਧਿਆਨ, ਉਹਦਾ ਅੰਗ ਭੰਗ ਹੋ ਜਾਂਦਾ। ਜਿਹੜਾ ਗਰਭ 'ਚ ਅੰਗ ਭੰਗ ਨਿਕਲਦੇ ਨੇ ਨਾ, ਕਿਤੇ ਡਿਸਟਰਬ ਹੋਇਆ ਉਹਦਾ ਧਿਆਨ। ਜੇ ਕੋਈ ਕਾਣਾ ਆਇਆ ਹੱਥ ਪੈਰ ਉਹਦਾ ਗਲਤ ਹੈ ਨਾ, ਕਿਤੇ ਉਹਦਾ ਅੰਗ ਭੰਗ ਹੋਇਆ, ਉਹਦਾ ਧਿਆਨ ਭੰਗ ਹੋਇਆ ਅਸਲ 'ਚ ਉੱਥੇ। ਇਹ ਮੰਨਦੇ ਨੇ। ਹਾਂਜੀ,
ਚੱਕ ਚਿੱਤ ਰਹੇ ਚੱਲ ਉਹ ਅਚਿੱਤ ਭੰਗ ਹੋ ਗਿਆ ਨਾ, ਭੰਗ ਹੋ ਗਿਆ, ਉਹਦਾ ਕੰਮ ਵੀ ਵਿਗੜ ਗਿਆ। ਉੱਥੇ ਉੱਥੇ ਕੰਮ ਵੀ ਵਿਗੜਨਾ ਕੀ ਕਹਿੰਦੇ ਸਾਵਧਾਨੀ ਦੁਰਘਟਨਾ ਘਟੀ, ਸਾਵਧਾਨੀ ਹਟ ਗਈ ਉੱਥੇ ਉਹਦੀ। ਹਾਂਜੀ, ਚੱਕ ਚਿੱਤ ਰਹੇ ਚੱਲ ਅਚਿੱਤ ਮੁਨਿੰਗ ਅਨਖੰਡ ਤਪੀ ਨਹੀਂ ਜੋਗ ਡੋਲਿੰਗ। ਉਹ ਹੈਰਾਨ ਹੋ ਗਿਆ ਉਹ ਮੁਨੀ ਸੁਣ ਕੇ, ਉਹ ਇਹਦਾ ਕੋਈ ਗੁਰੂ ਨਹੀਂ। ਇਹ ਆ ਸਾਡੇ ਜਿਹੜੇ ਮੇਰੇ ਮਗਰ ਫੌਜ ਤੁਰੀ ਫਿਰਦੀ, ਇੱਕ ਵੀ ਨਹੀਂ ਇਹਨਾਂ ਦੇ ਇਹਦੇ ਵਰਗਾ ਤਾਂ ਇਹਨਾਂ 'ਚ। ਉਹ ਤਾਂ ਇਹ ਦੇਖਦਾ ਰੋਜ਼ ਮੇਰੀ ਸੰਗਤ ਕਰਦੇ ਨੇ, ਇਹ ਤਾਂ ਮੇਰੇ ਤੋਂ ਵੀ ਗਾਹਾਂ ਖੜਾ, ਇਹ ਤਾਂ ਗਾਹਾਂ ਖੜਾ ਹੈ। ਇੰਨਾ ਧਿਆਨ, ਐਡਾ ਸਟਰੋਂਗ ਮਤਲਬ ਹੈ ਆਦਮੀ, ਖੁੱਬਿਆ ਹੋਇਆ, ਇੰਨਾ ਕੁਝ ਨਾ ਗਿਆ। ਇਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਹੀ ਨਹੀਂ, ਚੱਕ ਕੇ ਅੱਖਾਂ ਕਿੱਧਰ ਨੂੰ ਗਿਆ ਹੈ। ਇਹ ਤਾਂ ਆਦਮੀ ਐਵੇਂ ਨਹੀਂ ਹੈ। ਇਹਨੂੰ ਗੁਰੂ ਧਾਰਨ ਕਰਦਾ, ਉਹ ਮੰਨਦਾ। ਐਸਾ ਧਿਆਨ ਚਾਹੀਦਾ। ਜੇ ਕੋਈ ਤਪ ਕਰਨਾ ਤਾਂ ਇਹੋ ਜਿਹਾ ਧਿਆਨ ਚਾਹੀਦਾ, ਤਾਂ ਕੁਝ ਪ੍ਰਾਪਤੀ ਹੁੰਦੀ ਹੈ। ਵਰਨਾ ਕਦੇ ਧਿਆਨ ਟੁੱਟ ਗਿਆ, ਗੁਰਬਾਣੀ ਪੜ੍ਹਦੇ ਹਾਂ ਧਿਆਨ ਕਿੱਧਰ ਚਲਿਆ ਗਿਆ, ਉੱਧਰ ਚਲਿਆ ਗਿਆ, ਪ੍ਰਾਪਤੀ ਕੀ ਹੋਣੀ ਉੱਥੋਂ। ਇੰਨਾ ਖੁੱਭ ਕੇ ਜੇ ਗੁਰਬਾਣੀ ਪੜ੍ਹੀ ਜਾਵੇ, ਕਿਉਂ ਨਾ ਸਮਝ ਆਵੇ, ਸਮਝ ਕਿਵੇਂ ਨਾ ਆਵੇ, ਸਮਝ ਆਊਗੀ। ਕੁਝ ਸ਼ਬਦ ਸ਼ਾਇਦ ਸਾਨੂੰ ਨਵੇਂ ਹੋਣਗੇ, ਉਹ ਅਸੀਂ ਕਿਤੋਂ ਦੇਖ ਸਕਦੇ ਹਾਂ, ਵਿਚਾਰ ਵੀ ਸਕਦੇ ਹਾਂ। ਗੁਰਬਾਣੀ 'ਚ ਗੁਰਬਾਣੀ ਦੇ ਅਰਥ ਗਾਹਾਂ ਵੀ ਦਿੱਤੇ ਹੁੰਦੇ ਨੇ, ਪਤਾ ਲੱਗ ਸਕਦਾ। ਪਰ ਖੁੱਭਣ ਦੀ ਗੱਲ ਹੈ। ਹਾਂਜੀ, ਅਨ ਆਸ ਅਭੰਗ ਉਦਾਸ ਮਨਿੰਗ ਅਵਿਕਾਰ ਅਪਾਰ ਪਰਭਾਸ ਸਭੰਗ। ਅਨਾਸ, ਇਹਦੇ ਅੰਦਰ ਹੋਰ ਕੋਈ ਇੱਛਾ ਹੀ ਨਹੀਂ। ਇੱਛਾ ਕੀ ਹੈ ਵੀ ਮੇਰਾ ਤੀਰ ਐਸਾ ਬਣੇ ਜੋ ਮੈਂ ਬਣਾ ਰਿਹਾ, ਇਹ ਜੇ ਡਿਫੈਕਟ ਨਾ ਹੋਵੇ, ਕੋਈ ਇਹ ਨਾ ਹੋ ਜਾਵੇ ਐਂ ਬੈਲੈਂਸ ਕਰ ਜਾਵੇ, ਇਹ ਜਿਹਾ ਚੱਲੇ। ਚੱਲੂਗਾ ਜੇ ਇੱਧਰ ਵਜ਼ਨ ਜ਼ਿਆਦਾ, ਇੱਧਰ ਜ਼ਿਆਦਾ ਹੈ, ਇਹਨੇ ਐਂ ਕਰ ਜਾਣਾ, ਸਿੱਧਾ ਤਾਂ ਜਾਊਗਾ ਜੇ ਦੋਹਾਂ ਪਾਸਿਆਂ ਦਾ ਵਜ਼ਨ ਇੱਕੋ ਜਿਹਾ ਹੋਊਗਾ। ਹਾਂਜੀ, ਹੋਰ ਕੋਈ ਆਸ ਨਹੀਂ, ਅਨਾਸ ਹੈ। ਅਭੰਗ ਉਦਾਸ ਮਨਿੰਗ, ਉਹ ਪੰਗ ਹੈ, ਸੁਰਤੀ ਨਹੀਂ ਭੰਗ ਹੋ ਰਹੀ, ਉਦਾਸ ਹੈ, ਆਸ ਕੋਈ ਨਹੀਂ ਹੈ। ਸੰਸਾਰੀ ਆਸ ਕੋਈ ਨਹੀਂ, ਹੋਰ ਉਹਦੀ ਇੱਛਾ ਹੀ ਕੋਈ ਨਹੀਂ, ਸਿਰਫ ਇੱਕੋ ਹੀ ਇੱਛਾ ਹੈ ਉਹਦੀ। ਇੱਕ ਆਸ ਰੱਖੋ, ਇਹਦੀ ਜਾਣੀ ਆਸ ਹੋਰ ਹੈ, ਦੁਨਿਆਵੀ ਹੈ, ਇਹਦੀ ਦੁਨਿਆਵੀ ਹੈ ਤਾਂ ਇੱਕੋ ਪੁਆਇੰਟ ਤੇ ਟਾਰਗੇਟ ਇਹਦਾ ਬਣਾਇਆ ਹੋਇਆ ਹੈ। ਪੁਆਇੰਟ ਤਾਂ ਦੂਆ ਹੈ ਨਹੀਂ, ਹੋਰ ਕੋਈ ਟਾਰਗੇਟ। ਦੁਚਿੱਤੀ ਤਾਂ ਹੈ ਨਹੀਂ ਨਾ, ਦੁਚਿੱਤੇ ਕੀ ਦੋਈ ਥੂਨ ਗਰੀ ਹੋਈ ਹੈ। ਔਰ ਮੋਹ ਬਲੈਂਡਾ, ਮੋਹ ਵੀ ਨਹੀਂ ਹੈ ਕਿਤੇ, ਕੋਈ ਕਰਦਾ ਯਾਦ ਨਹੀਂ, ਆਪਣੇ ਸਰੀਰ ਦਾ ਵੀ ਸੁੱਧ ਨਹੀਂ ਹੈ, ਸਰੀਰ ਨਾਲ ਵੀ ਮੋਹ ਟੁੱਟਿਆ ਹੋਇਆ। ਹਾਂਜੀ, ਅਵਿਕਾਰ ਅਪਾਰ ਪਰਭਾਸ ਸਭੰਗ। ਅਵਿਕਾਰ ਹੈ, ਵਿਕਾਰਾਂ ਤੋਂ ਰਹਿਤ ਹੈ, ਵਿਕਾਰ ਕੋਈ ਨਹੀਂ। ਕੋਈ ਉਹਨੂੰ ਲੋਭ ਨਹੀਂ ਉਹਦੇ ਤੇ ਹਾਵੀ, ਕੋਈ ਕ੍ਰੋਧ ਨਹੀਂ ਹਾਵੀ, ਕੋਈ ਮੋਹ ਨਹੀਂ ਹਾਵੀ, ਇੱਕ ਚਿੱਤ ਜੋ ਹੈ। ਹਾਂਜੀ, ਅਵਿਕਾਰ ਅਪਾਰ ਪਰਭਾਸ ਸਭੰਗ। ਅਪਾਰ, ਅਵਿਕਾਰ ਵੀ ਕਿੰਨਾ, ਕੋਈ ਨੇੜੇ ਤੇੜੇ ਨਹੀਂ ਹੈ ਵਿਕਾਰ, ਬਹੁਤ ਦੂਰ ਨੇ ਵਿਕਾਰ। ਅਪਾਰ ਦੂਰੀ ਹੈ ਵਿਕਾਰਾਂ ਤੋਂ। ਪਰਭਾਸ ਸਭੰਗ, ਹਾਂ, ਪਰਭਾਸ ਸਭੰਗ। ਔਰ ਮਤਲਬ ਹੈ ਆਪਣੇ ਜਿਹੜਾ ਪ੍ਰਭਾ ਹੈ, ਆਪਣੀ ਉਹਦੀ ਜਿਹੜੀ ਪ੍ਰਭਾ ਹੈ, ਚਿਹਰੇ ਦੀ ਜਿਹੜੀ ਚਮਕ ਹੈ, ਉਹ ਤੋਂ ਇਹ ਮਾਲੂਮ ਦਿੰਦਾ। ਸ਼ੁਭੰਗ ਹੋਊਗਾ, ਸਭੰਗ ਨਹੀਂ, ਸ਼ੁਭੰਗ ਚਾਹੀਦਾ। ਸ਼ੁਭ ਜਿਹੜਾ ਜਦੋਂ ਆਦਮੀ ਵਿਕਾਰਾਂ ਤੋਂ ਰਹਿਤ ਹੁੰਦਾ ਨਾ, ਉਹਦੇ ਜਿਹੜਾ ਆਵਾਸ, ਚਿਹਰੇ ਦਾ ਆਵਾਸ ਹੈ, ਉਹ ਸ਼ੁਭ ਹੁੰਦਾ, ਚੰਗਾ ਆਵਾਸ ਦਿੰਦਾ ਹਰੇਕ ਨੂੰ। ਕਿਸੇ ਨਿਊਟਰਲ ਗੇਅਰ 'ਚ ਹੁੰਦਾ ਉਹ, ਕਿਸੇ ਨਾਲ ਮਾੜਾ ਨਹੀਂ, ਕਿਸੇ ਨਾਲ ਚੰਗਾ ਨਹੀਂ, ਉਹ ਸ਼ੁਭ ਆਵਾਸ ਦਿੰਦਾ ਸਾਰਿਆਂ ਨੂੰ। ਉਹਦਾ ਪ੍ਰਭਾਵ ਸਾਰਿਆਂ 'ਤੇ ਚੰਗਾ ਪੈਂਦਾ, ਚੰਗਾ ਪ੍ਰਭਾਵ ਦਿੰਦਾ ਕਿਸੇ ਨਾਲ, ਕਿਉਂਕਿ ਵੈਰ ਵਿਰੋਧ ਤੇ ਰਹਿਤ ਹੁੰਦਾ। ਜਦੋਂ ਆਦਮੀ ਵੈਰ ਵਿਰੋਧ ਤੇ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਜਿਵੇਂ ਬੱਚਾ ਹੁੰਦਾ ਛੋਟਾ ਜਿਹਾ, ਹਰੇਕ ਨੂੰ ਕਿਉਂ ਚੰਗਾ ਲੱਗਦਾ, ਉਹਦੇ ਤੇ ਪ੍ਰਭਾਵ ਨਹੀਂ ਹੁੰਦਾ ਕਿਸੇ ਚੀਜ਼ ਦਾ, ਵਿਕਾਰਾਂ ਤੋਂ ਰਹਿਤ ਹੁੰਦਾ।
ਅਨਭੰਗ ਪ੍ਰਭਾ ਅਨਖੰਡ ਤਪੰਗ। ਹਾਂ, ਉਹਦੀ ਪ੍ਰਭਾ ਜਿਹੜੀ ਹੈ ਜੋਤ ਹੈ ਅਨਭੰਗ ਹੈ। ਅਨਖੰਡ ਤਪੰਗ, ਤਪ ਉਹਦਾ ਖੰਡਿਤ ਨਹੀਂ ਹੋ ਰਿਹਾ। ਤਪ ਜਿਹੜਾ ਧਿਆਨ ਟੁੱਟ ਨਹੀਂ ਰਿਹਾ, ਤਪ ਖੰਡਿਤ ਹੋਣਾ, ਧਿਆਨ ਟੁੱਟਣਾ ਹੀ ਹੈ। ਹੁਣ ਇਹ ਸਮਝ ਲੈਣਾ ਚਾਹੀਦਾ, ਜਿਹੜੇ ਤਪ ਭੰਗ ਦੀ ਗੱਲ ਆਊਗੀ ਕਿਤੇ ਵੀ ਤੁਹਾਨੂੰ ਸ਼ਾਸਤਰਾਂ ਦੇ ਵਿੱਚ, ਤਪ ਭੰਗ ਹੋ ਗਿਆ, ਧਿਆਨ ਟੁੱਟ ਗਿਆ, ਟਾਰਗੇਟ ਤੋਂ ਧਿਆਨ ਹਿੱਲ ਗਿਆ, ਬਸ ਉਹ ਜਿਹੜਾ ਕ੍ਰਿਸ਼ਨ ਉਹਦੀ ਰਾਮਚੰਦਰ ਦੀ ਇਹਦੀ ਅਰਜੁਨ ਦੀ ਗੱਲ ਸੁਣਾਈ ਹੋਈ ਹੈ, ਉਹ ਤੀਰ ਵਾਲੀ ਵੀ ਪੰਛੀ ਦੀ ਅੱਖ ਦਿੰਦੀ ਹੈ ਮੈਨੂੰ, ਹੋਰ ਕੁਝ ਨਹੀਂ ਦਿੰਦਾ, ਉਹੀ ਗੱਲ ਹੈ। ਇਹ ਟਾਰਗੇਟ ਉਹਦਾ ਅੱਖ ਹੈ। ਉਹ ਕਹਿੰਦਾ ਮੈਨੂੰ ਨਾ ਬਰੋਟਾ ਦਿੰਦਾ, ਨਾ ਮੈਨੂੰ ਪੰਛੀ ਦਿੰਦਾ, ਨਾ ਮੈਨੂੰ ਉਹਦੀ ਗਰਦਨ ਦਿੰਦੀ ਹੈ, ਮੈਨੂੰ ਦਿੰਦਾ ਹੀ ਕੁਝ ਨਹੀਂ, ਮੈਨੂੰ ਅੱਖ ਦਿੰਦੀ ਹੈ ਬਸ। ਜੇ ਕੁਝ ਹੋਰ ਦਿੰਦਾ ਵਿੱਚ ਫਿਰ ਟਾਰਗੇਟ ਨਹੀਂ ਹੈ ਉਹਦਾ। ਅਵਿਕਾਰ ਜਤੀ ਅਨਿਆਸ ਜਪਿੰਗ। ਅਵਿਕਾਰ ਜਤੀ ਅਨਿਆਸ ਜਪਿੰਗ। ਜਪ ਕੀ ਕਰ ਰਿਹਾ ਹੈ? ਕੋਈ ਆਸ ਨਹੀਂ ਜੋ ਜਪ ਕਰ ਰਿਹਾ ਹੈ। ਜੋ ਦੇਖੋ ਜਪ ਵੀ ਕਰ ਰਿਹਾ ਹੈ। ਜਿਹੜਾ ਆਦਮੀ ਕੰਮ ਕਹਿੰਦੇ ਕੰਮ ਸਿਖਾ ਦਿੰਦਾ ਆਦਮੀ ਨੂੰ, ਕੰਮ 'ਚੋਂ ਸਿੱਖਿਆ ਮਿਲਦੀ ਹੈ। ਕੰਮ 'ਚੋਂ ਜਿਹੜੀ ਕੰਮ ਕਰਦੇ ਨੂੰ ਜਿਹੜੀ ਸਮਝ ਆ ਰਹੀ ਹੈ ਉਹ ਜਪ ਹੈ। ਕੰਮ ਕਰਦਾ ਕਰਦਾ ਹੀ ਐਕਸਪਰਟ ਹੁੰਦਾ ਨਾ, ਉਸ ਕੰਮ 'ਚ ਐਕਸਪਰਟ ਹੋਈ ਜਾਂਦਾ ਹੈ, ਨਾਲੇ ਕੰਮ ਕਰੀ ਜਾਂਦਾ, ਉਹੀ ਜਪ ਆ ਉਹਦਾ, ਉਹੀ ਸਿੱਖਿਆ ਮਿਲਦੀ ਹੈ। ਹੁਣ ਜਪ ਦੇ ਵੀ ਅਰਥ ਬਦਲ ਗਏ। ਜਪ ਦਾ ਅਰਥ ਹੋ ਗਿਆ ਕੋਈ ਜਾਣਨਾ, ਤਪ ਦੇ ਵੀ ਅਰਥ ਬਦਲ ਗਏ। ਉੱਥੋਂ ਜਿਹੜੇ ਅਸੀਂ ਅਰਥ ਬਦਲ ਕੇ ਆਏ ਹਾਂ ਆਦ ਵਿੱਚੋਂ, ਇੱਥੇ ਅਰਥ ਉਹੀ ਆ ਰਹੇ ਨੇ ਜਿਹੜੇ ਅਸੀਂ ਆਦ ਵਿੱਚ ਅਰਥ ਲੈ ਕੇ ਆਏ ਹਾਂ। ਮੇਨ ਗੱਲਾਂ ਇਹ ਨੇ ਇਹਦੇ ਵਿੱਚ ਕਿ ਭਾਸ਼ਾ ਉਹੀ ਹੈ। ਜੇ ਉਹ ਭਾਸ਼ਾ ਹੈ ਤਾਂ ਜ਼ਰੂਰ ਦਸਮ ਭਾਸ਼ਾ ਦੀ ਲਿਖੀ ਹੋਈ ਹੈ ਗੱਲ, ਨਹੀਂ ਤਾਂ ਜਪ ਔਰ ਤਪ ਦੇ ਦਾ ਅਰਥ ਹੋਰ ਆਉਣ। ਇੱਥੇ ਬਣਾ ਰਿਹਾ ਤੀਰ, ਤਪ ਦਾ ਇੱਥੇ ਕੀ ਮਤਲਬ ਬਈ? ਤੀਰ ਬਣਾ ਰਿਹਾ, ਜਪ ਔਰ ਤਪ ਇਹਦੇ ਨਾਲ ਕਿਵੇਂ ਜੁੜ ਜੂ? ਉਹ ਤਾਂ ਮਾਲਾ ਫੇਰਨ ਵਾਲੇ ਨਾਲ ਜੁੜਦਾ ਕਿਸੇ ਨਾਲ, ਕੋਈ ਮਾਲਾ ਫੇਰਨ ਵਾਲੇ ਨਾਲ, ਭਗਤੀ ਕਰਨ ਵਾਲੇ ਨਾਲ ਜੁੜਦਾ। ਇਹ ਭਗਤੀ ਕਰ ਰਿਹਾ, ਉਸ ਭਗਤੀ ਦੀ ਸ਼ਕਤੀ ਨਹੀਂ ਟਾਰਗੇਟ ਤੇ ਮਾਰਨਾ ਤੀਰ ਨੂੰ, ਨਹੀਂ ਤੀਰ ਟਾਰਗੇਟ ਤੇ ਨਹੀਂ ਜਾ ਸਕਦਾ। ਉਸੇ ਨੇ ਕਦਰ ਕਰਨੀ ਹੈ। ਤੀਰ ਬਣਾਉਣ ਵਾਲੇ ਦੇ ਵੀ ਚੀਜ਼ਾਂ ਬਣਾਉਂਦੇ ਨਹੀਂ ਲੋਕ। ਕੀ ਬਣਾਉਂਦੇ ਨੇ? ਕੰਪਿਊਟਰ ਬਣਦੇ ਨੇ, ਮੋਬਾਈਲ ਬਣਦੇ ਨੇ, ਕਿ ਕਲਾਮ ਨੇ ਐਟੋਮਿਕ ਐਨਰਜੀ ਬਣਦੀ ਹੈ। ਉਹ ਲੋਕਾਂ ਨੇ ਕਿਤੇ ਐਵੇਂ ਬਣਾਤੀ, ਤਪੇ ਸੀ ਉਹਨਾਂ ਦਾ, ਉਹੀ ਤਾਂ ਤਪ ਸੀ। ਹੋਰ ਤਪ ਕੀ ਹੁੰਦਾ? ਪੂਰੀ ਜ਼ਿੰਦਗੀ ਲਾਤੀ ਇੱਕ ਖੋਜ ਤੇ, ਇੱਕੋ ਹੀ ਗੱਲ ਤੇ ਪੂਰੀ ਜ਼ਿੰਦਗੀ ਲਾਤੀ। ਹਾਂਜੀ, ਅਨਭੰਗ ਪ੍ਰਭਾ ਅਨਖੰਡ ਤਪੰਗ ਅਵਿਕਾਰ ਜਤੀ। ਅਪੰਗ ਪ੍ਰਭਾ ਜਦ ਹੁੰਦੀ ਹੈ ਜਦ ਤੁਹਾਡਾ ਜਿੰਨਾ ਚਿਰ ਤਪ ਖੰਡਿਤ ਨਹੀਂ ਨਾ ਹੁੰਦਾ, ਤੁਹਾਡੀ ਜਿਹੜੀ ਪ੍ਰਭਾ ਚਿਹਰੇ ਦਾ ਜੋ ਤੁਹਾਡਾ ਫੇਸ ਦਾ ਜੋ ਪ੍ਰਭਾਵ ਹੈ ਜਿਉਂ ਦਾ ਤਿਉਂ ਬਣਿਆ ਰਹਿੰਦਾ। ਜਦੋਂ ਅੰਦਰੋਂ ਖੰਡਿਤ ਹੋ ਗਿਆ ਜਦ ਹੀ ਤੇਜ਼ ਟੁੱਟ ਜਾਂਦਾ, ਜਿਵੇਂ ਵੋਲਟੇਜ ਘਟ ਜਾਂਦੀ ਹੈ, ਵੋਲਟੇਜ ਜਦੇ ਘਟ ਜਾਂਦੀ ਹੈ। ਹਾਂਜੀ, ਅਨਖੰਡ ਵਰਤਿੰਗ ਅਨਡੰਡ ਤਨੰਗ। ਅਨਖੰਡ ਵਰਤਿੰਗ ਅਨਡੰਡ ਤਨੰਗ ਪ੍ਰਤੰਗ ਅਨਡੰਡ ਤਨੰਗ। ਹਾਂ ਤਨੰਗ। ਉਹ ਜਿੰਨਾ ਚਿਰ ਅਨਖੰਡ ਹੈ ਉਹਨਾਂ ਚਿਰ ਡੰਡਾ ਵੀ ਨਹੀਂ ਹੈ ਸੱਤੇ ਕਾਲ ਦਾ। ਜਿੰਨਾ ਚਿਰ ਤੁਸੀਂ ਮਨ ਔਰ ਚਿੱਤ ਇੱਕ ਨੇ ਉਹਨਾਂ ਚਿਰ ਕਾਲ ਦਾ ਡੰਡਾ ਨਹੀਂ ਹੈ ਤੁਹਾਡੇ ਤੇ। ਇਹ ਵੀ ਗੱਲ ਨਾਲ ਅਨਡੰਡ, ਡੰਡ ਕੋਈ ਨਹੀਂ। ਤਨੰਗ ਹਠਵੰਤ ਵਰਤੀ ਰਿਖ ਅਤਰ ਸੁਅੰਗ। ਹਾਂ, ਹਠਵੰਤ ਵਰਤੀ ਰਿਖ ਅਤਰ ਸੁਅੰਗ। ਹਾਂ, ਜਿਹੜਾ ਅਤਰ ਰਿਸ਼ੀ ਦਾ ਜਿਹੜਾ ਹੈ ਨਾ, ਅਤਰ ਰਿਸ਼ੀ ਦਾ ਮੁੰਡਾ ਦੱਤ, ਉਹ ਕਹਿੰਦਾ ਵੀ ਉਹ ਦੱਸ ਰਿਹਾ ਬਈ ਇਹ ਤਾਂ ਫਿਰ ਇਹਦਾ ਮਤਲਬ ਹੈ ਜੇ ਅਨਖੰਡ ਇਸੇ ਵਰਤੀ ਦੇ ਵਿੱਚ ਇਹ ਰਹੇ, ਇਹ ਤਾਂ ਕਾਲ ਤੋਂ ਹੀ ਭਰਿਆ, ਫਿਰ ਤਾਂ ਮੁਕਤ ਹੋ ਗਿਆ। ਮੁਕਤ ਹੋਣ ਵਾਸਤੇ ਇੱਕ ਮਨ ਇੱਕ ਚਿੱਤ ਹੋ ਕੇ ਸਰੀਰ ਛੱਡ ਜਵੇ, ਜੇ ਮੁਕਤ ਹੋ ਜਾਂਦਾ ਉਹਦੇ ਵਾਸਤੇ ਇੱਕ ਨਾਦ ਦੀ ਉਹਦੀ ਗੱਲ ਕੀਤੀ ਸੀ ਹੈ, ਮਿਰਗ ਦੀ ਗੱਲ ਕੀਤੀ ਹੈ ਸ਼ਾਇਦ ਨਾਮਦੇਵ ਨੇ।
ਮਿਰਗ ਜਿਹੜਾ ਹੁੰਦਾ ਨਾਦ ਦੇ ਨਾਲ ਇੰਨਾ ਇੱਕ ਸੁਰ ਹੋ ਜਾਂਦਾ ਹੈ, ਨਾਦ ਦੇ ਨਾਲ ਆਵਾਜ਼ ਹੁੰਦੀ ਹੈ ਇੱਕ, ਉਹਦੇ ਨਾਲ ਇੱਕ ਸੁਰ ਹੋ ਜਾਂਦਾ ਹੈ। ਉਸ ਵੇਲੇ ਜੇ ਮਿਰਗ ਸਰੀਰ ਛੱਡ ਜਾਵੇ, ਮਰ ਜਾਵੇ, ਉਹ ਕਹਿੰਦੇ ਨਾਦ ਨਾਲ ਹੀ ਜੁੜਿਆ ਰਹਿੰਦਾ, ਆਪਣੇ ਸਰੀਰ ਨਾਲ ਨਹੀਂ ਜੁੜਿਆ ਹੁੰਦਾ, ਉਹ ਮੁਕਤੀ ਹੈ। ਆਪਣੇ ਆਪ ਦੇ ਮੂਲ ਨਾਲ ਜੁੜਿਆ ਹੋਇਆ ਜਾਂ ਸਰੀਰ ਛੱਡਦਾ, ਉਹ ਇੱਕ ਹੋ ਕੇ ਹੀ ਰਹਿ ਜਾਂਦਾ ਹੈ। ਏਕ ਰਹਿਆ ਤਾਂ ਇੱਕੋ ਹੋ ਗਿਆ, ਬਸ ਇੱਕ। ਡੋਲਣ ਮਨ ਅੱਡ ਨਹੀਂ ਹੈ, ਉਹਦਾ ਮਨ ਭੰਗ ਨਹੀਂ ਹੈ। ਇਹ ਮੁਕਤੀ ਦੀ ਨਿਸ਼ਾਨੀ ਹੈ। ਸਿਰਫ ਮੁਕਤੀ ਹੈ, ਚਾਰ ਪਦਾਰਥ ਨਹੀਂ, ਦੋਏ ਪਦਾਰਥ ਨੇ। ਪਦਾਰਥ ਦੋਏ ਨੇ, ਚਾਰ ਨਹੀਂ ਹੈ। ਹਾਂ, ਆਪਣੀ ਮਰਜ਼ੀ ਨਾਲ ਦੂਆ ਜਨਮ ਲਊਗਾ, ਆਪਣੀ ਮਰਜ਼ੀ ਨਾਲ ਦੂਆ ਜਨਮ ਲੈ ਸਕਦਾ, ਚਾਹੇ ਨਾ ਵੀ ਲਵੇ। ਦੇਵਲੋਕ ਦੇ ਵਿੱਚ ਨਿਵਾਸ ਬੰਦੇ ਨੇ ਉਸ ਵਕਤ ਤੱਕ, ਕਿਉਂਕਿ ਕਲਪਨਾ ਜਿਹੜੀ ਸਾਨੂੰ ਲੈ ਕੇ ਮਾਇਆ 'ਚ ਕਲਪਨਾ ਜੋੜਦੀ ਹੈ, ਸਾਨੂੰ ਮਾਇਆ 'ਚ ਸਾਨੂੰ ਮੋਹ ਜੋੜਦਾ। ਜੇ ਮਰਨ ਵੇਲੇ ਸਾਨੂੰ ਮੋਹ, ਉਹ ਧਿਆਨ ਦੱਸਿਆ ਇਹਨਾਂ ਨੇ, ਅੰਤਕਾਲ ਜੇ ਮੰਦਰ ਸਿਮਰੈ, ਅੰਤਕਾਲ ਜੇ ਲక్ష్ਮੀ ਸਿਮਰੈ, ਉਹ ਸਿਮਰਦਾ ਨਹੀਂ ਨਾ ਕੁਛ ਵੀ। ਉਹ ਅੰਤਕਾਲ ਜੇ ਨਰਾਇਣ ਸਿਮਰੈ, ਉਹ ਨਰਾਇਣ ਨਾਲੇ ਜੁੜਿਆ ਆਪਣੇ ਅੰਦਰਲੇ ਨਾਲ, ਇੱਕ ਹੋਇਆ। ਫਿਰ ਮੁਕਤਾ ਹੈ, ਉਹ ਮੁਕਤਾ ਹੈ ਉਹ। ਹਾਂਜੀ, ਅਭੀ ਲੋਕ ਸਰੰਗ ਕਰ ਧਿਆਨ ਜਤਿੰਗ ਰਹਿ। ਹਾਂ, ਜਤੀ ਨੇ ਧਿਆਨ ਧਰ ਕੇ ਜਦ ਆਪਣੇ ਅੰਤਰ ਧਿਆਨ ਹੋ ਕੇ ਦੇਖਿਆ, ਉਹ ਕਹਿੰਦਾ ਇਹ ਤਾਂ ਮੇਰੇ ਬਰਾਬਰ ਖੜਾ, ਇਹ ਤਾਂ ਗਾਹਾਂ ਖੜਾ। ਆਹ ਗੁਣ ਜਿਹੜਾ ਇਹਦਾ, ਆਹ ਗੁਣ ਹੈ ਨਾ ਇਹਦਾ, ਕੱਲਾ ਗੁਣ, ਇਹ ਕੱਲਾ ਗੁਣ ਮੇਰੇ ਨਾਲੋਂ ਜ਼ਿਆਦਾ। ਇਹ 'ਚ ਇੰਨੇ ਸ਼ੋਰ ਸ਼ਰਾਬੇ 'ਚ ਮੇਰਾ ਧਿਆਨ ਨਹੀਂ ਟਿਕ ਸਕਦਾ। ਅੱਤਰ ਰਿਸ਼ੀ ਦਾ ਜਿਹੜਾ ਮੁੰਡਾ, ਇਹ ਦੱਤਾਤਰ ਹੈ, ਅੱਤਰ ਰਿਸ਼ੀ ਦਾ ਮੁੰਡਾ ਨਾ ਇਹ, ਕਹਿੰਦਾ ਵੀ ਇੰਨਾ ਸ਼ੋਰ ਸ਼ਰਾਬਾ ਹੋਵੇ, ਮੁਸ਼ਕਿਲ ਆ ਵੀ ਮੈਂ ਉਹਨੂੰ ਨਾ ਦੇਖਾਂ। ਉਹ ਆਪਣੇ ਤੇ ਲਿਆਉਂਦਾ ਗੱਲ ਵੀ ਮੈਨੂੰ ਚਾਹੇ ਦੁਨੀਆ ਮੰਨਦੀ ਹੈ, ਪਰ ਇੰਨਾ ਕੁਛ ਹੁੰਦੇ ਹੋਏ ਵੀ ਮੇਰਾ ਧਿਆਨ ਉੱਧਰ ਨਾ ਜਾਵੇ। ਜਿਵੇਂ ਕਹਿੰਦਾ ਮੈਂ ਨਹੀਂ ਦੇਖਿਆ ਉਹਨੂੰ ਜਾਂਦੇ ਨੂੰ, ਸਾਨੂੰ ਵੀ ਨਹੀਂ ਸੀ ਦੇਖਣਾ। ਇਹ ਗੁਣ ਇਹਦੇ 'ਚ ਮੇਰੇ ਨਾਲੋਂ ਜ਼ਿਆਦਾ, ਬਸ ਇੱਕ ਗੁਣ ਜ਼ਿਆਦਾ, ਬਾਕੀ ਮੇਰੇ 'ਚ ਹੋਣਗੇ ਗੁਣ। ਆਹ ਗੁਣ ਇਹਦੇ 'ਚ ਮੇਰੇ ਨਾਲੋਂ ਜ਼ਿਆਦਾ। ਅਭੀ ਲੋਕ ਸਰੰਗ ਕਰ ਧਿਆਨ ਜਤਿੰਗ। ਹਾਂ, ਉਹਨੂੰ ਦੇਖ ਕੇ ਧਿਆਨ ਆਪਣੇ ਅੰਦਰ ਧਿਆਨ ਮਾਰਿਆ। ਰਹਿ ਰੀਝ ਜਟੀ ਹਠਵੰਤ ਵਰਤੇਂਗੇ। ਹਾਂ, ਜਟੀ ਉਹ ਤਾਂ ਰੀਝ ਗਿਆ, ਕਹਿੰਦਾ ਵੀ ਇਹ ਤਾਂ ਮੇਰੇ ਨਾਲੋਂ ਜ਼ਿਆਦਾ। ਆਤਮਾ ਨੇ ਮੰਨ ਲਿਆ ਉਹਨੇ, ਇਹ ਤਾਂ ਮੇਰੇ ਨਾਲੋਂ ਜ਼ਿਆਦਾ। ਇਹਦੇ ਕੋਲ ਤਾਂ ਇੰਨਾ ਹਠ, ਚਾਹੇ ਹਠੇ ਹੈ ਉਹਦਾ ਹੈ ਤਾਂ ਧਿਆਨ, ਹਠ ਯੋਗ ਹੈ ਵੈਸੇ। ਇਹ ਗਿਆਨ ਯੋਗ ਨਹੀਂ ਹੈ, ਗਿਆਨ ਯੋਗ ਨਹੀਂ, ਹਠ ਯੋਗ ਹੈ। ਹਾਂ, ਗੁਰਮਾਨਸ ਪੰਚ ਦਸਵੋਂ ਪਰਵਲਿੰਗ ਹਠ ਸਾਠ ਸਵੇ ਤਿੰਨ ਪਾਨ ਪਰੰਗ। ਉਹਨੇ ਆਪਣਾ ਹਠ ਛੱਡ ਕੇ ਉਹਨੂੰ 15ਵਾਂ ਗੁਰੂ ਮੰਨ ਲਿਆ। ਗੁਰਮਾਨਸ ਪੰਚ ਦਸੋਂ, ਹਾਂ, 10 5 15ਵਾਂ ਗੁਰੂ ਉਹਨੂੰ ਮੰਨ ਲਿਆ, ਹੱਟ ਛੱਡਤਾ। ਇਹ ਨਹੀਂ ਹੈਗਾ ਵੀ ਇਹ ਤਾਂ ਵੀ ਮੇਰੇ ਨਾਲ ਤਾਂ ਇੰਨੇ ਉਹ ਨੇ ਵੀ ਚੇਲੇ, ਆਪਣਾ ਹੱਟ ਛੱਡ ਦਿੱਤਾ। ਹੁਣ ਅਸੀਂ ਹੱਟ ਨਹੀਂ ਛੱਡਦੇ। ਸਵਾਲ ਇਹ ਵੀ ਹੈ, ਜਿਹੜੇ ਛੋਟੇ ਛੋਟੇ ਸੰਤ ਨੇ ਹੱਟ ਕਦੇ ਨਹੀਂ ਛੱਡਦੇ, ਚਾਹੇ ਉਹਨਾਂ ਨੂੰ ਵੱਡਾ ਵੀ ਹੋਵੇ। ਨਾਲ ਦੀ ਨਾਲ ਇਹ ਵੀ ਸਿੱਖਿਆ ਹੋਣੀ ਹੈ ਸਾਨੂੰ, ਜੇ ਸਾਨੂੰ ਕੋਈ ਚੰਗਾ ਮਿਲਦਾ ਹੈ ਉੱਥੇ ਹੱਟ ਛੱਡ ਕੇ ਅਡਾਪਟ ਕਰਦੇ ਆਏ। ਗੁਰੂ ਅਮਰਦਾਸ ਨੇ ਅਡਾਪਟ ਜੇ ਕੀਤਾ ਤਾਂ ਨਾਨਕੇ ਬਣ ਗਏ ਨਾ। ਗੁਰੂ ਅੰਗਦ ਨੇ ਕੀਤਾ, ਉਹ ਵੀ ਨਾਨਕ ਬਣ ਗਿਆ। ਹੱਟ ਛੱਡਣਾ ਹੀ ਚਾਹੀਦਾ, ਇਹ 'ਚ ਫਾਇਦਾ ਹੀ ਹੈ, ਨੁਕਸਾਨ। ਹੱਟ ਨੁਕਸਾਨ ਕਰਦਾ, ਹੱਟ ਉਹ ਘਾਟੇ ਦਾ। ਹੱਟ ਜਿੱਦ ਦਾ ਹੀ ਦੂਆ ਨਾ ਹੱਟ। ਅਸਲ 'ਚ ਧਰਮ ਦੇ ਖੇਤਰ 'ਚ ਜਿੱਦ ਨੂੰ ਹੱਟ ਕਹਿ ਦਿੰਦੇ ਨੇ। ਅਸੀਂ ਜਿੱਦ ਕਰਦੇ ਹਾਂ ਨਾ, ਜਿਹੜਾ ਲਫ਼ਜ਼ ਸਾਡਾ ਜਿੱਦ ਹੈ ਸੰਸਾਰੀ ਭਾਸ਼ਾ 'ਚ, ਧਰਮ ਦੀ ਭਾਸ਼ਾ 'ਚ ਉਹਨੂੰ ਹੱਟ ਕਹਿੰਦੇ ਨੇ। ਆਪਾਂ ਕਹਿੰਦੇ ਬੜਾ ਜਿੱਦੀ ਹੈ, ਤਾਂ ਉਹ ਕਹਿੰਦੇ ਨੇ ਬੜਾ ਹਠੀ ਹੈ। ਹਠੀ ਔਰ ਜਿੱਦੀ ਇੱਕੋ ਹੀ ਸੈਂਸ ਵਿੱਚ ਦੋਏ ਆਏ ਨੇ। ਔਰ ਜਿੱਦ ਕਦੇ ਵੀ ਫਾਇਦੇ ਦਾ ਸੌਦਾ ਨਹੀਂ ਹੁੰਦਾ। ਹਾਂ, ਫਾਇਦੇ ਦਾ ਸੌਦਾ ਇੱਕ ਸਿਰੜ ਜਿਹੜਾ ਲਫ਼ਜ਼ ਹੈ, ਹੋਰ ਇੱਕ ਸਿਰੜ ਲਫ਼ਜ਼ ਹੈ।
ਆਇਆ ਸਾਹਿਬਜ਼ਾਦਿਆਂ ਨੇ ਆਇਆ ਉਹ ਸਿਰੜ ਹੈ। ਉਹ ਕਹਿੰਦੇ ਧਰਮ ਨਹੀਂ ਛੱਡਣਾ, ਉਹ ਹੱਠ ਨਹੀਂ ਹੈ। ਨੌਵੇਂ ਪਾਤਸ਼ਾਹ ਨੇ ਆਇਆ ਸੀਸ ਦਿਆ ਪਰ ਸਿਰੜ ਨਾ ਦਿਆ। ਉਹ ਕਹਿੰਦੇ ਨੇ ਵਧੀਆ ਧਰਮ ਛੱਡ ਕੇ ਘਟੀਆ ਧਰਮ ਅਪਣਾ ਲੈ। ਉੱਥੇ ਇਹ ਹੈ, ਉਹ ਕਹਿੰਦੇ ਵੀ ਇਹ ਨਹੀਂ ਗੱਲ ਬਣਦੀ, ਇਹ ਨਹੀਂ ਗੱਲ ਹੋ ਸਕਦੀ। ਉਹ ਹੱਠ ਨਹੀਂ ਹੈ। ਹੱਠ ਕਾਹਦਾ ਹੈ? ਵਧੀਆ ਚੀਜ਼ ਲੈਣੀ ਨਹੀਂ, ਘਟੀਆ ਛੱਡਣੀ ਨਹੀਂ। ਉਹ ਹੱਠ ਵਧੀਆ ਮਿਲਦੀ ਹੋਵੇ ਚੀਜ਼, ਇਸ ਕਰਕੇ ਨਹੀਂ ਲੈਣੀ ਕਿ ਮੇਰੀ ਬੇਇੱਜ਼ਤੀ ਹੈ। ਪ੍ਰੈਸਟੀਜ ਇਸ਼ੂ ਬਣਾ ਲੈਣਾ ਧਰਮ 'ਚ, ਪ੍ਰੈਸਟੀਜ ਇਸ਼ੂ ਬਣਾ ਕੇ ਕਿ ਲੋਕ ਕਹਿਣਗੇ ਵੀ ਕੱਲ੍ਹ ਇਹ ਗੁਰੂ ਬਣਿਆ ਤਾਂ ਅੱਜ ਇਹ ਚੇਲਾ ਬਣ ਗਿਆ। ਇਹ ਹੱਠ ਹੈ। ਵਧੀਆ ਚੀਜ਼ ਛੱਡ ਕੇ ਘਟੀਆ ਲੈਣੀ ਹੱਠ ਨਹੀਂ ਹੈ, ਉਹ ਸਿਰੜ ਹੈ। ਇਹ ਦੋਹਾਂ ਦੇ ਵਿੱਚ ਫਰਕ ਹੈ। ਸਿਰੜ ਔਰ ਹੱਠ ਦੇ ਵਿੱਚ ਅੰਤਰ ਦਾ ਵੀ ਪਤਾ ਹੋਣਾ ਚਾਹੀਦਾ, ਨਹੀਂ ਤਾਂ ਸਿਰੜ ਵੀ ਛੱਡ ਦਾਂਗੇ ਅਸੀਂ। ਸਿਰੜ ਹੱਠ ਨਹੀਂ ਹੁੰਦਾ। ਉੱਥੇ ਦਸਮ ਪਾਤਸ਼ਾਹ ਲਿਖਦੇ ਨੇ ਸੀਸ ਦਿਆ ਪਰ ਸਿਰੜ ਨਾ ਦਿਆ। ਸਿਦਕ ਨਹੀਂ ਦਿੱਤਾ, ਉਹ ਸਿਦਕ ਹੈ। ਸਿਰੜ ਸਿਦਕ ਨੂੰ ਕਹਿੰਦੇ ਨੇ, ਉਹ ਸਿਦਕ ਹੈ। ਜਿਹੜਾ ਚੀਜ਼ ਭਰੋਸਾ ਜੀ ਤਾਂ ਤੁਹਾਨੂੰ ਵਿਸ਼ਵਾਸ ਹੈ, ਸੱਚ ਹੈ, ਉਹਨੂੰ ਫਿਰ ਤਿਆਗਣਾ ਨਾ ਤਿਆਗਣਾ। ਤਿਆਗਣਾ ਬੇਵਕੂਫੀ ਹੈ, ਉਹਨੂੰ ਨਾ ਤਿਆਗਣਾ ਠੀਕ ਹੈ। ਸਿਰੜ ਹੈ ਉਹ ਹੱਠ ਨਹੀਂ ਹੈ। ਸਿਮ ਨਾ ਸੋ ਜੋ ਕਰ ਨੇ ਕਰੇ ਭਵ ਤਾਰ ਅਪਾਰੇ ਪਾਰ ਪਰੇ। ਇਮ ਨਾ ਸੋ ਜੋ ਕਰ ਨੇ ਕਰੇ। ਹਾਂ, ਇਸ ਤਰੀਕੇ ਨਾਲ ਜਿਹੜੇ ਕਹਿੰਦੇ ਆਪਣੇ ਪਰਮੇਸ਼ਰ ਨਾਲ ਕੋਈ ਨਹੀਂ ਕਰੇ, ਇੰਨੀ ਸ਼ਿੱਦਤ ਨਾਲ ਜੁੜ ਜਵੇ ਉਹਦੇ ਨਾਲ। ਦੁਨੀਆ ਦੇ ਢੋਲ ਢਮੱਕਿਆਂ, ਦੁਨੀਆ ਦੇ ਰੌਲੇ ਗੋਲੇ ਨੂੰ ਛੱਡ ਕੇ ਜੇ ਇਸ ਤਰੀਕੇ ਨਾਲ ਕੋਈ ਜੁੜ ਜਵੇ, ਕੋਈ ਸ਼ੰਕਾ ਨਹੀਂ ਹੈ ਇਹਦੇ ਵਿੱਚ ਵੀ ਉਹਨੂੰ ਪ੍ਰਾਪਤੀ ਨਾ ਹੋਵੇ। ਕੋਈ ਸ਼ੰਕਾ ਵਾਲੀ ਗੱਲ ਹੀ ਨਹੀਂ। ਭਵਤਾਰ ਅਪਾਰੇ ਪਾਰ ਪਰੇ। ਆ ਭਵ ਸਾਗਰ ਨਾ ਪਾਰ ਹੋਵੇ ਔਰ ਤਰ ਨਾ ਜਾਵੇ, ਕੋਈ ਇਹ ਜੇ ਸ਼ੰਕਾ ਵਾਲੀ ਗੱਲ ਹੀ ਨਹੀਂ। ਕੋਈ ਸ਼ੰਕਾ ਵਾਲੀ ਗੱਲ ਨਹੀਂ ਵੀ ਨਾ ਹੋਵੇ ਉਹਨੂੰ ਪ੍ਰਾਪਤੀ। ਹਾਂਜੀ, ਤਨ ਕੇ ਮਨ ਕੇ ਭ੍ਰਮ ਪਾਸ ਧਰੇ ਕਰ 15ਵਾਂ ਗੁਰਪਾਨ ਪਰੇ। ਹਾਂ, ਤਨ ਮਨ ਦੇ ਨਾਲ ਉਹਨੂੰ ਐਕਸੈਪਟ ਕਰਕੇ ਉਹਨੂੰ 15ਵਾਂ ਗੁਰੂ ਬਣਾ ਲਿਆ। ਇਹਨੇ ਇਮਾਨਦਾਰੀ ਨਾਲ 15ਵਾਂ ਗੁਰੂ ਬਣਾ ਲਿਆ। ਇਮਾਨਦਾਰੀ ਨਾਲ 15ਵਾਂ ਗੁਰੂ ਬਣਾ ਲਿਆ ਉਹਨੂੰ ਵੀ ਵਾਕਈ ਉਹ ਢਹਿ ਢੇਰੀ ਹੋ ਗਿਆ ਆਪ ਉਹਦੇ ਸਾਹਮਣੇ। ਆਪਣਾ ਜਿਹੜਾ ਉਹਦਾ ਸੀ ਨਾ ਸਾਰਾ ਢਹਿ ਢੇਰੀ ਹੋ ਗਿਆ ਵੀ ਹਾਂ ਵੀ ਵਾਕਈ ਇਹ ਇੰਨੀ ਸ਼ਿੱਦਤ ਮੁਸ਼ਕਲ ਹੈ, ਮੇਰੇ ਵਿੱਚ ਨਹੀਂ ਇਹ ਗੁਣ ਹੈਗਾ। 16ਵੇਂ ਗੁਰੂ ਇੱਲ ਦੀ ਕਥਾ। ਅੱਛਾ ਜੀ। ਤੋਟਕ ਛੰਦ ਵਿਪੂਤ ਭਗਵੇਂ ਭੇਸ ਬਰੰਗ ਸ਼ੁਭ ਸੋਭਤ ਚੇਲਕ ਸੰਗ ਨਰੰਗ। ਹੁਣ ਭੂਤ ਵੀ ਲਾਈ ਹੋਈ ਹੈ, ਭਗਵਾਂ ਭੇਸ ਵੀ ਪਾਇਆ ਹੋਇਆ, ਦੱਤ ਦੇ ਕੱਪੜੇ ਰੰਗ ਹੈ ਨਾ ਇਹਨਾਂ ਦਾ ਉਹ, ਤੇ ਚੇਲੇ ਵੀ ਨਾਲ ਲਏ ਹੋਏ ਨੇ। ਅੱਗੇ ਤੁਰ ਪਿਆ, ਅੱਗੇ ਤੁਰਿਆ ਜਾਂਦਾ। ਵਿਭੂਤ ਮਲ ਕੇ ਭਗਵਾਂ ਭੇਸ ਪਾ ਕੇ ਅੱਗੇ ਚੱਲ ਪਿਆ ਹੋਰ ਗਾਹਾਂ। ਸੋਭਤ ਚੇਲਕ ਸੰਗ ਨਰੰਗ। ਹਾਂ, ਦੇਖੋ ਨਰੰਗ ਲਫ਼ਜ਼ ਬੱਚੇ ਆਇਆ, ਚੇਲਿਆਂ 'ਚ ਔਰਤ ਕੋਈ ਨਹੀਂ ਹੈ। ਕਿਤੇ ਨਾ ਕਿਤੇ ਐਸੀ ਗੱਲ ਕਹਿ ਜਾਂਦੇ ਨੇ ਸਾਰੇ। ਹੁਣ ਤੱਕ ਨਰੰਗ ਲਫ਼ਜ਼ ਨਹੀਂ ਆਇਆ ਹੈ। ਚੇਲਿਆਂ 'ਚ ਕੋਈ ਔਰਤ ਨਹੀਂ, ਔਰਤ ਅਲਾਊਡ ਹੀ ਨਹੀਂ, ਸ਼ੁਰੂ ਤੋਂ ਲੈ ਕੇ ਨਹੀਂ ਅਲਾਊਡ। ਉਹ ਕਰ ਰਹੇ, ਉਹਦਾ ਪਤੀ ਹੈ, ਉਹਦੇ ਨਾਲ ਹੀ ਮੁਕਤੀ ਆਉਂਦੀ। ਬਾਅਦ ਦੇ ਵਿੱਚ ਨਾਥਾਂ ਦੇ ਚੇਲੀਆਂ ਰਹਿਣ ਲੱਗ ਗਈਆਂ ਸੀ ਉੱਥੇ। ਬਾਅਦ ਦੇ ਵਿੱਚ ਉਹ ਨਹੀਂ ਕਮਜ਼ੋਰੀਆਂ ਆਉਂਦੀਆਂ ਚਲੀਆਂ ਗਈਆਂ। ਜਿੱਥੇ ਹੋ ਜਾਊਗਾ ਉੱਥੇ ਹੁਣ ਤੁਸੀਂ ਦੇਖਦੇ ਹੀ ਹੋ ਆਪਣੇ ਉਹ ਜੋ ਵੀ ਕੁਛ ਹੈ। ਜਿੱਥੇ ਕੋਈ ਕਮਜ਼ੋਰੀ ਆਊਗੀ ਉੱਥੇ ਫਿਰ ਕਮਜ਼ੋਰੀ ਬਾਹਰ ਵੀ ਆ ਜਾਊਗੀ, ਉਹਦੇ ਰਿਜ਼ਲਟ ਵੀ ਉਹੋ ਜਿਹੇ ਆ ਜਾਣਗੇ। ਉੱਥੇ ਤਪ ਜਪ ਧਰਮ ਉੱਥੇ ਕੁਝ ਵੀ ਨਹੀਂ ਰਹਿਣਾ। ਫਿਰ ਉੱਥੇ ਹੋਰੇ ਕੁਝ ਬਣ ਜੂ। ਉੱਥੇ ਸਿਆਸਤ ਬਣ ਜੂ, ਆਦਮੀਆਂ ਦੇ ਇਕੱਠ ਦੀ ਗੱਲ ਬਣ ਜੂ, ਸਿਆਸੀ ਤੌਰ 'ਤੇ ਪ੍ਰੈਸ਼ਰ ਪਾਉਣ ਦੀ ਗੱਲ ਬਣ ਜੂ,
ਮਾਇਆ ਇਕੱਠੀ, ਮਾਇਆ ਦਾ ਪ੍ਰਭਾਵ ਆਜੂ, ਦੁਨਿਆਵੀ ਗੱਲ ਆਜੂ, ਧਰਮ ਨਹੀਂ ਰਹਿੰਦਾ ਉੱਥੇ। ਹੌਲੀ 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 ਧਰਮ ਮਨਫੀ ਹੁੰਦਾ ਚਲਾ ਜਾਂਦਾ, ਹੋਰੇ ਕੁਝ ਬਣ ਜਾਂਦਾ। ਹਾਂਜੀ। ਗੁਣ ਗਾਵਤ ਗੋਬਿੰਦ ਏਕ ਮੁਖਿੰਗ, ਮਨ ਡੋਲਤ ਆਸ ਉਦਾਸ ਸੁਖਿੰਗ। ਸਾਰੇ ਗੁਣ ਗਾਉਂਦੇ ਨੇ, ਏਕ ਮੁਖੰ, ਦੋ ਮੁਖ ਨਹੀਂ ਹੈ ਵੀ ਮਨ ਕਰ ਕੁਛ ਬੋਲਦਾ, ਚਿੱਤ ਕੁਛ ਬੋਲਦਾ। ਇੱਕ ਮੁਖੰ ਦਾ ਮਤਲਬ ਹੈ ਗੁਰਮੁਖੀ ਤਰੀਕੇ ਨਾਲ। ਇੱਥੇ ਏਕ ਮੁਖੰ ਕਹਿਤਾ, ਮੂੰਹ ਤਾਂ ਹੁੰਦਾ ਹੀ ਇੱਕ ਹੈ ਨਾ, ਮੂੰਹ ਦੋ ਹੀ ਨੇ, ਇੱਕ ਮੂੰਹ ਨਹੀਂ ਹੈ, ਦੋ ਮੂੰਹ ਨੇ ਆਪਣੇ। ਇੱਕ ਮੂੰਹ ਨੂੰ ਤਾਂ ਚੁੱਪ ਸਾਰੇ ਕਰਾ ਲੈਂਦੇ ਨੇ, ਹਾਂ ਮੂੰਹ ਨੂੰ ਤਾਂ ਸਾਰੇ ਚੁੱਪ ਕਰਾ ਲੈਂਦੇ ਨੇ। ਜਪਜੀ ਸਾਹਿਬ ਜੀ ਕਹੇ ਚੁੱਪ ਹੈ, ਚੁੱਪ ਨਾ ਹੋ ਬਈ। ਜੇ ਆ ਮੂੰਹ ਚੁੱਪ ਕਰਾ ਲਿਆ ਤਾਂ ਮਤਲਬ ਦੂਆ ਨਹੀਂ ਚੁੱਪ ਹੋਇਆ ਹੈ, ਦੂਆ ਮੂੰਹ ਦੀਨਾ ਨਹੀਂ ਹੈ। ਏਕ ਮੁਖੰਗ ਦਾ ਮਤਲਬ ਹੈ ਅੰਦਰੋਂ ਹੀ ਉਹ ਕਰ ਰਹੇ ਨੇ, ਅੰਦਰਲੇ ਮੂੰਹ ਨਾਲੇ। ਜੋ ਅੰਦਰਲੇ ਮੂੰਹ ਨਾਲ ਕਰ ਰਹੇ ਨੇ ਉਹੀ ਬਾਹਰਲੇ ਨਾਲ ਕਰ ਰਹੇ ਨੇ। ਜੋ ਅੰਦਰ ਬਾਹਰ ਇੱਕੋ ਹੀ ਗੱਲ ਹੈ, ਉਹਨਾਂ ਦੀ ਦੋ ਨਹੀਂ। ਜਿਨ ਮਨ ਹੋਰ ਮੁਖ ਹੋਰ, ਉਹ ਗੱਲ ਨਹੀਂ ਹੈ। ਸਿਕਾੜੇ ਕੱਚਿਆਂ ਏਕ ਮੁਖੰਗ ਨੇ। ਇਹ ਗੁਰਮੁਖੀ ਜਿਹੜਾ ਹੈ ਨਾ ਲਫ਼ਜ਼, ਇੱਕ ਮੁਖ ਵਾਸਤੇ ਆਇਆ ਹੈ। ਹਾਂ, ਗੁਰਮੁਖੀ ਜਿਹੜੀ ਹੈ, ਗੁਰਮੁਖ ਦਾ ਮੁਖ ਹੁੰਦਾ ਹੀ ਇੱਕ, ਦੂਆ ਹੁੰਦਾ ਹੀ ਨਹੀਂ। ਗੁਰਮੁਖਾਂ ਦਾ ਮੁਖ ਇੱਕ ਹੁੰਦਾ, ਦੂਆ ਹੁੰਦਾ ਹੀ ਨਹੀਂ, ਕਿਉਂਕਿ ਮਨ ਮਰਿਆ ਹੋਇਆ ਹੁੰਦਾ। ਜਾਂ ਮਨ ਮਰ ਗਿਆ, ਮੁਖ ਕਿੱਥੇ ਰਹਿ ਗਿਆ ਉਹਦਾ? ਜਿਹੜੀ ਚੀਜ਼ ਮਰ ਗਈ ਉਹਦਾ ਬੋਲਦੀ ਉਹ ਨਹੀਂ ਹੈ। ਇੱਕੋ ਮੁਖ ਹੁੰਦਾ, ਏਕ ਮੁਖ ਲਫ਼ਜ਼ ਵਰਤਦਾ। ਨਵੇਂ ਨਵੇਂ ਲਫ਼ਜ਼ ਵਰਤੇ ਨੇ, ਆਦ ਵਿੱਚ ਨਹੀਂ ਵਰਤੇ ਹੋਏ ਇਹ ਜੇ ਲਫ਼ਜ਼। ਹੁਣ ਲਫ਼ਜ਼ ਦੀ ਗਹਿਰਾਈ ਤੱਕ ਜੇ ਜਾਈਏ, ਹੁਣ ਅਗਲਾ ਕੋਈ ਕਹੂ ਵਿਦਵਾਨ ਬਈ ਭਾਈ ਮੂੰਹ ਤਾਂ ਇੱਕੋ ਹੀ ਹੁੰਦਾ ਸਾਰਿਆਂ ਦਾ। ਜਾਂ ਤਾਂ ਇਹਦੇ ਇਹ ਅਰਥ ਲਾ ਲਓ ਬਈ ਦੱਤ ਬੋਲਦਾ ਬਾਕੀ ਚੁੱਪ ਨੇ, ਇੱਕ ਮੂੰਹ ਨਾਲ ਬੋਲਦੇ ਨੇ। ਇੱਕ ਜਾਣਾ ਬੋਲਦਾ ਬਾਕੀ ਸੁਣਦੇ ਨੇ। ਏਕ ਮੁਖ ਦਾ ਮਤਲਬ ਇਹ ਤਾਂ ਇਹ ਲਾਓ। ਹੁਣ ਵਿਦਵਾਨ ਖਬਰ ਕਿੱਧਰ ਨੂੰ ਧੂ ਕੇ ਲੈ ਜਾਣਗੇ, ਇਸ ਨੂੰ ਅੱਡ ਅੱਡ ਅਰਥ ਕੱਢ ਲੈਣਗੇ ਵੀ ਆਹ ਵੀ ਹੋ ਸਕਦਾ ਅਰਥ। ਉਹ ਜਿਵੇਂ ਉਹਨਾਂ ਨੇ ਕੱਢੇ ਹੋਏ ਨੇ ਆਪਣੇ ਟਕਸਾਲ ਵਾਲਿਆਂ ਨੇ 22 24 ਅਰਥ, ਫਿਰ ਐਵੇਂ ਕੱਢਦੇ ਨੇ ਉਹ ਵੀ ਆਹ ਵੀ ਹੋ ਸਕਦਾ ਅਰਥ, ਆਹ ਵੀ ਹੋ ਸਕਦਾ ਅਰਥ। ਹਾਂਜੀ। ਗੁਣ ਗਾਵਤ ਗੋਬਿੰਦ ਏਕ ਮੁਖਿੰਗ, ਮਨ ਡੋਲਤ ਆਸ ਉਦਾਸ ਸੁਖਿੰਗ। ਮਨ ਡੋਲਤ ਆਸ ਉਦਾਸ ਸੁਖਿੰਗ। ਹਾਂ, ਮਨ ਤਾਂ ਡੋਲਦਾ ਜ਼ਰੂਰ, ਟੋਲਦਾ। ਡੋਲਣ ਦਾ ਮਤਲਬ ਟੋਲਣਾ, ਲੱਭਦਾ। ਤੁਰੇ ਫਿਰਦੇ ਨੇ ਨਾ, ਸੱਚੇ ਸੁੱਖ ਨੂੰ ਟੋਲਦੇ ਫਿਰਦੇ ਨੇ, ਲੱਭਦੇ ਫਿਰਦੇ ਨੇ ਬਾਹਰ। ਬਾਹਰ ਟੋਲੇ ਸੇ ਪਰ ਇੱਕ ਮੁਖ ਨਾਲੇ ਬੋਲਦੇ ਨੇ, ਪਰ ਲੱਭਦੇ ਕੀ ਨੇ? ਸੱਚਾ ਸੁੱਖ। ਸੁਖਮ ਉਦਾਸ ਸੁਖਮ, ਉਦਾਸ ਸੁਖਮ। ਉਦਾਸ ਸੁਖਮ ਕੀ ਹੈ? ਸੱਚਾ ਸੁੱਖ, ਸੰਸਾਰੀ ਸੁੱਖ ਨਹੀਂ। ਉਦਾਸ ਸੁਖਮ, ਦੁਨੀਆ ਤੋਂ ਉਦਾਸ ਹੋ ਕੇ ਜਿਹੜਾ ਸੁੱਖ ਹੈ ਨਾ, ਦੁਨੀਆ ਨੂੰ ਤਿਆਗ ਕੇ ਜਿਹੜਾ ਸੁੱਖ ਹੈ, ਦੁਨਿਆਵੀ ਸੁੱਖਾਂ ਤੋਂ ਉੱਚਾ ਸੁੱਖ ਹੈ ਜਿਹੜਾ। ਜਿਹੜੇ ਸੁੱਖ ਤੋਂ ਬਾਅਦ ਦੁੱਖ ਹੁੰਦਾ ਹੀ ਨਹੀਂ ਕਦੇ। ਸੰਸਾਰੀ ਸੁੱਖ ਤੋਂ ਬਾਅਦ ਤਾਂ ਦੁੱਖ ਹੋ ਜਾਂਦਾ ਹੈ, ਕਦੇ ਵੀ ਚਾਂਸ ਹੈ। ਹੁਣ ਸੁੱਖ ਹੈ, ਘੜੀ ਕੁ ਨੂੰ ਦੁੱਖ ਹੈ। ਅੱਜ ਵਿਆਹ ਹੈ, ਉੱਤੇ ਖਬਰ ਆ ਗਈ ਕੋਈ ਮਾੜੀ, ਜਦੇ ਆਉਂਦੀਆਂ ਰਹਿੰਦੀਆਂ ਨੇ ਖਬਰਾਂ। ਵਿਆਹ ਕੇ ਆਏ, ਐਕਸੀਡੈਂਟ ਹੋ ਗਿਆ, ਘਰ ਦੇ ਵਿੱਚ ਵਿਚਾਰੇ ਤਿਆਰੀਆਂ ਕਰਦੇ ਨੇ, ਰਾਹ ਦੇ ਖਬਰ ਆ ਗਈ ਹੋਰੇ ਕੁਛ। ਰੋਜ਼ ਆਉਂਦੇ ਹੀ ਨੇ। ਸੁਖ ਮੰਗਤ ਦੁੱਖ ਅੱਗੇ ਆਵੇ। ਜੇ ਸੰਸਾਰੀ ਸੁੱਖ, ਕੋਈ ਐਸਾ ਸੁੱਖ ਜਿਹਦੇ ਬਾਅਦ ਦੁੱਖ ਹੋ ਜਾਵੇ, ਸੁਖ ਮੰਗਤ ਦੁੱਖ ਅੱਗੇ ਆਵੇ, ਸੋ ਸੁਖ ਹਮੂ ਨੂੰ ਮੰਗਿਆ ਪਾਵੇ। ਕਬੀਰ ਨੇ ਪਹਿਲਾਂ ਹੀ ਕਹਿਤਾ, ਐਸਾ ਸੁੱਖ ਮੈਂ ਮੰਗਦਾ ਹੀ ਨਹੀਂ। ਸੁੱਖ ਉਹ ਦੇ ਜੇ ਦੇਣਾ, ਉਹ ਤੋਂ ਬਾਅਦ ਦੁੱਖ ਹੋਵੇ ਹੀ ਨਾ। ਜਾਂ ਤਾਂ ਉਹ ਸੁੱਖ ਦੇ ਬਾਅਦ 'ਚ ਦੁੱਖ ਹੋਵੇ ਹੀ ਨਾ। ਨਹੀਂ, ਮੈਂ ਮੰਗਦਾ ਹੀ ਨਹੀਂ। ਫਿਰ ਕੀ ਮੰਗਣਾ? ਸੁੱਖ ਜਾਂ ਬਾਅਦ ਤਾਂ ਫਿਰ ਦੁੱਖ ਹੋ ਜਾਣਾ। ਸੋ ਸੁੱਖ ਹਮੂ ਨਾ ਮੰਗਿਆ ਭਾਵੇ। ਜਿਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ। ਦੇਖੋ ਦੋ ਡਰੇ ਨੇ ਇੱਥੇ, ਤੀਆ ਨਹੀਂ ਡਰਿਆ, ਵਿਸ਼ਨੂੰ ਨਹੀਂ ਡਰਿਆ।
ਵਿਸ਼ਨੂੰ ਨਹੀਂ ਡਰਿਆ ਉਹ ਸੁਖ ਤੋਂ, ਇੰਦਰ ਦੇਵਤਾ ਨਹੀਂ ਡਰਿਆ, ਦੇਵਤੇ ਨਹੀਂ ਡਰੇ ਸੁਖ ਤੋਂ। ਦੇਵਲੋਕ ਦੇ ਸੁਖ ਜਿਹੜੇ ਇਸੇ ਕਰਕੇ ਭੈੜੇ ਨੇ। ਮਾਇਆ ਦੇ ਸੁਖ ਨੂੰ ਨਹੀਂ ਦੁਨੀਆ ਫਿਰਦੀ। ਕਿੱਥੇ ਲੈ ਗਏ ਮਾਇਆ ਦੇ ਸੁਖ? ਤੁਹਾਨੂੰ ਡਿਪਰੈਸ਼ਨ 'ਚ ਲੈ ਗਏ, ਤਾਂ ਨਹੀਂ ਸੀ ਮੰਗੇ। ਗੱਲ ਦੇ ਕੋਈ 600-700 ਸਾਲ ਪਹਿਲਾਂ ਕਹਿਤੀ, ਅੱਜ ਅਸੀਂ ਤਜਰਬਾ ਕਰ ਲਿਆ ਨਾ, ਸੁੱਖਾਂ ਵੱਲ ਨੂੰ ਭੱਜੇ ਸੀ ਨਾ। ਅੱਗੇ ਕੀ ਹੈ? ਅੱਗੇ ਦੁੱਖ ਸਾਫ਼ ਹੋ ਗਿਆ। ਜਿੰਨੀਆਂ ਵੀ ਸੁਖ ਸਾਧਨ ਪੈਦਾ ਕੀਤੇ ਅਸੀਂ ਹੋ ਗਏ, ਕੋਈ ਸ਼ੱਕ ਨਹੀਂ, ਪਰ ਪੀਸ ਆਫ ਮਾਈਂਡ ਦੇ ਕੀਮਤ ਤੇ ਹੋਏ। ਪੀਸ ਆਫ ਮਾਈਂਡ ਉਹ ਨਹੀਂ ਘਟ ਗਿਆ। ਪੀਸ ਆਫ ਮਾਈਂਡ ਤਾਂ ਸੁੱਖ ਹੈ। ਸੁੱਖ ਕੀ ਹੈ? ਪੀਸ ਆਫ ਮਾਈਂਡ। ਪੀਸ ਆਫ ਮਾਈਂਡ ਦੇ ਬੱਟੇ ਮਿਲੇ ਨੇ ਸਾਨੂੰ, ਉਹ ਤੇ ਸੁੱਖ ਤਾਂ ਮਿਲਿਆ ਨਾ ਫਿਰ। ਇਸ ਕਰਕੇ ਕਬੀਰ ਨੇ ਕਿਹਾ ਤਾਂ ਸੋ ਸੁਖ ਹਮੂ ਨਾ ਮੰਗਿਆ ਭਾਵੈ। ਉਹ ਰਾਹ ਹੀ ਨਹੀਂ ਤੁਰੇ ਭਗਤ, ਉਦੋਂ ਹੀ ਪਤਾ ਸੀ ਉਹਨਾਂ ਨੂੰ, ਅੱਜ ਸਾਨੂੰ ਹੁਣ ਪਤਾ ਲੱਗਿਆ। ਉਹ ਗੱਲ ਉਦੋਂ ਸੁਣੀ ਨਹੀਂ, ਉਹਨੂੰ ਵੈਲਿਊ ਨਹੀਂ ਦਿੱਤੀ। ਧਰਮ ਨੂੰ ਤਾਂ ਬੇਵਕੂਫ ਕਹਿੰਦੇ ਸੀ ਲੋਕ, ਧਰਮ ਦੇ ਲੋਕਾਂ ਨੂੰ ਬੇਵਕੂਫ ਮੰਨਦੇ ਸੀ। ਤੇ ਹੁਣ ਪਤਾ ਲੱਗਿਆ ਵੀ ਅੱਤਵਾਦ ਦਾ ਮੁਕਾਬਲਾ ਭਾਈ ਬੰਦੂਕਾਂ ਨਾਲ ਨਹੀਂ ਹੋ ਸਕਦਾ। ਹੁਣ ਅੱਤਵਾਦ ਦਾ ਮੁਕਾਬਲਾ ਧਰਮ 'ਚੋਂ ਪੈਦਾ ਹੋਇਆ, ਧਰਮ ਹੀ ਕਰੇ। ਅੱਜ ਫਿਰ ਧਰਮ ਦੀ ਲੋੜ ਪੈ ਗਈ। ਜੋ ਚੀਜ਼ ਛੱਡਤੀ ਸੀ ਉਹਦੀ ਲੋੜ ਪਈ। ਇੰਨੀ ਬੁੱਧੀ ਧਾਰਮਿਕਾਂ ਦੀਆਂ ਜਿੰਨੀ ਬੁੱਧੀ ਇਹਨਾਂ ਲੋਕਾਂ 'ਚ ਨਹੀਂ ਹੁੰਦੀ ਵਿਦਵਾਨਾਂ 'ਚ, ਕਿਉਂ ਅਲਪ ਸੁਖ ਭਾਲਦੇ ਨੇ ਨਾ। ਅਲਪ ਬੁੱਧੀ ਹੋਊ, ਅਲਪ ਸੁਖ ਭਾਲੂ ਤਾਂ ਅਲਪ ਬੁੱਧੀ ਵੀ ਅਲਪ ਹੋਊ। ਉਹ ਸੁਖ ਤੋੜਦੇ ਨੇ। ਇਹ ਦੁਨਿਆਵੀ ਸੁਖ ਤਾਂ ਛੱਡੀ ਫਿਰਦੇ ਨੇ। ਜਿਹੜੇ ਆਦਮੀ ਨੇ ਘਰ-ਬਾਰ ਛੱਡਤਾ, ਦੁਨਿਆਵੀ ਸੁਖ ਤਾਂ ਆਪੇ ਛੱਡਤੇ। ਉਹ ਸੁਖ ਭਾਲਦੇ ਨੇ ਜਿਹੜਾ ਅਲਪ ਸੁਖ ਨਾ ਹੋਵੇ, ਪਰਮ ਸੁਖ ਹੋਵੇ ਸਾਰੇ। ਇਸ ਕਰਕੇ ਮਨ ਚਲਾਇਮਾਨ ਹੈ। ਚਲਾਇਮਾਨ ਮੰਨਿਆ ਮਨ, ਕਿ ਕੁਛ ਤੋੜਦਾ ਲੱਭਿਆ ਨਹੀਂ। ਹਾਂ, ਡੋਲਤ ਲਫ਼ਜ਼ ਆਇਆ। ਪਰ ਡੋਲਤ ਆਸ ਉਦਾਸ ਸੁਖ ਹੈ। ਉਹ ਉਦਾਸ ਨੇ ਸੰਸਾਰ ਤੋਂ। ਮਨ ਡੋਲਦਾ, ਟੋੜਦਾ, ਡੋਲਦਾ, ਢੂੰਡਦਾ ਫਿਰਦਾ। ਡੋਲਣਾ ਤੁਰਨ ਫਿਰਨ ਨੂੰ ਕਹਿੰਦੇ ਨੇ, ਉਹ ਯੂਪੀ 'ਚ ਡੋਲਣਾ ਕਹਿੰਦੇ ਨੇ। ਬੜਦ ਨੂੰ ਡੋਲਤ ਬਣਮਾਹੀ ਲੱਭਦੇ ਫਿਰਦੇ ਨੇ ਪਰਮ ਸੁਖ ਨੂੰ। ਅਜ ਉਹ ਪਰਮ ਸੁਖ ਤਾਈਂ ਨਹੀਂ ਪਹੁੰਚੇ ਹੋਏ ਕੋਈ ਵੀ ਇਹਨਾਂ 'ਚ। ਹਾਂਜੀ, ਮੁਖ ਪੂਰਤ ਸੂਰਤ ਨਾਦ ਨਵੰਗ ਅਤ ਉਜਲ ਅੰਗ ਵਿਭੂਤ ਰਿਖਿੰਗ। ਮੁਖ ਪੂਰਤ ਸੂਰਤ ਨਾਦ ਨਵੰਗ। ਦੇਖੋ, ਨਾਦ ਨਵੰਗ ਲਫ਼ਜ਼ ਵਰਤਿਆ। ਮੂੰਹ ਦੇ ਵਿੱਚੋਂ ਜੋ ਦੱਤ ਗੱਲ ਕੱਢਦਾ, ਨਿੱਤ ਨਵੀਂ ਕੱਢਦਾ। ਕੋਈ ਤਜਰਬੇ ਦੀ ਗੱਲ ਰੋਜ਼ ਸਿੱਖਦਾ ਨਾ ਕੁਛ। ਉਹ ਬੋਲਦਾ ਨਾਦ ਹੈ। ਉਪਦੇਸ਼ ਕੋਈ ਨਾ ਕੋਈ ਰੋਜ਼ ਨਵਾਂ ਕਰਦਾ। ਇਹਦਾ ਹੀ ਕਰਦਾ ਹੋਊਗਾ, ਤੀਰ ਵਾਲੇ ਦਾ ਹੀ। ਤੀਰ ਨਵਾਂ ਗੁਰੂ ਨਹੀਂ ਬਣਾ ਕੇ ਆਇਆ। ਜੇ ਨਵਾਂ ਗੁਰੂ ਬਣਾ ਕੇ ਆਇਆ ਤਾਂ ਨਵੀਂ ਗੱਲ ਵੀ ਕਰੂਗਾ। ਹੁਣ ਨਾਦ ਵੀ ਕਰੂਗਾ, ਉਹਦਾ ਦੱਸੂਗਾ ਵੀ। ਦੇਖੋ, ਦੱਤ ਤੇ ਅਸਰ ਹੋਇਆ, ਚੇਲਿਆਂ ਨੂੰ ਤਾਂ ਹੁਣ ਦੱਸੂਗਾ। ਨਾਦ ਨਵੰਗ ਦਾ ਮਤਲਬ ਹੈ ਨਵੀਂ ਗੱਲ ਕਰ ਰਿਹਾ ਹੈ। ਹੁਣ ਰੋਜ਼ ਨਵਾਂ ਉਪਦੇਸ਼ ਕਰ ਰਿਹਾ। ਜਦੋਂ ਨਵਾਂ ਗੁਰੂ ਬਣਾਉਂਦਾ ਤਾਂ ਉਹਦੇ ਗੁਣ ਦਾ ਵੀ ਉਪਦੇਸ਼ ਨਵਾਂ ਕਰਦਾ। ਉਹਨੂੰ ਨਵਾਂ ਨਾਦ ਕਹਿੰਦੇ ਨੇ। ਉਹ ਨਾਦ ਦੂਏ ਨਹੀਂ ਵਜਾਉ, ਨਵੰਗ ਨਾਦ ਆ ਗਿਆ ਨਾ। ਹਾਂ, ਨਵੀਂ ਗੱਲ ਕਰਦਾ ਹੈ, ਨਵੀਂ ਸਿੱਖਿਆ ਦਿੰਦਾ ਹੁਣ ਉਹਨਾਂ ਨੂੰ ਵੀ ਇਹ ਤੋਂ ਮੈਂ ਪ੍ਰਭਾਵਿਤ ਹੋ ਗਿਆ, ਐਸਾ ਆਦਮੀ ਚਾਹੀਦਾ, ਇਉਂ ਕਰਨਾ ਚਾਹੀਦਾ। ਉਹ ਗੱਲ ਕਰ ਰਿਹਾ। ਹਾਂਜੀ, ਮੁਖ ਪੂਰਤ ਸੂਰਤ ਨਾਦ ਨਵੰਗ ਅਤ ਉਜਲ ਅੰਗ ਵਿਭੂਤ ਰਿਖਿੰਗ। ਹਾਂ, ਹਾਲਾਂਕਿ ਉਜਲ ਹੈਗਾ, ਵਿਭੂਤ ਲਾਈ ਹੋਈ ਹੈ, ਰਿਖੀ ਹੈ, ਪਰ ਨਵੀਂ ਗੱਲ ਕਰ ਰਿਹਾ। ਚਾਹੇ ਆਪ ਵਿਭੂਤ ਲਾਈ ਹੋਈ ਹੈ, ਤੀਰ ਵਾਲੇ ਦੇ ਵਿਭੂਤ ਨਹੀਂ ਸੀ, ਉਹ ਬਣਾਉਣ ਵਾਲੇ ਦੇ ਵਿਭੂਤ ਨਹੀਂ ਸੀ। ਆਪ ਸਾਧੂ ਹੈ, ਉਹ ਸਾਧੂ ਹੈ ਨਹੀਂ ਸੀ, ਪਰ ਉਹਨੂੰ ਸਾਧੂ ਮੰਨੀ ਬੈਠਾ ਆਪਣੇ ਨੂੰ, ਉਸ ਗੁਣ 'ਚ ਜ਼ਿਆਦਾ। ਗੱਲ ਉਹਦੀ ਕਰ ਰਿਹਾ। ਹਾਂਜੀ, ਨਹੀਂ ਬੋਲਤ ਡੋਲਤ ਦੇਸ਼ ਦਿਸ਼ਿੰਗ ਗੁਣ ਚਾਰਤ ਧਾਰਤ ਧਿਆਨ ਹਰਿੰਗ। ਨਹੀਂ ਡੋਲਤ, ਉਹ ਮਨ ਨਹੀਂ ਡੋਲਦਾ ਉਹਦਾ। ਹੋਰ ਸੰਸਾਰ 'ਚ ਮਨ ਨਹੀਂ ਡੋਲਦਾ ਹੈ। ਨਹੀਂ ਬੋਲਤ, ਹਾਂ, ਐਸੀ ਗੱਲ ਨਹੀਂ ਬੋਲਦਾ ਜਿਹਦੇ ਨਾਲ ਸੰਸਾਰ 'ਚ ਮਨ
ਮਤਲਬ ਹੈ ਪਦਾਰਥਾਂ ਦੇ ਵਿੱਚ, ਪਦਾਰਥਾਂ 'ਚ ਵੜਦੇ ਬੜੇ, ਭਾਵੇਂ ਜੰਗ ਉਹ ਡੋਲਦੇ ਨੇ ਫਿਰਦੇ ਨੇ, ਪਰ ਸੰਸਾਰ 'ਚ ਫਸਣ ਵਾਸਤੇ ਨਹੀਂ ਫਿਰਦੇ। ਕਿਤੇ ਵੀ ਚਲੋ ਇੱਥੇ ਚੰਗੀ ਜਿਹੀ ਜਗ੍ਹਾ ਦੇਖ ਕੇ ਬਹਿ ਜਾਓ, ਏਰੀਆ ਖਾਣ ਪੀਣ ਨੂੰ ਵਧੀਆ, ਇਹ ਤੇ ਫੜ ਲੈ ਜਾਂ ਕੁਛ ਇਹੋ ਜਿਹਾ ਵੀ ਜਗ੍ਹਾ ਦੇਖ ਕੇ ਬਹਿ ਜਾਂਦੇ ਹੁੰਦੇ ਨੇ। ਹਾਂ, ਨਹੀਂ ਬੋਲਤ ਡੋਲਤ ਦੇਸ਼ ਦਿਸ਼ਿੰਗ, ਦੇਸ਼ ਦੇਸ਼ਾਂਤਰਾਂ ਵਿੱਚ ਡੋਲਦੇ ਨੇ ਫਿਰਦੇ ਨੇ। ਹਾਂ, ਇਸ ਕਰਕੇ ਨਹੀਂ ਮਤਲਬ ਹੈ ਇਹ ਨਹੀਂ ਕਹਿੰਦੇ ਵੀ ਇੱਥੇ ਬਹਿ ਜਾਈਏ, ਇਹ ਐਸੀ ਸਿੱਖਿਆ ਨਹੀਂ ਦੇ ਰਹੇ। ਸਿੱਖਿਆ ਦੂਜੀ ਉਹ ਦੇ ਰਹੇ ਨੇ, ਜੋ ਦੇਖਦੇ ਨੇ ਗੁਣ ਇਕੱਠੇ ਕਰ ਰਹੇ ਨੇ ਗੁਣ, ਉਹ ਗੁਣਾਂ ਦੀ ਉਹ ਗੱਲ ਗੁਣਾਂ ਦੀ ਉਹ ਚੱਲਦੀ ਹੈ। ਹਾਂ, ਗੁਣ ਚਾਰਤ ਧਾਰਤ ਧਿਆਨ ਹਰੇ, ਹਾਂ ਗੁਣ ਚਾਰਤ ਧਾਰਤ ਗੁਣ ਇਕੱਠੇ ਕਰ ਰਹੇ ਨੇ ਨਾ। ਆਚਰਣ ਚਾਰਤ ਆਚਰਣ ਗੁਣਾਂ ਵਾਲਾ ਨਾਲ ਦੀ ਨਾਲ ਡਿਵੈਲਪ ਕਰ ਰਹੇ ਨੇ। ਜੇ ਗੁਣ ਸੁਣ ਲਿਆ ਸਮਝ ਲਿਆ ਔਰ ਆਚਰਣ ਬਦਲਿਆ ਨਹੀਂ, ਤਬਦੀਲੀ ਨਹੀਂ ਆਈ, ਫਿਰ ਉਹਦਾ ਕੀ ਫਾਇਦਾ ਹੋਇਆ। ਗੁਣਾਂ ਦੇ ਨਾਲ ਆਚਰਣ ਵੀ ਬਦਲੀ ਕਰ ਰਹੇ ਨੇ, ਨਾਲ ਆਚਰਣ ਦੇ ਉੱਤੇ ਅਸਰ ਵੀ ਪੈਣਾ ਚਾਹੀਦਾ, ਆਚਰਣ ਵੀ ਹੋ ਜਾ ਚਾਹੀਦਾ। ਹਾਂਜੀ, ਅਭੀ ਲੋਕਿਆ ਚਾਵੜ ਚਾਰ ਪ੍ਰਭੰਗ, ਗ੍ਰਹਿ ਜਾਤ ਉੜੀ ਗਏ ਮਾਸ ਮੁਖੰਗ। ਜਾਂਦੇ ਜਾਂਦੇ ਨੇ ਕੀ ਦੇਖਿਆ, ਇੱਕ ਇੱਲ ਉੜੀ ਜਾਂਦੀ ਹੈ, ਚਾਵੜ ਇੱਲ, ਮੂੰਹ ਦੇ ਵਿੱਚ ਮਾਸ ਦਾ ਟੁਕੜਾ ਉੜੀ ਜਾਂਦੀ ਹੈ, ਆਪਣੇ ਲੈ ਕੇ ਬੱਚਿਆਂ ਨੂੰ ਲੈ ਕੇ ਚੱਲੀ ਹੋਊਗੀ। ਖਾ ਲੈਂਦੇ ਨੇ ਬੱਚਿਆਂ ਵਾਸਤੇ ਤਾਂ ਫਿਰ ਲੈ ਕੇ ਜਾਂਦੇ ਹੀ ਨੇ ਜਾਨਵਰ, ਉਹ ਦੇਖੀ ਉਹਨੇ। ਹਾਂਜੀ, ਲੱਖ ਕੈ ਪਲ ਚਾ ਵੰਡ ਚਾਰ ਚਲੀ, ਲੱਖ ਕੈ ਪਲ ਚਾ ਵੰਡ ਚਾਰ ਚਲੀ, ਚਾਵਣ ਚਾਰ ਪੁਸ਼ਟ ਪਰਮਾਰਥ ਪੁਲੀ। ਉਹਨੂੰ ਜਦ ਦੇਖਿਆ ਇੱਲਾਂ ਨੇ, ਹੋਰ ਚਾਰ ਇੱਲਾਂ ਸੀ ਵੀ ਮਾਸ ਲਈ ਜਾਂਦੀ ਹੈ, ਉਹ ਸੀਗੀਆਂ ਵੀ ਉਹਦੇ ਨਾਲ ਤਗੜੀਆਂ ਰਿਸ਼ਟ ਪੁਸ਼ਟ। ਉਹਨਾਂ ਨੇ ਕਿਹਾ ਵੀ ਇਹ ਕਿੱਥੇ ਨੂੰ ਲਈ ਜਾਂਦੀ ਹੈ, ਖੋਈਏ ਤੇ ਮਾਸ ਦਾ ਟੁਕੜਾ। ਉਹ ਚਾਰੇ ਉਹਦੇ ਮਗਰ ਪੈ ਗਈ। ਹੁਣ ਇੱਕ ਆਦਮੀ ਨੂੰ ਚਾਰ ਆਦਮੀ ਪੈ ਜਾਣ, ਚਾਹੇ ਉਹ ਮਾੜੇ ਵੀ ਹੋਣ, ਉਹ ਤਾਂ ਖੈਰ ਪੁਸ਼ਟ ਕੇ ਹੈ ਲਿਖਿਆ ਹੋਇਆ, ਮਜ਼ਬੂਤ ਸੀ ਉਹਦੇ ਨਾਲ ਹਰ ਪੱਖ ਤੋਂ, ਉੜਨ ਦੇ ਵਿੱਚ ਰਿਸ਼ਟ ਪੁਸ਼ਟ ਸੀਆਂ, ਉਹਦੇ ਮਗਰ ਪੈ ਗਈ ਚਾਰ ਜਾਣੀਆਂ ਖੋਹਣ ਨੂੰ। ਅਬ ਲੋਕ ਸਮਾਸ ਆਕਾਸ਼ ਉੜੀ, ਅਤ ਜੁੱਧ ਤਹੀ ਤੈ ਸੰਗ ਮੰਡੀ। ਉਹਦੇ ਨਾਲ ਯੁੱਧ ਨੂੰ ਮੰਨ ਗਈਆਂ ਚਾਰੇ, ਉਹਨੂੰ ਦੇਖ ਕੇ ਚਾਰੇ ਜਾਣੀਆਂ ਉਹਨੂੰ ਘੇਰ ਲਿਆ ਜਾ ਕੇ, ਚਾਰਾਂ ਨੂੰ ਉਹ ਝਪਟੇ ਮਾਰਨ ਲੱਗ ਗਈਆਂ ਖੋਹਣ ਨੂੰ। ਤਜ ਮਾਸ ਚੜਾ ਉਡ ਆਪ ਚਲੀ, ਲੈ ਕੇ ਚਿੱਤ ਚਾਵੜ ਚਾਰ ਬਲੀ। ਉਹਨੇ ਦੇਖਿਆ ਵੀ ਇਹ ਚਾਰ ਜਾਣੀਆਂ ਨੇ, ਮੈਂ ਇਕੱਲੀ ਹਾਂ, ਬਜਾਏ ਇਹਦੇ ਲੜਨ ਉਹਨੇ ਮਾਸ ਸਿੱਟਤਾ, ਮੂੰਹ ਚੋਂ ਛੱਡਤਾ, ਛੱਡ ਕੇ ਆ ਕੇ ਧਰਤੀ ਤੇ ਬਹਿ ਗਈ। ਵੀ ਕੀ ਫਾਇਦਾ, ਲੜਾਈ ਤਾਂ ਉੱਥੇ ਕਰੀਏ ਜਿੱਥੇ ਕਾਮਯਾਬੀ ਹੋ ਜਾਏ, ਇਹ ਤੇ ਜ਼ਖਮੀ ਹੋਰ ਕਰ ਦੇਣਗੇ ਮੈਨੂੰ। ਇਹ ਉਹਨੇ ਛੱਡੇ ਦਿੱਤਾ ਵੀ ਤੁਸੀਂ ਉਹ ਲੈ ਜਾਓ ਭਾਈ, ਆਪ ਆ ਕੇ ਥੱਲੇ ਬਹਿ ਗਈ ਟਿਕ ਕੇ। ਮਾਸ ਦਾ ਹੀ ਰੌਲਾ ਤਾਂ ਉਹਨੂੰ, ਤਾਂ ਉਹਨਾਂ ਨੂੰ ਕੁਛ ਕਹਿਣਾ ਨਹੀਂ ਸੀ, ਇੱਲਾਂ ਨੇ ਨਹੀਂ ਸੀ ਕੁਛ ਕਹਿਣਾ ਉਹਨੂੰ, ਉਹਦੇ ਜੋ ਮੂੰਹ ਸੀ ਉਹੀ ਛਡਾਉਣਾ ਸੀ ਨਾ, ਮਾਇਆ ਦਾ ਝਗੜਾ। ਅਬ ਲੋਕ ਸੁ ਚਾਵੜ ਚਾਰ ਪਲੇਂਗ, ਤਜ ਤਰਾਸ ਭਈ ਫਿਰ ਭੂਮ ਹਲੇਂਗ। ਉਹ ਧਰਤੀ ਤੇ ਬਹਿ ਗਈ ਆ ਗਏ ਚਾਰਾਂ ਨੂੰ ਦੇਖ ਕੇ। ਅਭੀ ਲੋਕ ਸੁ ਚਾਵੜ ਚਾਰ ਪਲੇਂਗ, ਉਹ ਦੇਖ ਕੇ ਚਾਰਾਂ ਨੂੰ ਆਉਂਦੀਆਂ ਦੇਖ ਕੇ ਉਹ ਡਰਦੀ ਹੋਈ, ਤਰਾਸ ਕਰ ਰਹੀ ਡਰਦੀ ਹੋਈ, ਟੁਕੜਾ ਛੱਡ ਕੇ ਮਾਸ ਦਾ ਧਰਤੀ ਤੇ ਬਹਿ ਗਈ। ਲਖ ਤਾਸ ਮਨਿੰਗ ਮੁਨੀ ਚੌਕ ਰਹਿਓ, ਚਿੱਤ ਸੋਰ ਸੁਵੋ ਗੁਰ ਤਾਸ ਕਹਿਓ। ਚੌਂਕ ਗਿਆ ਮੁਨੀ ਦੇਖ ਕੇ ਇਹਨੂੰ, ਇਹਨੇ ਦੇਰ ਨਹੀਂ ਲਾਈ, ਇਹ ਤਾਂ ਬੜੀ ਸਿਆਣੀ ਹੈ, ਛੱਡ ਕੇ ਪਰੇ ਹੋ ਗਈ। ਇਹ ਤਾਂ ਬੜੀ ਸਿਆਣੀ ਹੈ। ਅਸੀਂ ਆ ਮਾਸ ਦਾ ਟੁਕੜਾ ਨਹੀਂ ਛੱਡਦੇ ਰਹਿਣਾ, ਸਾਡੇ ਕੋਲ ਵੀ ਹੈ ਨਹੀਂ, ਗੱਲ ਤਾਂ ਹੈ ਕਰ ਰਿਹਾ ਨਾ। ਇਹ ਚਾਹੁੰਦਾ ਮਾਸ ਦਾ ਟੁਕੜਾ ਲੈ ਕੇ ਮੈਂ ਉੱਡ ਕੇ ਖਨੀ ਕਿੱਥੇ ਚਲੇ ਜਾਊਂਗਾ, ਉਹ ਗੱਲ ਕਿਤੇ ਹੋਰ ਕਰ ਰਿਹਾ, ਉਹ ਕਿਸੇ ਹੋਰ ਕਰ ਰਿਹਾ। ਇਹਨਾਂ ਦੀ ਗੱਲ ਥੋੜ੍ਹੀ ਕਰ ਰਿਹਾ ਵੀ ਸਾਡੇ ਨਾਲ ਤਾਂ ਇਹ ਸਿਆਣੀ ਆ, ਅਸੀਂ ਆ ਮਾਸ ਦਾ ਟੁਕੜਾ ਨਹੀਂ ਛੱਡਦੇ।
ਗੱਲ ਤਾਂ ਮਾਸ ਦੇ ਟੁਕੜੇ ਦੀ ਹੈ। ਜੇ ਛੱਡ ਕੇ ਪਰੇ ਹੋ ਜੀਏ ਸਾਨੂੰ ਜਮ ਕੀ ਕਹਿੰਦਾ ਹੈ? ਉਹ ਇੱਲਾਂ ਜਮ ਰੂਪ ਆਈਆਂ ਸੀਆਂ ਮਾਸ ਦੇ ਟੁਕੜੇ ਖਾਤਰ, ਉਹਨੇ ਛੱਡਤਾ, ਆਰਾਮ ਨਾਲ ਬੈਠੀ ਹੈ, ਕੁਝ ਨਹੀਂ ਹੁੰਦਾ ਉਹਨੂੰ। ਜਿਹਨੂੰ ਇਹਨੂੰ ਛੱਡ ਕੇ ਪਾਸੇ ਹੋ ਜਵੇਂ ਜਮ ਤਾਂ ਇਹਨੂੰ ਕੁਝ ਨਹੀਂ ਕਹਿੰਦਾ, ਲਗਾ ਲਾ ਹੈ। ਉਹ ਆਪਣੇ ਹਿਸਾਬ ਲਾਉਂਦਾ ਹੈ। ਦੇਖੋ ਨਾ, ਇੱਲ ਨੇ ਤਾਂ ਕਿਵੇਂ ਛੱਡਿਆ? ਇੱਲ ਨੇ ਆਪਣੇ ਛੱਡਿਆ, ਇਹਨੇ ਆਪਣੇ ਅਰਥ ਲਾਏ ਨੇ, ਇਹਨੇ ਆਪਣੇ ਅਰਥ ਲਾਏ ਨੇ। ਉਹ ਤੇ ਮੁੱਠੀ ਆ ਨਾ ਉਹਦੀ ਪਾਈ ਹੋਈ ਕੁਜੀ 'ਚ ਬਾਂਦਰ ਦੀ, ਛੱਡਦਾ ਮੁੱਠੀ ਨਹੀਂ, ਕਹਿੰਦਾ ਮੈਨੂੰ ਕੁਜੀ ਨਹੀਂ ਛੱਡਦੀ। ਕੁਜੀ ਤੈਨੂੰ ਕੁਝ ਨਹੀਂ ਕਹਿੰਦੀ, ਉਹ ਖਿੱਲਾਂ ਛੱਡਦੇ। ਛੱਡਦਾ ਤੂੰ ਨਹੀਂ ਸਰੀਰ ਨੂੰ, ਕਹਿੰਦਾ ਮਾਇਆ ਨਹੀਂ ਛੱਡਦੀ। ਲੋਕ ਕੀ ਕਹਿੰਦੇ ਨੇ? ਕਹਿੰਦੇ ਮਾਇਆ ਨਹੀਂ ਛੱਡਦੀ, ਮਾਇਆ ਨਹੀਂ ਛੱਡਦੀ। ਐ ਨਹੀਂ ਕਹਿੰਦਾ ਮੈਂ ਮਾਇਆ ਨਹੀਂ ਛੱਡਦਾ, ਬਸ ਆਹੀ ਗੱਲ ਹੈ। ਉਹਨੇ ਛੱਡਤਾ ਨਾ ਇਹਨਾਂ ਨੇ, ਇਹਨਾਂ ਦੀ ਮਗਰ ਤਾਂ ਇਹਨਾਂ ਦਾ ਪਿੱਛਾ ਤਾਂ ਉਹਨਾਂ ਨੇ ਵੀ ਛੱਡਤਾ। ਇਹਨਾਂ ਨੇ ਜਮ ਤੁਹਾਡਾ ਪਿੱਛਾ ਛੱਡ ਦੂਗਾ ਜੇ ਤੁਸੀਂ ਮਾਸ ਦਾ ਟੁਕੜਾ ਛੱਡਦੇ ਹੋ। ਜਮ ਨਹੀਂ ਪਿੱਛਾ ਕਰਦਾ, ਜਮ ਨੇ ਤਾਂ ਆਹੀ ਲੈਣਾ ਥੋਤੇ, ਤੁਹਾਡੇ ਨਾਲ ਕੋਈ ਹਿਸਾਬ ਨਹੀਂ ਜਮਦਾ। ਥੋਤੇ ਕੀ ਲੈਣਾ? ਨਾ ਤੁਹਾਨੂੰ ਫਕੜ ਸਕਦਾ, ਨਾ ਇੱਥੇ ਉਹ ਤੁਹਾਨੂੰ ਰੱਖ ਸਕਦਾ, ਇੱਥੇ ਨਾ ਰੱਖ ਸਕਦਾ। ਹਾਂ, ਆਹ ਚੀਜ਼ ਲਿਜਾਣ ਦਿੰਦਾ ਨਹੀਂ ਉਹ। ਕਹਿੰਦਾ ਜਿਹੜੀ ਚੀਜ਼ ਲੈ ਕੇ ਆਏ ਉਹ ਲੈ ਜਾਓ, ਜਾਂ ਜਿਹੜੀ ਇੱਥੋਂ ਖੱਟ ਲਈ ਉਹ ਲੈ ਜਾਓ ਭਾਈ। ਕੋਈ ਗਿਆਨ ਖੱਟ ਲਿਆ ਲੈ ਜਾਓ, ਉਹ ਘਾਟਾ ਵਾਧਾ ਤੁਸੀਂ ਲੈ ਜਾਓ ਆਪਣਾ, ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ। ਭਰਮ ਵਧਾ ਲਿਆ ਉਹ ਲੈ ਜਾਓ, ਭਰਮ ਘਟਾ ਲਿਆ ਉਹ ਲੈ ਜਾਓ। ਗਿਆਨ ਵਧਾ ਲਿਆ ਉਹ ਲੈ ਜਾਓ, ਭਰਮ ਵਧਾ ਲਿਆ ਉਹ ਲੈ ਜਾਓ, ਉਹ ਮੇਰਾ ਕੋਈ ਰੌਲਾ ਨਹੀਂ। ਆਹ ਟੁਕੜਾ ਨਹੀਂ ਮੈਂ ਜਾਣ ਦੇਣਾ। ਇੰਨੀ ਉਹ ਗੱਲ ਹੈ ਇਹਦੇ ਵਿੱਚ। ਇੱਲ ਦੀ ਕਥਾ ਚਾਹੇ ਕਿਵੇਂ ਬਣਾ ਕੇ ਪਾਈ ਹੈ, ਮਤਲਬ ਇੰਨਾ ਹੀ ਹੈ ਇਹਦਾ। ਆਰਾਮ ਨਾਲ ਬੈਠੀ ਹੈ ਨਾ, ਕੋਈ ਨੇੜੇ ਨਹੀਂ ਆਉਂਦੀਆਂ ਚਾਰ ਇੱਲਾਂ, ਉਹਨੂੰ ਕੁਝ ਨਹੀਂ ਕਹਿ ਰਹੀਆਂ, ਬਸ ਫਿਰ। ਹਾਂ, ਲਖ ਤਾਸ ਮਨਿੰਗ ਮੁਨੀ ਚੌਕ ਰਿਹੋ, ਚਿੱਤ ਸੋਰ ਸਭੋ ਗੁਰੂ ਤਾਸ ਕਿਹੋ। 16ਵਾਂ ਗੁਰੂ ਬਣਾ ਲਿਆ। ਕਹਿੰਦੇ ਚੌਂਕ ਗਿਆ ਓਏ, ਏਡੀ ਛੇਤੀ ਛੱਡਤਾ ਇੱਲ ਨੇ ਮਾਸ ਦਾ ਟੁਕੜਾ। ਬੱਚਿਆਂ ਨੂੰ ਲੈ ਕੇ ਚੱਲੀ ਸੀ, ਮੋਹ ਵੀ ਸੀ, ਮੋਹ ਵੀ ਛੱਡਤਾ, ਮੋਹ ਵੀ ਛੱਡਤਾ ਨਾ। ਆਪਣੀ ਜਾਨ ਬਚਾ ਲਈ, ਆਪਣਾ ਹਾਫਾ ਬਚਾ ਲਿਆ। ਆਹ ਤਾਂ ਆਦਮੀ ਨੂੰ ਵੀ ਸਿਆਣੀ ਹੈ। ਉਹਨੂੰ 16ਵਾਂ ਗੁਰੂ ਬਣਾ ਲਿਆ। ਕੋ ਐਸ ਤਜੇ ਜਬ ਸਾਬਤ ਨਹੀਂ, ਕਰਕੇ ਬਿਨ ਆਸ ਉਦਾਸ ਮਨੇਂਗ। ਕੋਈ ਐਸੇ ਜੇ ਸਾਰਾ ਧਨ ਜਿੰਨਾ ਉਹਦਾ ਕੋਲ ਹੈ ਛੱਡ ਦੇਵੇ ਨਾ, ਜੇ ਕੋਈ ਬੰਦਾ ਇਸ ਤਰੀਕੇ ਨਾਲ ਸਭ ਕੁਝ ਛੱਡ ਦੇਵੇ, ਆ ਦੇਖੋ ਉਹ ਗੱਲ ਕਰ ਰਿਹਾ ਨਾ, ਜਿਵੇਂ ਇਹਨੇ ਨੇ ਛੱਡਤਾ। ਕਰਕੇ ਬਿਨ ਆਸ ਉਦਾਸ ਮਨੇਂਗ। ਹਾਂ, ਆਸ ਤਿਆਗ ਕੇ ਉਦਾਸ ਹੋ ਕੇ ਬਹਿ ਜਵੇ ਪਰੇ, ਕੋਈ ਖਸਮਾਂ ਨੂੰ ਖਾਓ ਜਿੱਥੇ ਮਰਜ਼ੀ ਲੈ ਜਾਓ, ਮੈਨੂੰ ਨਹੀਂ ਇਹਦੀ ਲੋੜ ਟੁਕੜੇ ਦੀ। ਤਬ ਪੰਚੋ ਇੰਦਰੀ ਤਿਆਗ ਰਹੇ, ਇਨ ਚੀਲਨ ਜਿਉ ਸੁਰਤ ਐਸ਼ ਕਹੇ। ਪੰਜੇ ਇੰਦਰੀਆਂ ਤਿਆਗਤੀਆਂ ਨੇ। ਪੰਜੇ ਇੰਦਰੀਆਂ ਕੀ ਨੇ? ਉਹ ਉਹਨੂੰ ਦੇਖ ਨਹੀਂ ਰਹੀ, ਉਹਦੇ ਭਾਵੇਂ ਮਿੱਟੀ ਹੈ ਉਹ। ਕੰਨਾਂ ਕਰਕੇ ਪੰਜੇ ਇੰਦਰੀਆਂ ਕਰਕੇ ਉਹਨੇ ਛੱਡਤਾ ਉਹਨੂੰ। ਐਸੇ ਜੇ ਕੋਈ ਤਿਆਗ ਦੇਵੇ ਮਾਇਆ ਨੂੰ, ਚੀਲ ਦੀ ਉਹ ਨਕਲ ਕਰ ਲਵੇ, ਕਹਿੰਦੇ ਉਹ ਸਮਝੋ ਮੁਕਤ ਹੋ ਜਾਂਦਾ ਦੁਨੀਆ ਤੋਂ। ਇਹਨੇ ਚੀਲਨ ਸੁਰਤ ਐਸ਼ ਕਰੇ। ਹਾਂ, ਇਹਨਾਂ ਚੀਲਾਂ ਦੀ ਜਿਹੜੀ ਸੁਰਤੀ ਹੈ, ਇਹ ਸੰਕੇਤ ਦਿੰਦੀ ਹੈ ਵੀ ਜੇ ਐਦਾਂ ਕੋਈ ਕਰ ਲਵੇ ਜਿਵੇਂ ਉਹਨੇ ਤਿਆਗਤਾ ਟੁਕੜਾ, ਤਾਂ ਸਮਝ ਲਓ ਆਦਮੀ ਦਾ ਜਿਹੜਾ ਆਉਣ ਦਾ ਇੱਥੇ ਮਨੋਰਥ ਹੈ ਉਹ ਪੂਰਾ ਹੋ ਜਾਂਦਾ ਬਸ। 17ਵੇਂ ਗੁਰੂ ਦਤੀਰੇ ਪੰਛੀ ਦੀ ਕਥਾ। ਤੋਟਕ ਸੰਦ ਕਰ ਸੋਰਸਵੋਂ ਰਿਖਤਾਸ ਗੁਰੰਗ, ਉੱਠ ਚੱਲਿਆ ਬਾਟ ਉਦਾਸ ਚਿਤੰਗ। 16 ਗੁਰੂ ਬਣਾ ਲਏ, ਜਦ ਉਦਾਸ ਹੋ ਕੇ ਉੱਠ ਕੇ ਤੁਰ ਪਿਆ ਉੱਥੋਂ। ਉਦਾਸ ਤਾਂ ਥਾ ਹੀ, 16ਵਾਂ ਗੁਰੂ ਤਾਂ ਬਣਾ ਲਿਆ। ਉਦਾਸ ਤਾਂ ਪਹਿਲਾਂ ਵੀ ਸੀ, ਚੀਲ ਨੂੰ ਦੇਖ ਕੇ ਉਦਾਸੀ ਹੋਰ ਵਧੀ ਹੋਈ ਹੈ ਨਾ, ਪਰ ਪੱਕੇ ਹੋਈ ਹੈ ਉਦਾਸੀ ਵੀ ਇਹ ਜਾਨਵਰ ਤਿਆਗ ਸਕਦਾ ਹੈ,
ਤੂੰ ਕਿਉਂ ਨਹੀਂ ਤਿਆਗ ਸਕਦਾ? ਅੱਗੇ ਚੱਲ ਪਿਆ। ਹਾਂਜੀ। ਕਰ ਸੋਰ ਸਮੂਹ ਰਿਖਤਾਸ ਗੁਰਿੰਗ ਉਠ ਚੱਲੀਆਂ ਬਾਟ ਉਦਾਸ ਚਿਤਿੰਗ ਮੁਖ ਪੂਰਤ ਨਾਦ ਨਿਦਾਦ ਤੁਨਿੰਗ ਸੁਨ ਰੀਜਤ ਗੰਧਰਵ ਦੇਵ ਨਰਿੰਗ। ਐਸੇ ਬਚਨ ਬੋਲ ਰਿਹਾ ਉਹ ਜਾਂਦਾ ਜਾਂਦਾ, ਉਪਦੇਸ਼ ਕਰ ਰਿਹਾ। ਦੇਖੋ ਹਰ ਜਗ੍ਹਾ ਫਿਰ ਉਹ ਉਪਦੇਸ਼ ਕਰਦਾ, ਕੁਛ ਗੱਲ ਦੱਸਦਾ ਉਹ ਜਿਹੜੀ ਸਿੱਖ ਕੇ ਆਇਆ ਆਪਣੇ ਨਾਲ ਦਿਆਂ ਨੂੰ। ਐਸਾ ਨਾਦ ਕਰਦਾ, ਐਸੇ ਬਚਨ ਬੋਲਦਾ ਉਹ ਜਿਹਦੇ ਨਾਲ ਸਾਰਿਆਂ ਦੇ ਜਿਹੜੇ ਮਨ ਨੇ ਮਾਇਆ ਤੋਂ, ਮਾਇਆ ਦੀ ਪਕੜ ਢਿੱਲੀ ਕਰ ਰਹੇ ਨੇ, ਉਦਾਸ ਹੋ ਰਹੇ ਨੇ। ਮਾਇਆ ਦੀ ਜਿਹੜੀ ਪਕੜ ਹੈ ਸਾਰਿਆਂ ਦੇ ਮਨਾਂ 'ਚੋਂ ਢਿੱਲੀ ਹੋ ਰਹੀ ਹੈ, ਉਦਾਸ ਕਰ ਰਹੀ ਹੈ ਸਾਰਿਆਂ ਨੂੰ, ਮਾਇਆ ਤੋਂ ਉੱਪਰ ਉਠਾੜ ਰਹੀ ਹੈ। ਉੱਤ ਆਸ ਹੁੰਦੀ ਹੈ, ਮਾਇਆ ਦੀਆਂ ਆਸਾਂ ਤੋਂ ਉੱਪਰਲੀ ਆਸ ਵੱਲ ਨੂੰ ਲੈ ਜਾਣਾ। ਹਾਂ। ਮੁਖ ਪੂਰਤ ਨਾਦ ਨਿਨਾਦ ਧੁਨਿੰਗ ਸੁਨ ਰੀਜਤ ਗੰਧਰਵ ਦੇਵ ਨਰਿੰਗ। ਹਾਂ, ਗੰਧਰਵ ਦੇਵਤੇ ਜਿਹੜੇ ਨੇ ਸਾਰੇ ਖੁਸ਼ ਹੋ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਗਾਂ ਦੀ ਸਿੱਖਿਆ ਮਿਲਦੀ ਹੈ, ਉੱਪਰਲੀ ਸਿੱਖਿਆ ਮਿਲਦੀ ਹੈ। ਦੇਵ ਲੋਕ ਦੇ ਜਿਹੜੇ ਲੋਕ ਨੇ ਨਾ, ਦੇਵਤੇ ਨੇ, ਉਹ ਕਹਿੰਦੇ ਖੁਸ਼ ਹੋ ਰਹੇ ਨੇ। ਦੇਵਤੇ ਹੀ ਗੁਰਮਤ ਨੂੰ ਸੁਣ ਕੇ, ਧਰਮ ਨੂੰ ਸੁਣ ਕੇ ਖੁਸ਼ ਹੁੰਦੇ ਨੇ। ਜਿਹੜੇ ਦੇਵਤੇ ਨਹੀਂ ਹੈ ਉਹ ਗੁਰਮਤ ਦੀ ਗੱਲ ਨੂੰ ਸੁਣ ਕੇ ਉਹ ਤੇ ਖੜਦੇ ਹੀ ਨਹੀਂ। ਪਹਿਲੀ ਗੱਲ ਇਹ, ਉਹਨਾਂ ਨੂੰ ਚੰਗੀ ਉਹ ਨਹੀਂ ਲੱਗਦੀ। ਰੀਝਣਾ ਤਾਂ ਉਹਨਾਂ ਨੇ ਕੀ ਹੈ, ਉਹ ਤਾਂ ਉੱਥੇ ਖੜ ਕੇ ਹੀ ਰਾਜੀ ਨਹੀਂ ਹੋਈ। ਚੱਲ ਜਾਤ ਪਏ ਸਰਤਾ ਨਿਕਟਿੰਗ ਹਟਵੰਤ ਰਿਖਿੰਗ ਤਪਸਾ ਵਿਕਟਿੰਗ। ਇੱਕ ਨਦੀ ਦਾ ਕਿਨਾਰਾ ਆ ਗਿਆ, ਉੱਥੇ ਕੋਈ ਨਦੀ ਆ ਗਈ, ਨਦੀ ਦੇ ਕਿਨਾਰੇ ਤੇ ਜਾ ਕੇ ਉਹ ਰੁਕ ਗਿਆ। ਰਿਸ਼ੀ ਨਾਲ ਦੇ ਵੀ ਰੁਕ ਕੇ ਪਾਣੀ ਪੂਣੀ ਵੀ ਪੀਣਾ ਹੁੰਦਾ। ਚੱਲ ਜਾਤ ਪਏ ਸਰਤਾ ਨਿਕਟਿੰਗ ਹਟਵੰਤ ਰਿਖਿੰਗ ਤਪਸਾ ਵਿਕਟਿੰਗ। ਹਾਂ, ਹਟਵੰਤ ਰਿਸ਼ੀ ਸੀ, ਉੱਥੇ ਬੈਠ ਕੇ ਤਪ ਕਰਨ ਲੱਗ ਗਏ। ਜਲ ਦੇ ਕਿਨਾਰੇ ਬੈਠ ਕੇ ਜਲ ਪਾਨ ਕਰ ਲਿਆ, ਬੈਠ ਕੇ ਸਮਝ, ਕਿਉਂਕਿ ਜਦ ਬੈਠਦੇ ਨੇ ਕਿਤੇ, ਜਦ ਉਹ ਵੀ ਉਸੇ ਪੋਜੀਸ਼ਨ 'ਚ ਬੈਠਦੇ ਨੇ, ਤਪ ਕਰਨ ਦੀ ਪੋਜੀਸ਼ਨ 'ਚ ਬੈਠਦੇ ਨੇ। ਉਹ ਲੋਕ ਦੁਧੀਰਿਆ ਇੱਕ ਤਹਾਂ ਉਸ਼ਰੰਤ ਹੁਤੇ ਨਦ ਮੱਛ ਜਹਾਂ। ਉਹ ਕੋਈ ਮੱਛੀ ਸੀ ਪਾਣੀ ਦੇ ਵਿੱਚ, ਇੱਕੋ ਲੰਬੀ ਚੁੰਝ ਵਾਲਾ ਦੁਧੀਰਾ ਪੰਛੀ ਹੁੰਦਾ। ਉਹ ਕਦੇ ਉੱਤੇ ਨੂੰ ਉੱਡਦਾ, ਕਦੇ ਥੱਲੇ ਨੂੰ ਉੱਡਦਾ, ਕਦੇ ਉੱਤੇ। ਉਹ ਥੱਲੇ ਮੱਛੀ ਦੇ ਵਿੱਚ ਨਿਗਾਹ ਰੱਖਦਾ ਹੁੰਦਾ, ਉਹਦੇ ਉੱਤੇ ਹੀ ਉੜੀ ਜਾਂਦਾ। ਕਾਫੀ ਦੇਰ ਖੜਾ ਵੀ ਰਹਿੰਦਾ, ਖੰਭ ਮਾਰੀ ਜਾਂਦਾ ਆਕਾਸ਼ 'ਚ ਇੱਕੋ ਜਗ੍ਹਾ। ਉਹ ਪੰਛੀ ਦੇਖਿਆ ਉਹਨੇ, ਦਾਤਰ ਨੇ ਦੇਖ ਲਿਆ ਪੰਛੀ ਥੱਲੇ ਮੱਛੀ ਹੈ, ਇਹਦੀ ਨਿਗਾਹ ਦੇ ਵਿੱਚ ਕੋਈ, ਇਹਦਾ ਸ਼ਿਕਾਰ ਹੈ। ਆਪਣੇ ਸ਼ਿਕਾਰ ਤੇ ਟਾਰਗੇਟ ਬਣਾਈ ਬੈਠਾ। ਸ਼ਾਮ ਦਾ ਟਾਈਮ ਸੀ, ਉਹਨਾਂ ਨੇ ਵੀ ਉੱਥੇ ਡੇਰਾ ਰਾਤ ਆਉਣਾ, ਵੀ ਇੱਥੇ ਰਾਤ ਕੱਟਾਂਗੇ, ਪਾਣੀ ਹੈਗਾ, ਪਾਣੀ ਦੇ ਉੱਤੇ ਹੀ ਰਾਤ ਕੱਟ ਹੁੰਦੀ ਹੈ। ਦੁਧੀਰਾ ਪੰਛੀ ਸੀ, ਕਦੇ ਥੱਲੇ ਜਾਂਦਾ ਸੀ, ਕਦੇ ਉੱਤੇ ਜਾਂਦਾ ਸੀ। ਉਹ ਆਪਣੇ ਮੱਛੀ ਆਪਣੇ ਪਾਣੀ 'ਚ ਖੇਡਦੀ, ਮੱਛੀ ਨੂੰ ਕੋਈ ਪਤਾ ਨਹੀਂ। ਹਾਂਜੀ। ਸਰਕੰਤ ਹੁਤੋ ਇੱਕ ਚਿੱਤ ਨਵੰਗ ਅਤ ਉਜਲ ਅੰਗ ਸੁਰੰਗ ਸੁਭੰਗ। ਇੱਕ ਟੱਕ ਹੋਇਆ ਉੱਤੇ ਉੱਡਦਾ ਉਹ ਨਭ ਦੇ ਵਿੱਚ, ਕਦੇ ਉੱਤੇ ਥੋੜਾ ਚਲੇ ਜਾਂਦਾ, ਕਦੇ ਥੋੜਾ ਥੱਲੇ ਚਲੇ ਜਾਂਦਾ, ਪਰ ਐਨ ਨਿਗਾਹ ਉਹਦੀ ਟਿਕੀ ਉੱਥੇ ਹੀ ਮੱਛੀ ਦੇ ਵਿੱਚ ਹੈ। ਧਿਆਨ ਮੱਛੀ ਦੇ ਵਿੱਚ ਹੈ, ਥੱਲੇ ਕਦੇ ਨਭ ਦੇ ਵਿੱਚ ਉੱਤੇ ਨੂੰ ਆਕਾਸ਼ ਚਲੇ ਜਾਂਦਾ, ਕਦੇ ਥੱਲੇ ਨੂੰ ਆ ਜਾਂਦਾ ਥੋੜਾ ਜਿਹਾ, ਕਿਉਂਕਿ ਉੱਥੇ ਹੀ ਉਹਦਾ ਧਿਆਨ ਗੱਡਿਆ ਹੋਇਆ। ਔਰ ਉਹ ਦੱਤ ਦੇਖ ਰਿਹਾ ਉਹਨੂੰ, ਉਹ ਦੱਤ ਤਮਾਸ਼ਾ ਦੇਖ ਰਿਹਾ ਵੀ ਦੇਖੋ ਇਹ ਪੰਛੀ ਹੈ, ਆਪਣੇ ਟਾਰਗੇਟ ਦੇ ਉੱਤੇ ਕਿਸ ਤਰੀਕੇ ਨਾਲ ਇਹ ਇੱਧਰ ਉੱਧਰ, ਚਾਹੇ ਉਹਦੇ ਕੋਈ ਗੋਲੀ ਮਾਰ ਦੇਵੇ ਉਹਨੂੰ ਕੋਈ ਪਤਾ ਨਹੀਂ। ਇੰਨੇ ਬੰਦੇ ਬੈਠੇ ਨੇ ਦੱਤ ਦੇ ਨਾਲ, ਜੇ ਭਲਾ ਕੋਈ ਉਹਨੂੰ ਤੀਰ ਸਿੰਨੀ ਬੈਠਾ ਹੋਵੇ ਪੰਛੀ ਨੂੰ, ਉਹਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਹੈ, ਆਪਣੇ ਟਾਰਗੇਟ 'ਤੇ ਧਿਆਨ ਰੱਖਦਾ। ਉਹਨੇ ਨਹੀਂ ਦੇਖਿਆ ਵੀ ਇੰਨੇ ਆਦਮੀ ਆਏ ਨੇ, ਇਹਨਾਂ 'ਚੋਂ ਕੋਈ ਮੈਨੂੰ ਵੀ ਮਾਰਨ ਵਾਲਾ ਹੋ ਸਕਦਾ ਹੈ, ਮੇਰੇ 'ਤੇ ਵਾਰ ਕਰਨ ਵਾਲਾ ਹੋ ਸਕਦਾ ਨਾ। ਉਹ ਆਪਣੇ ਟਾਰਗੇਟ 'ਤੇ ਬੈਠਾ, ਨਿਸ਼ਾਨੇ 'ਤੇ ਹੀ ਬੈਠਾ। ਸਰਕੰਤ ਹੁਤੋ ਇੱਕ ਚਿੱਤ ਨਵੰਗ ਅਤ ਉਜਲ ਅੰਗ ਸੁਰੰਗ ਸੁਭੰਗ। ਹਾਂ, ਉਹ ਆਪਣੇ ਫੜਾਉਂਦਾ ਪੰਛੀ ਖੰਭ ਆਕਾਸ਼ ਦੇ ਵਿੱਚ, ਇੱਕੋ ਹੀ ਚਿੱਤ ਹੋਇਆ, ਉੱਥੇ ਹੀ ਧਿਆਨ ਟਿਕਾ ਕੇ ਆਪਣੇ ਫੜਾਈ ਜਾਂਦਾ ਖੰਭਾਂ ਨੂੰ। ਫਰਕੰਤ ਫੜਾਉਂਦਾ ਖੰਭਾਂ ਨੂੰ। ਨਹੀਂ ਆਨ ਬਿਲੋਕਤ ਆਪ ਦ੍ਰਿਗੰਗ
ਇਹ ਭਾਂਤ ਹਰਿਓ ਗੜ ਮੱਛ ਮੰਨੰਗ। ਮੱਛੀ ਦੇ ਵਿੱਚ ਧਿਆਨ ਕੱਢਿਆ ਹੋਇਆ ਹੈ। ਉਹਨੇ ਇੰਨੀ ਉਹ ਜਿਹੜੇ ਆਏ ਨੇ ਨਾ ਫੌਜ ਸਾਧਾਂ ਦੀ ਕਿਸੇ ਵੱਲ ਧਿਆਨ ਨਹੀਂ ਦਿੱਤਾ। ਵੀ ਕਿਉਂ ਆਏ ਨੇ, ਕੀ ਕਰਨ ਆਏ ਨੇ, ਕਿਤੇ ਮੈਨੂੰ ਮਾਰਨ ਆਏ ਨੇ, ਫੜਨ ਆਏ ਨੇ। ਉਹਦਾ ਧਿਆਨ ਉੱਥੇ ਹੀ ਰਿਹਾ, ਮੱਛੀ ਦੇ ਵਿੱਚ ਹੀ, ਮੱਛੀ 'ਚ ਕੱਢਿਆ ਰਿਹਾ। ਤਾਂ ਜਾਏ ਮਹਾ ਮੁਨ ਮੱਜਨ ਕੈ, ਉੱਠ ਕੇ ਹਰ ਧਿਆਨ ਲਗਾ ਸੁੱਚ ਕੈ। ਉੱਥੇ ਜਾ ਕੇ ਉਹ ਮੁਨੀ ਨੇ ਮੱਜਨ ਕੀਤਾ, ਕੁਰਲੀ ਕੀਤੀ, ਮੱਜਨ ਕੀਤਾ, ਨਾਤਾ, ਇਸ਼ਨਾਨ ਵੀ ਕੀਤਾ, ਪਰ ਤੇ ਦੇਖ ਉਹਨੂੰ ਹੀ ਰਿਹਾ, ਧਿਆਨ ਉਹਦੇ ਵਿੱਚ ਹੈ। ਮੱਜਨ ਵੀ ਕਰ ਲਿਆ, ਕੁਰਲੀ ਹੱਥ ਪੈਰ ਧੋਤੇ, ਜੋ ਵੀ ਮੱਜਨ ਤਾਂ ਹੁੰਦਾ ਸਰੀਰ ਸਾਰਾ ਨਹਾ ਲਿਆ ਤਾਂ ਧਿਆਨ ਉਹਦੇ ਵਿੱਚ ਰੱਖਿਆ ਉਹਨੇ ਉਹਨਾਂ ਚਿਰ। ਔਰ ਬੈਠ ਵੀ ਗਿਆ ਧਿਆਨ 'ਚ, ਫਿਰ ਆਪਣੇ 'ਚ ਮੱਜਨ ਕਰਕੇ ਵੀ ਬੈਠ ਗਿਆ। ਇੰਨਾ ਚਿਰ ਉਹਦਾ ਧਿਆਨ ਪੰਛੀ ਦਾ ਉੱਥੇ ਹੀ ਰਿਹਾ, ਕਹਿਣ ਦਾ ਮਤਲਬ ਹੈ। ਉਹ ਨਹਾ ਵੀ ਲਿਆ, ਨਹਾ ਕੇ ਵੀ ਬਹਿ ਗਿਆ ਧਿਆਨ 'ਚ ਆਪਣੇ 'ਚ। ਉੱਠ ਕੇ ਹਰ ਧਿਆਨ ਲਗਾ ਸੁੱਚ ਕੈ। ਹਾਂ, ਆਪਣਾ ਧਿਆਨ ਸੁੱਚਾ ਹੋ ਕੇ ਧਿਆਨ 'ਚ ਵੀ ਲੱਗ ਗਿਆ। ਤੇ ਉਹ ਉੱਥੇ ਹੀ ਪੰਛੀ ਉਵੇਂ ਹੀ ਹੈ, ਉਹਦੇ ਵਿੱਚ ਆਪਣਾ, ਉਹਦੇ ਆਪਣੇ ਟਾਰਗੇਟ 'ਤੇ ਹੀ ਹੈ। ਉਹਦੀ ਮਾਰ ਤੋਂ ਪਰੇ ਹੈ ਮੱਛੀ, ਥੋੜ੍ਹੀ ਪਾਣੀ 'ਚ ਹੁੰਦੀ ਹੋਊ, ਗਹਿਰੇ 'ਚ। ਉਹਨੂੰ ਪਤਾ ਜੇ ਉੱਤੇ ਆਵੇ ਤਾਂ ਮੈਂ ਫੜਾ। ਜਿੰਨਾ ਚਿਰ ਉਹਦੀ ਮਾਰ 'ਚ ਨਹੀਂ ਉਹਦੀ, ਉਹ ਉਹਨਾਂ ਚਿਰ ਹਮਲਾ ਨਹੀਂ ਕਰਦਾ। ਉਹਦੀ ਮਾਰ ਤੋਂ ਪਰੇ ਹੈ ਮੱਛੀ, ਤਾਂ ਉਹਨੂੰ ਦੀਂਦੀ ਹੈ, ਪਰ ਇੰਨੀ ਡੂੰਘੀ ਉਹ ਫੜ ਨਹੀਂ ਸਕਦਾ ਜਾ ਕੇ, ਕਿਉਂਕਿ ਜਦ ਪਾਣੀ ਜਾਣਾ, ਪਾਣੀ ਨੇ ਉੱਤੇ ਰੋਕ ਲੈਣਾ ਉਹਨੂੰ, ਕਿਸੇ ਹੱਦ ਤੱਕ ਪਾਣੀ ਜਾਣ ਦਿੰਦਾ ਥੱਲੇ। ਉਹਦੀ ਮਾਰ ਤੋਂ ਪਰੇ ਹੈ। ਨਾ ਟਰੋ ਤਬ ਲੋ ਬੈ ਮੱਛ ਹਰੀ, ਰਥ ਸੂਰ ਅਥਿਓ ਨਾ ਢੀਠ ਟਰੀ। ਨਾ ਤਾਂ ਮੱਛੀ ਉੱਥੋਂ ਪਰੇ ਹੁੰਦੀ ਹੈ, ਨਾ ਤਾਂ ਮੱਛ ਜਾਂ ਤਾਂ ਡੂੰਘੇ ਪਾਣੀ ਚਲਾ ਜਾਵੇ ਉਹ, ਨਾ ਤਾਂ ਉਹ ਉੱਥੋਂ ਕਿਤੇ ਹੁੰਦਾ। ਉਹ ਆਪਣੇ ਮੋਹ 'ਚ ਖੇਲਦੀ ਹੈ, ਉਹ ਆਪਣਾ ਉੱਤੇ ਟਾਰਗੇਟ 'ਤੇ ਹੈ। ਦੋਏ ਆਪਣੇ ਜਗ੍ਹਾ ਅੜੇ ਹੋਏ ਨੇ। ਨਾ ਟਰੋ ਤਬ ਲੋਭ ਮੱਛ ਹਰੀ। ਉਹ ਨਾ ਤਾਂ ਮੱਛੀ ਡਰੀ ਹੈ, ਕਿਤੇ ਇੱਧਰ ਉੱਧਰ ਹੋਈ ਹੈ। ਰਥ ਸੂਰ ਅਥਿਓ ਨਹੀਂ ਢੀਠ। ਉਹ ਵੀ ਢੀਠ ਹੋਇਆ, ਅੱਖਾਂ 'ਚੋਂ ਰਤ 'ਚ ਆਉਂਦੀ ਹੈ ਉਹਦੇ ਅੱਖਾਂ, ਮਤਲਬ ਉੱਥੇ ਹੀ ਟਿਕੀਆਂ ਹੋਈਆਂ ਨੇ ਉਹਨਾਂ ਦੀਆਂ। ਉਹ ਅੱਖਾਂ ਦੇ ਵਿੱਚ ਰੱਤੀ ਹੋਈ ਹੈ, ਅੱਖਾਂ 'ਚ ਉਹਦੇ ਹੀ ਬਸੀ ਹੋਈ ਹੈ ਅੱਖਾਂ ਦੇ ਵਿੱਚ। ਸਰਕੰਤ ਰਹਾ ਨਭ ਮੱਛ ਕਟੰਗ, ਰਥ ਭਾਨ ਹਟਿਓ ਨਹੀਂ ਧਿਆਨ ਛੁਟੰਗ। ਰਤਾ ਵੀ ਧਿਆਨ ਨਹੀਂ ਉਹਦਾ ਹਟਿਆ ਮੱਛੀ ਤੋਂ, ਉੱਥੇ ਉੜੀ ਵੀ ਜਾਂਦਾ, ਧਿਆਨ ਵੀ ਉਹਦੇ 'ਚ। ਇੱਕ ਰਤਾ ਵੀ ਧਿਆਨ ਉਹਦਾ ਉੱਥੋਂ ਇੱਧਰ ਉੱਧਰ ਨਹੀਂ ਹੋਇਆ ਮੱਛੀ 'ਚੋਂ। ਅਬ ਲੋਕ ਮਹਾਮੁਨੀ ਮੋਹ ਰਹਿਓ, ਗੁਰ ਸਤਰ ਸਮੋ ਕਰ ਤਾਸ ਕਿਹੋ। ਮੁਨੀ ਉਹਨੂੰ ਦੇਖ ਕੇ ਕਹਿੰਦਾ ਵੇ ਹੱਦ ਹੋ ਗਈ, ਇਹ ਵੀ ਢੀਠ ਹੈ। ਗਾਂ ਮੱਛੀ ਪਤਾ ਨਹੀਂ ਕੀ ਹੈ, ਕੁਦਰਤ ਨੇ ਕੀ ਬਣਾਈ ਹੈ। ਕੁਦਰਤ ਆਪ ਹੀ ਮੱਛੀ ਦਾ ਰੂਪ ਧਾਰਨ ਕਰਕੇ ਆਈ ਹੈ ਇਹਦਾ ਟੈਸਟ ਲੈਣ ਵਾਸਤੇ ਵੀ ਕੀ ਇਹਦਾ ਧਿਆਨ ਹਟਦਾ ਜਾਂ ਨਹੀਂ। ਉਹਨੂੰ 17ਵਾਂ ਗੁਰੂ ਮੰਨਦਾ ਉਹ, ਵੀ ਜਿੰਨਾ ਚਿਰ ਇਹਨੂੰ ਮੱਛੀ ਦਿੰਦੀ ਹੈ ਇਹ ਆਪਣਾ ਧਿਆਨ ਨਹੀਂ ਹਟਾਉਂਦਾ। ਜਿੰਨਾ ਚਿਰ ਮੱਛੀ ਹੈਗੀ ਹੈ ਇਹ ਧਿਆਨ ਨਹੀਂ ਹਟਾਉਂਦਾ। ਇਸ ਕਰਕੇ ਸਾਡਾ ਜਿਹੜਾ ਸਤਿਗੁਰ ਹੈ, ਸਤਿਗੁਰ ਮੇਰਾ ਸਦਾ ਸਦਾ, ਤੇ ਸਦਾ ਸਦਾ ਹੀ ਉਹਦੇ ਜੋ ਧਿਆਨ ਜੇ ਹਟਾ ਲਿਆ ਫਿਰ ਮੱਛੀ ਤਾਂ ਖਾਦੀ ਕੱਲ੍ਹ ਨੂੰ ਹੈ ਨਹੀਂ ਹੈ, ਨਾ ਆਵੇ ਨਾ ਜਾਏ। ਜੇ ਇਹਦੇ ਧਿਆਨ ਟਿਕਾ ਲਈਏ ਸਦਾ ਸਦਾ ਹੀ ਧਿਆਨ ਟਿਕਿਆ ਰਹੂਗਾ, ਪਰ ਟਿਕਾਵੇ ਉਹਦੇ ਵਾਂਗੂ। ਮੱਛੀ ਨੂੰ ਤਾਂ ਕੋਈ ਹੋਰ ਵੀ ਆ ਕੇ ਫੜ ਸਕਦੀ ਹੈ, ਬੜੀ ਮੱਛੀ, ਸਤਿਗੁਰ ਨੂੰ ਤਾਂ ਕੋਈ ਨਹੀਂ ਫੜ ਸਕਦਾ। ਇਹ ਰਿਜ਼ਲਟ ਦੱਤ ਨੇ ਦਸਮ ਪਾਤਸ਼ਾਹ ਦੇ ਕਹਿਣ ਦਾ ਇਹ ਮਤਲਬ ਹੈ। ਇਹ ਰਿਜ਼ਲਟ ਨਹੀਂ ਇਹ ਜੇ ਕੱਢ ਰਿਹਾ, ਆਦ ਦੇ ਵਿੱਚੋਂ ਰਿਜ਼ਲਟ ਨਹੀਂ ਕੱਢ ਰਿਹਾ ਇਹ ਪੰਡਤ, ਪਰ ਰਿਜ਼ਲਟ ਇਹਦੇ ਆਪਾਂ ਚੋਂ ਕੱਢਣੇ ਨੇ ਸਦਾ ਸਦਾ। ਕਿਉਂਕਿ ਧਿਆਨ ਅਸੀਂ ਕੀ ਟਿਕਾਉਣਾ, ਜਿਹੜਾ ਸਦਾ ਸਦਾ ਹੀ ਹੈ। ਸਦਾ ਖਤਰੇ ਧਿਆਨ ਟਿਕ ਗਿਆ ਸਾਡਾ, ਸਜੀਵਨ ਹੋ ਗਿਆ। ਸਦਾ ਧਿਆਨ ਟਿਕ ਗਿਆ, ਸਜੀਵਨ ਹੋ ਗਿਆ। ਐ ਅਸੀਂ ਇਹਦੇ ਨਾਲ ਆਦ ਨਾਲ ਮਿਲਾ ਕੇ ਇਹਦੇ ਅਰਥ ਕਰਨੇ ਇਹਨਾਂ ਦੇ। ਐਵੇਂ ਨਹੀਂ ਦੱਤ ਨੇ ਗੁਰੂ ਬਣਾ ਲਿਆ ਇੱਕ ਪੰਛੀ ਨੂੰ,
ਕੋਈ ਕਾਰਨ ਹੈ ਉਹਦੇ ਪਿੱਛੇ। ਜਿੰਨਾ ਚਿਰ ਮੱਛੀ ਉਹਨਾਂ ਚਿਰ ਧਿਆਨ ਰਹੂਗਾ, ਜਿੰਨਾ ਚਿਰ ਸਤਿਗੁਰ ਉਹਨਾਂ ਚਿਰ ਧਿਆਨ ਕਿਤੇ ਨਹੀਂ ਜਾ ਸਕਦਾ। ਜੇ ਟਿਕ ਗਿਆ ਉਹ ਤਾਂ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ, ਸਭ ਮੇਰੇ ਹਸਮ। ਇਹ ਤਰੀਕਾ ਧਿਆਨ ਟਿਕਾਉਣ ਦਾ। ਜੇ ਧਿਆਨ ਟਿਕਾਉਣਾ ਐਂ ਟਿਕਾਓ, ਉਹ ਪੰਛੀ ਵਾਂਗੂ, ਜਿਵੇਂ ਮੱਛੀ ਸੀ ਜਲ ਕੀ ਮਛਲੀ ਚੜੀ ਖਜੂਰ। ਇਹ ਤਾਂ ਖਜੂਰ ਤੇ ਹੈ ਨਾ, ਉਹ ਪਾਣੀ 'ਚ ਹੈ, ਰਾਮ ਉਤਕ 'ਚ ਹੈ। ਹਾਂਜੀ, ਤਰਕੰਤ ਰਹਾ ਨਭ ਮਛ ਕਟੇਂਗੇ, ਰਥ ਭਾਨ ਹਟਿਓ ਨਹੀਂ ਧਿਆਨ ਛੁਟੇਂਗੇ। ਹਾਂ, ਕਹਿੰਦੇ ਉਹ ਮੱਛੀ ਦਾ ਜਿਹੜਾ ਦੁਸ਼ਮਣ ਸੀ, ਮੱਛੀ ਨੂੰ ਖਾਣ ਵਾਲਾ ਸੀ, ਦਤਾਰੂ ਪੰਛੀ, ਉਹ ਰੱਤੀ ਭਰ ਵੀ ਨਹੀਂ ਇੱਧਰ ਉੱਧਰ ਹੋਇਆ। ਹਾਲਾਂਕਿ ਸੂਰਜ ਡੁੱਬ ਗਿਆ, ਸੂਰਜ ਚਲਾ ਗਿਆ, ਰੋਸ਼ਨੀ ਚਲੀ ਗਈ, ਉਹ ਨਹੀਂ ਪਤੰਦਰ ਹਟਿਆ। ਰਥ ਭਾਨ ਹਟਿਓ ਨਹੀਂ ਧਿਆਨ ਛੁਟੇਂਗੇ। ਹਾਂ, ਭਾਨ ਤਾਂ ਚਲਾ ਗਿਆ, ਸੂਰਜ ਤਾਂ ਚਲਿਆ ਗਿਆ, ਡੁੱਬ ਗਿਆ, ਹਨੇਰਾ ਤਾਂ ਹੋ ਗਿਆ, ਪਰ ਜਿੰਨਾ ਚਿਰ ਉਹਨੂੰ ਦੀਂਦੀ ਰਹੀ ਉਹ ਨਹੀਂ ਹਟਿਆ, ਉਹ ਉੱਥੇ ਹੀ ਰਿਹਾ। ਤਬ ਲੋਕ ਮਹਾਮੁਨ ਮੋਹਿ ਰਿਓ, ਗੁਰੂ ਸਤਰ ਸੁਭ ਕਰਤਾਸ ਕੇ ਹੋ। ਹਾਂ, ਉਹਨੂੰ ਦੇਖ ਕੇ ਪੂਰੀ ਕਹਿੰਦਾ ਵੀ ਸੂਰਜ ਹਥਿਆਰ ਛੱਡ ਗਿਆ, ਸੂਰਜ ਤਾਂ ਹਥਿਆਰ ਛੱਡ ਗਿਆ, ਹਥਿਆਰ ਇਹਨੇ ਨਹੀਂ ਛੱਡੇ। ਸੰਸਾਰ ਰਹੇ ਚਾਹੇ ਨਾ ਰਹੇ, ਆ ਸੂਰਜ ਰਹੇ ਚਾਹੇ ਨਾ ਰਹੇ, ਤੁਹਾਡਾ ਧਿਆਨ ਨਹੀਂ ਜਾ ਸਕਦਾ ਕਿਤੇ। ਸੂਰਜ ਡੁੱਬ ਜੂ, ਪਿਆ ਡੁੱਬ ਜਵੇ, ਤੁਸੀਂ ਸੂਰਜ ਤੇ ਕੀ ਲੈਣਾ? ਉਹਦਾ ਧਿਆਨ ਤਾਂ ਉੱਥੇ ਹੀ ਹੈ ਨਾ। ਇਸ ਕੰਪੈਰੀਜ਼ਨ ਨਾਲ ਅਸੀਂ ਅਰਥ ਕਰਾਂਗੇ, ਫਿਰ ਕੁਛ ਇਹਨਾਂ ਤੋਂ ਪੱਲੇ ਪੈਂਦਾ, ਵਰਨਾ ਇਹਨਾਂ 'ਚ ਪੱਲੇ ਪੁੱਲੇ ਕੁਛ ਨਹੀਂ ਪੈਂਦਾ ਹੈਗਾ। ਕੋਈ ਬਹੁਤੀ ਵੈਲਿਊ ਨਹੀਂ ਹੈ। ਉਹਨਾਂ ਲੋਕਾਂ ਨੇ ਦੇਖੀ, ਵਿਦਵਾਨ ਬਹੁਤੀ ਵੈਲਿਊ ਨਹੀਂ ਦਿੰਦੇ ਇਹਨਾਂ ਗੱਲਾਂ ਨੂੰ। ਲਓ ਜੀ ਉਹ ਬਣਾ ਲਿਆ ਜੀ, ਲਓ ਜੀ ਇੱਕ ਪੰਛੀ ਗੁਰੂ ਬਣਾ ਲਿਆ ਜੀ, ਉਹ ਜੀ ਲਾ ਛੱਡੋ ਦੱਤਾਤਰੇయ ਦਾ ਕੀ ਹੈ, ਉਹ ਇੱਕ ਆਦਮੀ ਇੱਕ ਬਿੱਲੇ ਨੂੰ ਗੁਰੂ ਬਣਾ ਰਿਹਾ, ਉਹ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ। ਹਾਂ, ਉਹਨਾਂ ਨੂੰ ਆਦਿ ਸਮਝ ਨਹੀਂ ਨਾ ਹੈ। ਜੇ ਜਿੰਨਾ ਚਿਰ ਦੇਖੋ ਆਦ ਬਾਣੀ ਦੀ ਸਮਝ ਨਹੀਂ ਹੈ, ਇਹਦੇ 'ਚ ਮੋਰਲ ਤੁਸੀਂ ਨਹੀਂ ਬਣਾ ਸਕਦੇ। ਤਾਂ ਹੀ ਮੈਂ ਕਹਿੰਦਾ ਹੁੰਦਾ ਸੀ ਇਹ ਅਲਜਬਰਾ ਹੈ, ਉਹ ਮੈਥ ਹੈ। ਜਿੰਨਾ ਚਿਰ ਤੁਹਾਡੇ ਕੋਲ ਮੈਥ ਹੈ ਨਹੀਂ, ਤੁਸੀਂ ਅਲਜਬਰਾ ਕਿੱਦਾਂ ਸਮਝ ਲਓਗੇ? ਇਹਦੇ ਤਾਂ ਗੱਲ ਦੱਸੀ ਹੋਈ ਹੈ, ਦੱਸੀ ਹੋਈ ਨਹੀਂ, ਪਤਾ ਹੀ ਦੱਸਿਆ ਹੋਇਆ। ਗੱਲ ਬੁੱਝਣ ਵਾਲੀ ਜ਼ਿਆਦਾ ਇਹਦੇ ਵਿੱਚ। ਉੱਥੇ ਨੇੜੇ ਤੋਂ ਬੁੱਝਣ ਵਾਲੀ ਹੈ, ਇੱਥੇ ਬਹੁਤ ਹੀ ਦੂਰ ਬੁੱਝਣ ਵਾਲੀ ਹੈ। ਇੱਥੇ ਤਾਂ ਹੁਣ ਉਹ ਸਤਿਗੁਰੂ ਦੀ ਗੱਲ ਕੀਤੀ ਹੋਈ ਨਹੀਂ ਹੋਈ, ਧਿਆਨ ਦੀ ਗੱਲ ਕੀਤੀ ਹੋਈ ਹੈ, ਸੂਰਜ ਦੀ ਗੱਲ ਕੀਤੀ ਹੋਈ ਹੈ। ਬਸ ਇੱਥੋਂ ਹੀ ਦੇਖਣਾ ਹੈ। ਤਾਂ ਪਤਾ ਹੁਣ ਸੂਰਜ ਚੰਦ ਜਿੰਨਾ ਚਿਰ ਸ੍ਰਿਸ਼ਟੀ ਹੈ ਉਹਨਾਂ ਚਿਰ ਸੂਰਜ ਚੰਦ ਨੇ। ਕਮ ਸੇ ਕਮ ਆ ਜਿੱਥੇ ਆਪਾਂ ਰਹਿੰਦੇ ਹਾਂ, ਇਹਦਾ ਸੰਬੰਧ ਤਾਂ ਸੂਰਜ ਨਾਲ ਹੈ। ਇਹ ਲੋਕ ਦਾ ਤਾਂ ਸੂਰਜ ਨਾਲ ਹੈ ਸੰਬੰਧ। ਬਸ ਫਿਰ ਪੰਛੀ ਕੀ ਹੈ, ਮਛਲੀ ਕੀ ਹੈ? ਹਾਂ, ਇਹਨਾਂ ਨੂੰ ਮਛਲੀ ਪੰਛੀ ਇਹਨਾਂ ਦਾ ਆਪਾਂ ਇਹਨਾਂ ਨਾਲ ਕੰਪੈਰੀਜ਼ਨ ਕਰਕੇ ਉਹ ਰਿਜ਼ਲਟ ਕੱਢਣਾ ਕੀ ਹੈ ਆਦਿ ਨੂੰ।